ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਨਿੱਜਾ ਸਾਹਿਬ ਕਰੋ, ਸ਼ੁਰੂ ਕਰੋ ਜੀ ਕਥਾ। ਕੱਲ ਜਿਹੜੇ ਅੰਕ ਤੋਂ ਸ਼ੁਰੂ ਕੀਤਾ ਸੀਗਾ ਉਸੇ ਅੰਕ ਤੇ ਹੈਗੇ ਜੀ 1123 ਅੰਕ ਤੇ। ਉਹੀ ਕਬੀਰ ਜੀ ਆਪਣੇ ਕੱਲ ਦੱਸ ਰਹੇ ਸੀ ਬਿਜ਼ਨਸ ਦੇ ਬਾਰੇ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਮਾਈਕ ਬੰਦ ਕਰ ਦਿਓ ਜੀ ਜਿਨ੍ਹਾਂ ਦੇ ਚਾਲੂ ਹੈਗੇ ਪਲੀਜ਼। ਹਰ ਕੇ ਮੇਰਾ ਹੀ ਸੀ ਨਹੀਂ ਕੋਈ ਨਹੀਂ। ਕੱਲ ਨਾ ਤੁਸੀਂ ਰਿਕਾਰਡਿੰਗ ਸੁਣਿਆ, ਤੁਹਾਡਾ ਉਹ ਜਿਹੜੇ ਖਰਖਰ ਬਹੁਤ ਜ਼ਿਆਦਾ ਆ ਗਈ ਆ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੁੱਟ ਗਈ ਸੰਸਾਰੀ ਰਹਾਓ। ਕਬੀਰ ਜੀ ਕਹਿੰਦੇ ਆ ਅਸਲੀ ਦੇ ਮਾਲਕ ਨੇ ਆਪਾਂ ਨੂੰ ਨਾਮ ਦਾ ਵਪਾਰ ਕਰਨ ਵਾਸਤੇ ਭੇਜਿਆ ਹੈ ਭਾਈ। ਨਾਮ ਦੇ ਵਪਾਰੀ ਬਣਾ ਕੇ ਭੇਜਿਆ। ਆਪਾਂ ਨੂੰ ਨਾਮ ਦਾ ਸੌਦਾ ਲੈਣਾ ਹੈ। ਆਪਾਂ ਨੂੰ ਮੂਲ ਧਨ ਦਿੱਤਾ ਹੋਇਆ, ਸਵਾਸ ਦਿੱਤੇ ਹੋਏ ਆ ਤੇ ਆ ਸਰੀਰ ਦਿੱਤਾ ਹੋਇਆ। ਇਹ ਮਨ ਜਿਹੜਾ ਹੈਗਾ ਇਹਨੂੰ ਨਾਮ ਪਦਾਰਥ ਜਿਹੜਾ ਹੈਗਾ ਉਸ ਰਸਤੇ ਤੇ ਲੈ ਕੇ ਜਾਣਾ ਹੈ, ਸੁਰਤ ਦੇ ਰਸਤੇ ਤੇ। ਸੁਰਤ ਨੇ ਚੱਲਣਾ, ਸੁਰਤ ਨੇ ਰਾਹ ਦਿਖਾਉਣਾ ਆ ਔਰ ਮਨ ਨੇ ਤੁਰਨਾ ਹੈਗਾ। ਔਰ ਆ ਜਿਹੜੀ ਅੱਖਰ ਹੈਗੇ ਗੁਰੂ ਦੀ ਮੱਤ ਹੈਗੀ, ਇਹਨਾਂ ਨੇ ਜਿਹੜਾ ਹੈਗਾ ਲਾਈਟ ਦੇਣੀ ਆ ਆਪਾਂ ਨੂੰ। ਇਹਨਾਂ ਨੇ ਲਾਈਟ ਦੇਣੀ ਹੈ। ਆਪਣੀ ਸੁਰਤ ਨੇ ਉਸ ਲਾਈਟ ਤੋਂ ਰਸਤਾ ਜਿਹੜਾ ਹੈਗਾ ਜੋ ਗੁਰੂ ਇਹ ਗਿਆਨ ਜਿਹੜਾ ਹੈਗਾ ਬ੍ਰਹਮ ਗਿਆਨ ਜੋ ਰਸਤਾ ਦਿਖਾ ਰਿਹਾ ਬਈ ਆਪਣੇ ਅੰਦਰ ਨੂੰ ਯਾਤਰਾ ਕਰਨੀ ਆ। ਅਤੇ ਇਹ ਵਿਚਾਰ ਹੈਗੇ, ਇਹ ਜਿਹੜੇ ਹੈਗੇ ਇਹਦੇ ਵਿੱਚ ਜਿਹੜੇ ਹੈਗੇ ਆ, ਇਹ ਰਸਤਾ ਜਿਹੜਾ ਪੱਧਰਾ ਜਿਹਾ ਰਸਤਾ ਨਹੀਂ ਹੈਗਾ। ਇਹ ਰਸਤਾ ਜਿਹੜਾ ਹੈਗਾ ਔਖਾ ਰਸਤਾ ਹੈਗਾ। ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਡੇ ਵੱਡੇ ਪੱਥਰ ਪਏ ਹੋਏ ਆ। ਇਹਨਾਂ ਨੂੰ ਇਹ ਕੰਡਿਆਲੇ ਹੈਗੇ, ਕੰਡੇ ਵੀ ਹੈਗੇ ਇਹਦੇ ਵਿੱਚੋਂ। ਇਹ ਤ੍ਰਿਸ਼ਨਾ ਜਿਹੜੀ ਹੈਗੀ ਆ, ਮੋਹ, ਇਹ ਜਿਹੜਾ ਹੈਗਾ ਰਾਗ ਦੁਵੇਸ਼ ਈਰਖਾ, ਇਹ ਸਾਰੇ ਕੰਡੇ ਪਏ ਇਹਦੇ ਵਿੱਚ। ਇਹ ਰਸਤਾ ਜਿਹੜਾ ਹੈਗਾ, ਇਸ ਰਸਤੇ 'ਤੇ ਬੜੀ ਸਾਵਧਾਨੀ ਦੇ ਨਾਲ ਤੁਰਨਾ ਪਊਗਾ ਭਾਈ, ਤਾਂ ਜਿਹੜਾ ਇਹ ਨਾਮ ਦਾ ਵਪਾਰ ਕੀਤਾ ਜਾ ਸਕਦਾ ਹੈ। ਔਰ ਜਿਹੜਾ ਹੈਗਾ ਇਹ ਧਿਆਨ ਸਿਮਰਨ ਹੈਗਾ, ਇਹ ਐਸਾ ਜਿਹੜਾ ਹੈਗਾ ਇਹਦੇ ਨਾਲ ਹੀ ਐਸਾ ਹੀਰਾ ਹੈਗਾ, ਇਹ ਐਸਾ ਨਿਰਮੋਲਕ ਹੀਰਾ ਹੈਗਾ। ਇਹਦੇ ਨਾਲ ਇਹ ਸੰਸਾਰੀ ਛੁੱਟ ਜਾਣੀ ਹੈ। ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਔਰ ਲਾਉਣਾ ਪਰਮਾਤਮਾ ਨੇ ਹੈ। ਸਾਚੇ ਲਾਏ ਤਉ ਸੱਚ ਲਾਗੇ, ਸਾਚੇ ਕੇ ਵਿਵਹਾਰੀ। ਜਿਹੜੇ ਸੱਚੇ ਦੇ ਵਿਵਹਾਰੀ ਹੈਗੇ, ਜਿਨ੍ਹਾਂ ਨੇ ਵਿਹਾਜਣਾ ਹੈਗਾ, ਜਿਨ੍ਹਾਂ ਨੇ ਆਹ ਧਨ ਵਿਹਾਜਣ ਵਾਸਤੇ ਜਿਹੜੇ ਤਿਆਰ ਹੈਗੇ, ਦਿਲੋਂ ਤਿਆਰ ਹੈਗੇ, ਸੱਚੇ ਦੇ ਵਿਵਹਾਰੀ। ਮਾਲਕ ਨੇ ਜੱਜ ਕਰ ਲੈਣਾ ਹੈ। ਮਾਲਕ ਦੇ ਕੋਲ ਮਾਲਕ ਤਾਂ ਆਪਣੇ ਅੰਦਰ ਦੀ ਜਾਣਦਾ। ਅੰਦਰ ਮਾਲਕ ਹੀ ਤਾਂ ਹੈ, ਅੰਦਰ ਆਤਮਾ। ਉਹਨੇ ਉਸੇ ਵੇਲੇ ਦੇਖ ਲੈਣਾ ਵੀ ਇਹ ਬੰਦਾ ਜਿਹੜਾ ਹੈਗਾ ਇਹ ਤਾਂ ਜਿਹੜਾ ਹੈਗਾ ਖਚਰਾ ਹੈਗਾ। ਇਹਦੇ ਮੂੰਹ 'ਤੇ ਹੋ ਰਿਹਾ ਅਤੇ ਅੰਦਰ ਕੁਛ ਹੋ ਰਿਹਾ। ਤਾਂ ਜਿਹੜਾ ਸਾਚੀ ਵਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ, ਤਾਂ ਆਪਾਂ ਭੰਡਾਰ ਤੱਕ ਪਹੁੰਚ ਸਕਦੇ ਹਾਂ ਭਾਈ। ਇਹ ਮਾਲਕ ਪਰਮਾਤਮਾ ਦੀ ਗੇਮ ਹੈਗੀ। ਆਪੇ ਦਹਿ ਦਿਸ ਆਪ ਚਲਾਵੇ। ਆਪ ਚਲਾਉਂਦਾ ਹੈ ਦਸਾਂ ਦਿਸ਼ਾਵਾਂ ਦੇ ਵਿੱਚ। 10 ਦਿਸ਼ਾਵਾਂ ਬਣਾਈਆਂ ਮਾਲਕ ਪਰਮਾਤਮਾ ਨੇ ਮਾਇਆ ਦੀਆਂ। ਆਪ ਨੇਚਲ ਹੈ ਵਪਾਰੀ, ਆਪ ਨੇਚਲ ਹੈ। ਔਰ ਜਿਹੜਾ ਵਪਾਰ ਕਰਦਾ ਉਹ ਵੀ ਨੇਚਲ ਹੋ ਜਾਏਗਾ। ਨੇਚਲ ਹੋ ਕੇ ਹੀ ਵਪਾਰ ਹੋਣਾ ਹੈ। ਨੇਚਲ ਹੋਣ ਵਾਸਤੇ ਹੀ ਵਪਾਰ ਹੋਣਾ ਹੈ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਢਾਰੀ। ਮਨ ਬੈਲ ਹੈਗਾ, ਬਹੁਤ ਹੌਲੀ ਹੌਲੀ ਤੁਰੂਗਾ। ਇਹ ਕੋਈ ਐਸਾ ਨਹੀਂ ਹੈ ਕਿ ਕਾਰ ਆ ਵੀ ਐਕਸੀਲੇਟਰ ਦਬਾਇਆ ਅਤੇ ਚੱਲ ਫਟਾਫਟ ਤੁਰ ਪਈ। ਹਵਾਈ ਜਹਾਜ਼ ਹੈਗਾ ਨਾ, ਜਾਣਾ ਬੈਲ ਕਿਵੇਂ ਤੁਰਦਾ ਹੈ? ਬੈਲ ਤਾਂ ਅੜਦਾ ਔਰ ਤੁਰਦਾ, ਅੜਦਾ ਔਰ ਤੁਰਦਾ ਹੈ ਬੈਲ। ਇਵੇਂ ਦਾ ਚੱਲਣਾ ਹੈ ਆਪਾਂ ਨੇ। ਮਨ ਕਰ ਬੈਲ ਸੁਰਤ ਕਰ ਪੈਂਡਾ। ਇਹਨੂੰ ਇੱਧਰੋਂ ਉੱਧਰੋਂ ਹਟਾਉਣਾ ਪੈਣਾ, ਖਿੱਚਣੀ ਪੈਣੀ ਇਹਦੀ ਨਕੇਲ, ਔਰ ਸੈਂਟੀ ਵੀ ਮਾਰਨੀ ਪੈਣੀ ਹੈ ਇਹਨੂੰ ਪਿਆਰ ਦੀ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਢਾਰੀ। ਗਿਆਨ ਗੋਨ ਪਰ ਢਾਰੀ, ਤਾਂ ਜਿਹੜੀ ਹੈਗੀ ਆ ਆਪਣਾ ਗਿਆਨ ਬਣਦਾ ਹੈ ਭਾਈ।
और भर जाता अपना ज्ञान। ऐसी देखो भाई, ज्ञान की आई आंधी, सबे उडानी भरम की टाटी, रहे ना माया बांधी। सारा भरम, सारा धोखा, सारा हनेरा दूर हो जाना है। माया जिहड़ी है बन्नण वाली, ये भी नहीं रहनी, ਇਹਦੇ ਬੰਧਨ खुल जाने हैं सारे माया दे। कहत कबीर सुनो रे संतो, निभही खेप हमारी। कबीर जी कहते हैं, हे साधुओ, हे संतो, इस रस्ते ते तुरन वालिओ ते नहीं तुरन वालिओ। ਜਿਹੜੇ ਖਾਲੀ ਜਿਹੜੇ ਹੈਗੇ ਬਸ ਸਵਾਦ ਲੈ ਰਹੇ ਆ, ਜਿਹੜੀ ਹੈਗੀ ਆ ਕੱਲਾ ਸਵਾਦ, ਬਸ ਉਹਨਾਂ ਨੇ ਦੁਨੀਆ ਦੇ ਜਾਣਾ ਦੁਨੀਆ ਦੇ ਵਿੱਚ ਹੀ ਆ ਕੀ ਹੋਇਆ ਜੀ, ਫਲਾਨਾ ਕੀ ਹੋਇਆ, ਸਵੇਰ ਤੋਂ ਸ਼ਾਮ ਤਾਈਂ ਜਿਹੜੇ ਹੈਗੇ ਉਹਨਾਂ ਨੇ ਦੁਨੀਆ ਦੇ ਜਿਹੜੇ ਹੈਗੇ ਇੱਥੇ ਕੀ ਹੋ ਗਿਆ, ਉੱਥੇ ਕੀ ਹੋ ਗਿਆ, ਸਾਰੀ ਦੁਨੀਆ ਦੇ ਲੜਾਈ ਝਗੜੇ ਆਪਣੇ ਦਿਮਾਗ 'ਚ ਭਰ ਲੈਣੇ ਉਹਨਾਂ ਨੇ। ਔਰ ਫਿਰ ਜਿਹੜਾ ਹੈਗਾ ਫਿਰ ਧਿਆਨ ਸਿਮਰਨ ਕਰਨਗੇ ਉਹ, ਫਿਰ ਉਹਨੂੰ ਕੱਢਣਗੇ ਕਿ ਮਨ ਕਿਵੇਂ ਖੜਾ ਹੋ ਜਾਊਗਾ, ਮਨ ਕਿਵੇਂ ਰੁਕ ਜਾਏਗਾ ਭਾਈ। कहत कबीर सुनो रे संतो, निभही खेप हमारी। इस तरीके दे नाल ਜਿਹੜੇ ਰੋਜ਼ ਜਿਹੜੇ ਹੈਗੇ ਇਹ ਇਸ ਰਸਤੇ 'ਤੇ ਜਿਹੜੇ ਹੈਗੇ ਆ ਵਣਜ ਜਿਹੜਾ ਹੈਗਾ ਨਾਮ ਵਾਲਾ ਵਣਜ, ਇਹਦਾ ਕੰਪੈਰੀਜ਼ਨ ਨਹੀਂ ਕੀਤਾ ਕਬੀਰ ਸਾਹਿਬ ਨੇ। ਕਹਿੰਦੇ ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਕਾਂਸੀ ਤਾਂਬਾ ਜਿਹੜਾ ਹੈਗਾ ਇਹਦੇ 'ਤੇ ਵੀ ਲਿਖ ਸਕਦੇ ਸੀ ਵੀ ਸੋਨੇ ਦਾ ਵਣਜ, ਹੀਰੇ ਦਾ ਵਣਜ। ਨਹੀਂ, ਨਾਮ ਹੀ ਲਿਖਿਆ ਉਹਨਾਂ ਨੇ, ਕਿਉਂਕਿ ਨਾਮ ਦੇ ਉੱਤੇ ਕੋਈ ਵੀ ਨਾਮ ਨੂੰ ਆਪਾਂ ਕੋਈ ਨਾਮ ਨੂੰ ਕੰਪੇਅਰ ਹੀ ਨਹੀਂ ਕਰ ਸਕਦੇ। ਹੀਰਾ ਵੀ ਕਹਿਤਾ ਤਾਂ ਵੀ ਜਿਹੜਾ ਨਾਮ ਨੂੰ ਛੁਟਿਆ ਦਿੱਤਾ ਆਪਾਂ ਨੇ। ਸੋਨਾ ਕਹਿਤਾ ਤਾਂ ਵੀ ਨਾਮ ਨੂੰ ਛੁਟਿਆ ਦਿੱਤਾ ਆਪਾਂ ਨੇ। ਹੁਣ ਜਿਹੜਾ ਹੈਗਾ ਇਸ ਤੋਂ ਇਹ ਮੈਂ ਪਿਛਲਾ ਸ਼ਬਦ ਕਿਉਂ ਲੈਣਾ ਪੈ ਗਿਆ, ਇਹ ਜਿਹੜਾ ਹੈਗਾ ਕਿਉਂਕਿ ਨਹੀਂ ਸਮਝ ਆਉਣਾ ਸੀਗਾ। ਸ਼ਬਦ ਜਿਹੜਾ ਹੁਣ ਕਰਨਾ ਹੈ ਆਪਾਂ ਨੇ, ਇਹ ਨਹੀਂ ਸਮਝ ਪੈਣਾ ਸੀ ਆਪਾਂ ਨੂੰ ਜੇ ਪਿਛਲਾ ਨਹੀਂ ਕਰਦੇ ਤੇ। ਰੀ ਕਲਵਾਰ ਗਵਾਰ ਮੂੜ ਮਤ, ਕਿਹਨੂੰ ਕਹਿ ਰਹੇ ਆ? ਕਲਵਾਰ ਨੂੰ ਕਹਿ ਰਹੇ ਆ, ਕੋਈ ਸ਼ਰਾਬ ਬਣਾਉਣ ਵਾਲੀ ਜਿਹੜੀ ਹੁੰਦੀ ਆ, ਗਵਾਰਨ ਉਹਨੂੰ ਕਹਿ ਰਹੇ ਕਬੀਰ ਜੀ? ਨਾ, ਕਬੀਰ ਜੀ ਆਪਾਂ ਨੂੰ ਕਹਿ ਰਹੇ ਆ ਮੂੜ ਮਤ, ਆਪਣੀ ਮੂੜ ਮਤ ਆਪਾਂ ਨਹੀਂ ਛੱਡਦੇ ਰਸਕਸ ਦੁਨਿਆਵੀ ਪਦਾਰਥ, ਇਹ ਦੁਨਿਆਵੀ ਸਵਾਦ। ਕਿੰਨਾ ਮੈਂ ਨਾ ਦੇਖੋ, ਕੱਲ ਇੱਕ ਬੱਚੀ ਸੀ ਇੱਥੇ, ਉਹਨੂੰ ਮੈਂ ਕਿਹਾ ਵੀ ਬੇਟਾ ਜਿਹੜਾ 278 ਨੰਬਰ ਹੈਗਾ ਜਿਹਦੇ ਵਿੱਚ ਕਬੀਰ ਜੀ ਨੇ ਧਿਆਨ ਸਿਮਰਨ ਕਰਵਾਇਆ ਹੈਗਾ, ਇਹ ਪੂਰੀ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਦੇ ਨਾਲ ਕਿਵੇਂ ਆਪਾਂ ਨੇ ਭਗਤੀ ਕਰਨੀ ਆ, ਉਹ ਜਿਹੜਾ ਹੈਗਾ ਉਹਦੇ ਵਿੱਚ ਕਬੀਰ ਜੀ ਦੁਆਰਾ ਦਿੱਤਾ ਗਿਆ। ਕਬੀਰ ਜੀ ਨੇ ਜਿਹੜਾ ਹੈਗਾ ਦੱਸਿਆ, ਪੂਰਾ ਖੁਲਾਸਾ ਕੀਤਾ ਹੈ, ਅਤੇ ਪਲੀਜ਼ ਇਹਨੂੰ ਸੁਣ ਲਓ। ਕੱਲ੍ਹ ਕਿਹਾ ਸੀਗਾ, ਅੱਜ ਸਵੇਰੇ ਪੁੱਛਿਆ, ਉਹ ਕਹਿੰਦੀ ਸੁਣੂੰਗੀ ਬਸ। ਇਸ ਤਰ੍ਹਾਂ ਇੰਨਾ ਜ਼ਿਆਦਾ ਜਿਹੜਾ ਹੈਗਾ। ਔਰ ਬਾਕੀ ਦੇਖ ਲਓ ਜਿਹੜੇ ਹੈਗੇ ਪੂਰਾ ਦਿਨ ਹੁੰਦਾ ਹੈ ਆਪਣੇ ਕੋਲ, ਆਪਾਂ ਜਿਹੜੇ ਹੈਗੇ ਬਸ ਇੱਥੇ ਕਹਿੰਦੀ ਜੀ ਮਾਂ ਪਿਓ ਨਾਲ ਗੱਲ ਕਰਨੀ ਆ, ਸਹੁਰਿਆਂ ਨਾਲ ਗੱਲ ਕਰਨੀ ਆ, ਇਹਦੇ ਨਾਲ ਗੱਲ ਕਰਨੀ ਆ, ਉਹਦੇ ਨਾਲ ਗੱਲ ਕਰਨੀ ਆ, ਬਸ ਇਹਦੇ ਵਿੱਚ ਜਿਹੜਾ ਉਹਦੇ ਵਾਸਤੇ ਟਾਈਮ ਹੈਗਾ, ਇਹਦੇ ਵਾਸਤੇ ਟਾਈਮ ਨਹੀਂ ਹੈ। ਬਸ ਇਸ ਤਰ੍ਹਾਂ ਦਾ ਹੈਗਾ ਭਾਈ ਆਪਣਾ। ਅੱਗੇ ਮਾਲਕ ਪਰਮਾਤਮਾ ਜਾਣਦਾ ਹੈ ਜੀ। ਇੱਕ ਕਬੀਰ ਜੀ ਜਿਹੜੇ ਹੈਗੇ ਆਪਣੀ ਮੱਤ ਨੂੰ ਕਹਿ ਰਹੇ ਆ ਕਿ ਹੇ ਮੇਰੀ ਮੱਤ, ਮੂੜ ਮੱਤ, ਇਹ ਗਵਾਰਨ ਤੂੰ ਕੀ ਕਰੀ ਜਾ ਰਹੀ ਆ, ਤੂੰ ਕੀ ਕਰੀ ਜਾ ਰਹੀ ਆ, ਤੂੰ ਕੀ ਕਰ ਰਹੀ ਆ, ਕੀ ਖੱਟੀ ਕਰ ਰਹੀ ਆ, ਤੂੰ ਕਿਹੜੀ ਮਦਰਾ ਪੀ ਰਹੀ ਆ, ਤੂੰ ਤਾਂ ਮਾਇਆ ਦੀ ਮਦਰਾ ਪੀ ਰਹੀ ਆ। ਕਲਵਾਰਨ ਗਵਾਰਨ, ਤੂੰ ਤਾਂ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹੰਕਾਰ ਮਾਇਆ ਜੋ ਦੁਨੀਆ ਦੇ ਪਦਾਰਥ ਜਿਹੜਾ ਹੈਗਾ ਇਹ ਸ਼ਰਾਬ ਪੀ ਰਹੀ ਆ। ਰੀ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਿਰਾਵੋ। ਕਹਿੰਦੇ ਮੈਂ ਨਹੀਂ ਹੁਣ ਤੈਨੂੰ ਪੀਣ ਦੇਣੀ, ਨਾ ਮੈਂ ਨਹੀਂ ਹੁਣ ਪ੍ਰਾਣ ਸ਼ਕਤੀ ਜਿਹੜੀ ਹੈਗੀ ਹੈ ਮੂਲਾਧਾਰ ਚੱਕਰ ਦੇ ਉੱਥੋਂ ਡਾਇਰੈਕਟ ਜਿਹੜੀ ਹੈ ਮੈਂ ਨਹੀਂ ਇਹ ਦਸਾਂ ਦਿਸ਼ਾਵਾਂ ਦੇ ਵਿੱਚ ਜਿਹੜੇ ਦਸਾਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੇ ਥਰੂ ਜਿਹੜਾ ਹੈਗਾ ਮੈਂ ਹੁਣ ਇਹਨੂੰ ਵੇਸਟ ਨਹੀਂ ਕਰਨ ਦੇਣਾ, ਨਾ ਬਹੁਤ ਹੋ ਗਿਆ। ਰੀ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਿਰਾਵੋ। ਮੈਂ ਤਾਂ ਉੱਪਰ ਲੈ ਕੇ ਜਾਊਂਗਾ, ਇਹ ਪ੍ਰਾਣ ਸ਼ਕਤੀ ਨੂੰ ਉੱਪਰ ਲੈ ਕੇ ਜਾਊਂਗਾ, ਉੱਪਰ ਉਲਟਾ ਦੂੰਗਾ, ਥੱਲਿਓਂ ਉੱਪਰ ਲੈ ਕੇ ਜਾਊਂਗਾ, ਥੱਲਿਓਂ ਬੰਦ ਕਰੂੰਗਾ। ਰੀ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਿਰਾਵੋ ਲਿਖਿਆ ਆ, ਮੈਂ ਫਿਰਾਊਂਗਾ,
ਮੈਂ ਨਹੀਂ ਹੁਣ ਜਿਹੜਾ ਹੈਗਾ ਜਾਣ ਦਿੰਦਾ ਇਹਨੂੰ। ਮਨ ਮਤਵਾਰ ਮੇਰ ਸਰ ਪਾਠੀ, ਕਹਿੰਦੇ ਉੱਪਰ ਦਸਮ ਦੁਆਰ ਤੇ ਮਿਹਰ ਦੇ ਵਿੱਚ, ਕਰਾਊਨ ਚੱਕਰ ਦੇ ਵਿੱਚ ਉੱਥੇ ਭੱਠੀ ਹੈਗੀ। ਉੱਥੇ ਅਸਲੀ ਜਿਹੜੀ ਹੈ ਨਾਮ ਦੀ ਭੱਠੀ ਹੈ, ਅੰਮ੍ਰਿਤ ਦੀ ਭੱਠੀ ਹੈਗੀ। ਰੇ ਮਨ ਮਤਵਾਰ, ਉਹਦੇ ਵਿੱਚ ਮਨ ਨੂੰ ਮਸਤੀ ਲਿਆ ਦੂੰਗਾ, ਮਨ ਮਸਤ ਹੋ ਜਾਏਗਾ ਉਹਦੇ ਵਿੱਚ। ਮਨ ਮਤਵਾਰ ਮੇਰ ਸਰ ਪਾਠੀ, ਮੇਰ ਕਹਿੰਦੇ ਉੱਪਰ, ਮੇਰ ਸਰ ਪਾਠੀ, ਉੱਪਰ ਦਸਮ ਦੁਆਰ ਕਹਿੰਦੇ ਭੱਠੀ ਹੈਗੀ ਉੱਥੇ। ਵਿਚਾਰ ਬੰਦ ਕਰੋ, ਉੱਪਰ ਭੱਠੀ ਆ ਜਾਏਗੀ। ਵਿਚਾਰ ਕੀ ਹੈ? ਇਹ ਸੰਸਾਰ ਦੇ ਸਵਾਦ, ਪਦਾਰਥ, ਰਸਕਸ ਜੋ ਵੀ ਹੈ, ਇਹੀ ਵਿਚਾਰ ਹੈ। ਹੋਰ ਕੀ ਹੈ ਵਿਚਾਰ? ਮਨ ਮਤਵਾਰ ਮੇਰ ਸਰ ਪਾਠੀ, ਅੰਮ੍ਰਿਤ ਧਾਰ ਚੁਆਵੋਂ, ਅੰਮ੍ਰਿਤ ਦੀ ਧਾਰਾ ਕਹਿੰਦੇ ਚੁਆਊਂਗਾ ਮੈਂ ਤਾਂ ਭਾਈ। ਕਿਵੇਂ? ਬੋਲੋ ਭਈਆ ਰਾਮ ਕੀ ਦੁਹਾਈ। ਬਸ हे ਮੇਰੇ ਮਨ, ਲੱਗ ਜਾ, ਸ਼ੁਰੂ ਹੋ ਜਾ ਹੁਣ ਤੂੰ ਧਿਆਨ ਸਿਮਰਨ ਤੇ। ਉਹ ਰਾਮ ਦੀ ਦੁਹਾਈ ਪਾਉਣੀ ਸ਼ੁਰੂ ਕਰ ਦੇ। ਮਾਲਕ ਪਰਮਾਤਮਾ ਵੱਲ ਨੂੰ ਯਾਤਰਾ ਸ਼ੁਰੂ ਕਰ ਦੇ, ਆਪਣੀ ਆਤਮਾ ਵੱਲ ਨੂੰ ਯਾਤਰਾ ਸ਼ੁਰੂ ਕਰ ਦੇ। ਆਤਮ ਗਿਆਨ ਹੈਗਾ ਇਹ, ਆਤਮ ਗਿਆਨ ਲੈ ਕੇ ਔਰ ਯਾਤਰਾ ਕਰ। ਕੱਲਾ ਗਿਆਨ ਜਿਹੜਾ ਹੈਗਾ ਇਹਨੂੰ ਨਾ ਟਣਕਾਈ ਜਾ। ਬੋਲੋ ਭਈਆ ਰਾਮ ਕੀ ਦੁਹਾਈ, ਦੁਹਾਈ ਪਾ, ਮਾਲਕ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦਾ ਵਿਚਾਰ ਲੈ। ਬਸ ਸਿਰਫ ਪਰਮਾਤਮਾ ਦੇ ਉੱਤੇ, ਨਾਮ ਦੇ ਉੱਤੇ ਕੇਂਦਰਿਤ ਹੋ ਜਾ। ਬੋਲੋ ਭਈਆ ਰਾਮ ਕੀ ਦੁਹਾਈ, ਇੱਥੋਂ ਸ਼ੁਰੂ ਕਰ। ਪੀਵੋ ਸੰਤ ਸਦਾ ਮਤ ਦੁਰਲਭ, ਆਇਆ ਦੁਰਲਭ ਮਤ। ਇਹ ਗੁਰੂ ਦੀ ਮਤ ਹੈਗੀ, ਦੁਰਲਭ ਹੈ, ਬਹੁਤ ਰੇਅਰ ਹੈ, ਕੋਈ ਲੈਂਦਾ ਨਹੀਂ ਇਸ ਮਤ ਨੂੰ। ਪਰ ਸੰਤੋ ਤੁਸੀਂ ਤਾਂ ਲੈ ਲਓ ਨਾ, ਤੁਸੀਂ ਤਾਂ ਸਾਧਨਾ ਕਰਨ ਵਾਲੇ ਹੋ। ਤੁਸੀਂ ਤਾਂ ਆਪਣੇ ਆਪ ਨੂੰ ਕਹਿੰਦੇ ਹੋ ਅਸੀਂ ਜਿਹੜੇ ਹੈਗੇ, ਅਸੀਂ ਤਾਂ ਵੱਖਰੇ ਹੈਗੇ, ਅਸੀਂ ਤਾਂ ਜਿਹੜੇ ਹੈਗੇ ਧਾਰਮਿਕ ਹੈਗੇ ਆ। ਅਸੀਂ ਤਾਂ ਦੇਖੋ ਸਾਰੇ ਜਣੇ ਆਪਣੇ ਗਰੁੱਪ 'ਚ ਆਉਣੇ, ਆਪਾਂ ਤਾਂ ਜਿਹੜੇ ਆ ਮਤ ਲੈ ਲਈਏ, ਕਿਉਂਕਿ ਆਪਾਂ ਤਾਂ ਇਸੇ ਵਾਸਤੇ ਆਉਣੇ ਆ, ਰੋਜ਼ ਆਉਣੇ ਆ। हे संतो, हे साधुओं, हे अभ्यासियों, पीवो संत सदा मत दुर्लभ, सहज ये प्यास बुझाई। सहज ਦੇ ਨਾਲ ਇਹ ਪਿਆਸ ਬੁੱਝ ਜਾਣੀ ਹੈ ਭਾਈ, सहज ਦੇ ਨਾਲ ਹੀ ਪਿਆਸ ਬੁੱਝ ਜਾਣੀ ਹੈ। ਰਹਾਓ ਪੈ ਵਿੱਚ ਪਾਓ, ਪਾਏ ਕੋ ਬੂਝੈ, ਹਰ ਰਸ ਪਾਵੈ ਭਾਈ। ਇਹ ਜਿਹੜੀ ਯਾਤਰਾ ਕਰਨੀ ਹੈ ਪਰਮਾਤਮਾ ਦੇ ਭੈ ਦੇ ਵਿੱਚ ਕਰਨੀ ਹੈ। ਇਹ ਭੈ ਮਾਲਕ ਦਾ ਡਰ ਹੋਏ, ਮਾਲਕ ਦੇ ਅੱਗੇ ਝੁਕ ਜਾਓ, ਮਾਲਕ ਦੇ ਅੱਗੇ ਬੇਨਤੀ ਕਰੋ, ਮਾਲਕਾ ਮੈਂ ਤੇਰੇ ਵੱਲ ਆਉਣਾ ਚਾਹੁੰਦਾ, ਮੇਰੀ ਮਦਦ ਕਰ, ਮੈਨੂੰ ਗਿਆਨ ਦੇ। ਭੈ ਵਿੱਚ ਭਾਵ ਕਹਿੰਦੇ ਆ ਪਿਆਰ, ਪਰਮਾਤਮਾ ਦਾ ਪਿਆਰ ਤੇ ਭਰੋਸਾ। ਭਾਵ ਵਰਡ ਟਿਪੀਕਲ ਹੈ ਗੁਰੂ ਨਾਨਕ ਦੇਵ ਜੀ ਦਾ। ਭੈ ਤੇ ਐਤਬਾਰ, ਇਸ ਗੱਲ ਤੇ, ਇਸ ਬਚਨਾਂ ਦੇ ਉੱਤੇ ਭਰੋਸਾ, ਇਹਨੂੰ ਕਹਿੰਦੇ ਭਾਵ, ਵਿਸ਼ਵਾਸ। ਭੈ ਵਿੱਚ ਭਾਵ, ਪਾਏ ਕੋ ਬੂਝੈ। ਪਾਏ ਕਹਿੰਦੇ ਆ ਭਾਵਨਾ, ਸੱਚੀ ਭਾਵਨਾ ਹੋਣੀ ਚਾਹੀਦੀ ਅੰਦਰ। ਭੈ ਵਿੱਚ ਭਾਵ, ਪਾਏ ਕੋ ਬੂਝੈ, ਕੋ ਟਾਵੇਂ ਜਿਹੜੇ ਬੁੱਝਦੇ ਇਸ ਗੱਲ ਨੂੰ। ਹਰ ਰਸ ਪਾਵੇ ਭਾਈ, ਬਸ ਜਿਹੜਾ ਬੁੱਝ ਗਿਆ ਉਹ ਚਾਲੂ ਹੋਰ ਸ਼ੁਰੂ ਹੋ ਜਾਊਗਾ। ਉਹ ਥੋੜੀ ਨਾ ਦੇਰ ਕਰੂਗਾ, ਕੀ ਪਤਾ ਆਪਣਾ ਕਦੋਂ ਜਿਹੜਾ ਹੈਗਾ ਆਪਣਾ ਜਿਹੜਾ ਸਮਾਂ ਖਤਮ ਹੋ ਜਾਣਾ। ਉਹ ਤਾਂ ਹਰ ਰਸ ਤੱਕ ਪਹੁੰਚ ਜਾਏਗਾ। ਹਰ ਰਸ ਪਾਵੇ ਭਾਈ, ਇਹ ਭਰਾਵਾ ਉਹ ਤਾਂ ਹਰ ਰਸ ਪਾਏਗਾ, ਅੰਮ੍ਰਿਤ ਪੀ ਲਏਗਾ, ਦੁਬਾਰਾ ਨਹੀਂ ਆਏਗਾ ਜੂਨਾਂ ਦੇ ਵਿੱਚ। ਔਰ ਅੰਮ੍ਰਿਤ ਕਿੱਥੇ ਆ ਮਹਾਰਾਜ ਜੀ? ਕਿਹਦੇ ਵਿੱਚ ਆ? ਕਿਸਦੇ ਕੋਲ ਹੈਗਾ? ਜੇ ਤੇ ਘਟ ਅੰਮ੍ਰਿਤ ਸਭ ਹੀ ਮੈਂ, ਭਾਵੈ ਤਿਸੈ ਪਿਆਈ। ਕਹਿੰਦੇ ਸਾਰਿਆਂ ਦੇ ਵਿੱਚ ਅੰਮ੍ਰਿਤ ਹੈਗਾ, ਸਾਰਿਆਂ ਦੇ ਵਿੱਚ ਅੰਮ੍ਰਿਤ ਹੈਗਾ। ਜੇ ਤੇ ਘਟ ਅੰਮ੍ਰਿਤ ਸਭ ਹੀ ਮੈਂ, ਭਾਵੈ ਤਿਸੈ ਪਿਆਈ। ਕਹਿੰਦੇ ਜਿਹਨੂੰ ਅੰਮ੍ਰਿਤ ਚਾਹੀਦਾ ਆ, ਜਿਹੜਾ ਚਾਹੁੰਦਾ ਆ, ਉਹਨੂੰ ਕਹਿੰਦੇ ਆ, ਉਹਨੂੰ ਅੰਮ੍ਰਿਤ ਪਿਆ ਦਿੰਦਾ ਹੈ ਮਾਲਕ ਪਰਮਾਤਮਾ। ਜੇਤੇ ਘਟ ਅੰਮ੍ਰਿਤ ਸਭ ਹੀ ਮੈਂ, ਭਾਵੈ ਜਿਹਨੂੰ ਭਾਵ ਜਿਹੜਾ ਚਾਹੁੰਦਾ ਆ, ਜਿਹੜਾ ਇਸ ਰਸਤੇ ਤੇ ਤੁਰਨਾ ਚਾਹੁੰਦਾ ਹੈ। ਇਹ ਕੋਈ ਸਿੰਪਲ ਜਿਹੜਾ ਹੈਗਾ ਬਾਟ ਨਹੀਂ ਹੈਗੀ, ਇਹ ਕੋਈ GT ਰੋਡ ਤਾਂ ਹੈ ਹੀ ਨਹੀਂ, ਬਾਟ ਵੀ ਨਹੀਂ ਹੈਗੀ ਬਈ ਸਿੱਧੀ ਪਗਡੰਡੀ ਤੇ ਤੁਰੇ ਜਾਓ, ਟੇਢੀ ਮੇਢੀ ਪਗਡੰਡੀ ਵੀ ਨਹੀਂ ਹੈਗੀ। ਇਹ ਜਿਹੜੀ ਹੈਗੀ ਇਹ ਔਖਾ ਰਸਤਾ ਹੈਗਾ, ਇਹ ਔਖਾ ਰਸਤਾ ਹੈਗਾ। ਇੱਥੇ ਝਾੜੀਆਂ ਚੁੱਕਣੀਆਂ ਪੈਣੀਆਂ, ਪਾਸੇ ਕਰਨੀਆਂ ਪੈਣੀਆਂ, ਝਾੜੀਆਂ ਪੱਥਰ ਹਟਾਉਣੇ ਪੈਣੇ ਆ। ਜੇ ਤੇ ਘਟ ਅੰਮ੍ਰਿਤ ਸਭ ਹੀ ਮੈਂ,
ਭਾਵੈ ਤਿਸੈ ਪਿਆਈ। ਨਗਰੀ ਇੱਕ ਨੌ ਦਰਵਾਜ਼ੇ ਧਾਵਤ ਬਰਜ ਰਹਾਈ। ਕਹਿੰਦੇ ਇੱਕੋ ਹੀ ਨਗਰ ਹੈ ਇਸ ਸਰੀਰ ਦੇ ਵਿੱਚ। ਇਹ ਅੰਮ੍ਰਿਤ ਪੀ ਸਕਦੇ ਹਾਂ ਆਪਾਂ ਮਨੁੱਖਾ ਸਰੀਰ ਦੇ ਅੰਦਰ। 9 ਦਰਵਾਜ਼ੇ ਹੈਗੇ, ਉਹਦੇ ਥਰੂ ਜਿਹੜਾ ਹੈਗਾ ਇਹ ਅੰਮ੍ਰਿਤ ਲੁੱਟਿਆ ਜਾ ਰਿਹਾ ਆ। ਉਹ ਦਰਵਾਜ਼ਿਆਂ 'ਤੇ ਪਹਿਰਾ ਲਾਉਣਾ ਪਊਗਾ ਆਪਾਂ ਨੂੰ। ਉਹ ਦਰਵਾਜ਼ਿਆਂ 'ਤੇ ਜਾਣੋ, ਮਨ ਨੂੰ ਰੋਕਣਾ ਪੈਣਾ ਹੈ। ਇਹ ਸੁਰਤ ਨੂੰ ਉਸ ਦਰਵਾਜ਼ਿਆਂ ਦੇ ਥਰੂ ਜਾਣੋ, ਰੋਕਣਾ ਪੈਣਾ ਹੈ। 9 ਨਗਰੀ ਇੱਕ ਹੈ, 9 ਦਰਵਾਜ਼ੇ ਧਾਵਤ ਬਰਜ ਰਹਾਈ। ਧਾਵਤ ਕਹਿੰਦੇ ਦੌੜਦੇ ਆ। ਮਨ ਜਿਹੜਾ ਹੈਗਾ ਦੌੜ ਰਿਹਾ ਸੁਰਤ ਦੇ ਪਿੱਛੇ। ਕਹਿੰਦੇ ਇਹਨੂੰ ਵਰਜਣਾ ਪੈਣਾ ਭਾਈ, ਇਹ ਦੌੜਦੇ ਨੂੰ ਇਹਨੂੰ ਰੋਕਣਾ ਪੈਣਾ, ਇਹਨੂੰ ਵਾਚ ਕਰਨਾ ਪੈਣਾ ਹੈ। ਜਿਵੇਂ ਜਿਹੜਾ ਹੈਗਾ ਕੋਈ ਪਿਓ ਬੈਠਾ ਕੰਮ ਕਰ ਰਿਹਾ ਆਪਣਾ, ਔਰ ਬੱਚਾ ਹੌਲੀ ਦੇਣੀ, ਉਹਨੇ ਜੁੱਤੀ ਵੀ ਹੱਥ ਫੜੀ ਹੋਈ ਹੈ, ਚੱਲਿਆ ਚੁੱਪ ਕਰਕੇ ਪਿਓ ਦੇ ਪਿੱਛੇ ਪੈਰ ਪੋਲੇ ਪੋਲੇ ਪੈਰ ਲਾ ਕੇ ਤੇ ਦਰਵਾਜ਼ੇ 'ਤੇ ਪਹੁੰਚਿਆ। ਪਿਓ ਕਹਿੰਦਾ ਕਿੱਧਰ, ਆ ਜਾ ਵਾਪਸ। ਮਹਾਰਾਜ ਬਾਣੀ ਕਹਿੰਦੀ ਹੈ ਮਨ ਰੇ ਕਹਾਂ ਚਲੋ ਰਹੋ ਘਰੇ। ਟਿਕ ਕਹਿੰਦੇ ਇੱਥੇ ਆ ਕੇ, ਕਿੱਧਰ ਨੂੰ ਤੁਰਿਆ ਹੈ। ਨਗਰੀ ਇੱਕ ਹੈ, 9 ਦਰਵਾਜ਼ੇ ਧਾਵਤ ਬਰਜ ਰਹਾਈ। ਤ੍ਰਿਕੁਟੀ ਛੂਟੈ 10ਵਾਂ ਦਰ ਖੁੱਲ੍ਹੈ ਤਾਂ ਮਨ ਖੀਵਾ ਪਾਈ। ਬਸ ਜੇ ਇਸ ਤਰ੍ਹਾਂ ਵਰਜਿਆ, ਮਨ ਨੂੰ ਅਵਗਣ ਕਰਨ ਤੋਂ ਪਹਿਲਾਂ ਹੀ ਵਰਜਤਾ, ਤੇ ਫਿਰ 10ਵੇਂ ਦੁਆਰ ਵੱਲ ਨੂੰ ਪ੍ਰਾਣ ਜਾਣਗੇ, ਪ੍ਰਾਣ ਸ਼ਕਤੀ ਜਾਏਗੀ ਤੇ ਖੁੱਲ੍ਹ ਜਾਏਗਾ 10ਵਾਂ ਦੁਆਰ। ਸਹਿਜ ਦੇ ਨਾਲ ਖੁੱਲ੍ਹੇਗਾ, ਸਹਿਜ ਦੇ ਨਾਲ, ਕਾਲਾ ਨਹੀਂ ਵਗਣਾ। ਬਸ ਰੋਜ਼ ਇਹ ਕੰਮ ਕਰਨਾ ਹੈ, ਆਪਣੇ ਆਪ ਮਾਲਕ ਮਿਹਰ ਕਰੇਗਾ। ਏਕਮ ਜੀ ਤੁਸੀਂ ਕੀ ਪ੍ਰੈਜ਼ੈਂਟ ਕਰੀ ਜਾ ਰਹੇ ਹੋ ਜੀ? ਤ੍ਰਿਕਟੀ ਛੂਟ ਹੈ 10ਵਾਂ ਦਰ ਖੁੱਲ੍ਹੇ ਤਾਂ ਮਨ ਖੀਵਾ ਭਾਈ। ਤਾਂ ਮਨ ਜਿਹੜਾ ਹੈਗਾ ਖੀਵਾ ਹੋ ਜਾਏਗਾ, ਤਾਂ ਮਨ ਜਿਹੜਾ ਹੈਗਾ ਮਸਤੀ ਦੇ ਵਿੱਚ ਆ ਜਾਏਗਾ। ਤਾਂ ਮਨ ਦੇ ਵਿੱਚ ਜਿਹੜਾ ਹੈਗਾ ਇਹ ਅੰਮ੍ਰਿਤ ਦਾ ਜਿਹੜਾ ਹੈਗਾ ਇਹ ਅੰਮ੍ਰਿਤ ਦਾ ਨਸ਼ਾ ਹੋ ਜਾਏਗਾ, ਔਰ ਹਮੇਸ਼ਾ ਵਾਸਤੇ ਜਿਹੜਾ ਹੈ। ਤ੍ਰਿਕੁਟੀ ਛੂਟੇ ਦਾ ਮਤਲਬ ਕੀ? ਤ੍ਰਿਕੁਟੀ ਛੂਟੇ ਜਿਹੜਾ ਹੈਗਾ 3 ਗੁਣੀ ਮਾਇਆ, ਤਮੋ ਰਜੋ ਸਤੋ, ਇਹਦੇ ਵਿੱਚ ਹੀ ਆਪਾਂ ਗਤੀ ਕਰ ਰਹੇ ਹਾਂ। ਪ੍ਰਕਿਰਤੀ ਦੇ ਵਿੱਚ, ਇਹ ਜਿਹੜੇ ਆਕਾਰ ਦੇ ਵਿੱਚ, ਪਦਾਰਥਾਂ ਦੇ ਵਿੱਚ, ਇਹ ਸਾਰੀ ਤ੍ਰਿਕੁਟੀ ਹੈਗੀ। ਤ੍ਰਿਕੁਟੀ ਛੂਟੇ 10ਵਾਂ ਦਰ ਖੁੱਲ੍ਹੈ ਤਾਂ ਮਨ ਖੀਵਾ। ਖੀਵਾ ਕਹਿੰਦੇ ਤਾਂ ਮਨ ਮਸਤੀ ਦੇ ਵਿੱਚ ਆ ਜਾਏਗਾ, ਤਾਂ ਰਾਜਾ ਹੋ ਜਾਏਗਾ, ਤਾਂ ਹਾਥੀ ਹੋ ਜਾਏਗਾ, ਮਨ ਮਸਤ ਮੈਗਲ ਹੋ ਜਾਏਗਾ ਭਾਈ, ਪੂਰਾ ਰੱਜ ਜਾਏਗਾ। ਉਹਦੇ ਵਰਗਾ ਕੋਈ ਨਹੀਂ ਹੈਗਾ, ਬਾਦਸ਼ਾਹ ਬਣ ਜਾਏਗਾ, ਬਾਦਸ਼ਾਹ। ਤ੍ਰਿਕੁਟੀ ਛੂਟੈ 10ਵਾਂ ਦਰ ਖੁੱਲ੍ਹੈ ਤਾਂ ਮਨ ਖੀਵਾ ਪਾਈ। ਅਬ ਹੈ ਪਦ ਪੂਰ ਤਾਪ ਤਹਿ ਨਾਸੇ। ਇੱਥੇ ਜਿਹੜੇ ਹੈਗੇ ਤਿੰਨੋਂ ਤਾਪ, ਆਦਿ ਵਿਆਦੀ ਉਪਾਦੀ, ਸਾਰੇ ਦੂਰ ਹੋ ਜਾਂਦੇ। ਅਭੈ ਹੋ ਜਾਂਦਾ ਇਨਸਾਨ, ਕੋਈ ਭੈ ਹੀ ਨਹੀਂ ਹੈ ਮਾਇਆ ਦਾ। ਕੋਈ ਕਿਸੇ ਕਾਮ ਕ੍ਰੋਧ ਲੋਭ ਮੋਹ ਕਰ ਬੈਠਿਆ, ਬਸ ਜਿਵੇਂ ਕੋਈ ਕਿਸੇ ਦੇ ਪਾਲਤੂ ਕੁੱਤੇ ਹੁੰਦੇ ਬੈਠੇ, ਆਰਾਮ ਨਾਲ ਟਿਕ ਕੇ ਬੈਠੇ ਹੋਏ ਮਾਲਕ ਦੇ ਚਰਨਾਂ ਦੇ ਵਿੱਚ। ਅਭੈ ਪਦ ਪੂਰ ਤਾਪ ਤਹਿ ਨਾਸੇ। ਇੱਥੇ ਜਿਹੜੇ ਹੈਗੇ ਇਸ ਜਗ੍ਹਾ 'ਤੇ ਕਹਿੰਦੇ ਆ ਤਾਂ ਜਾ ਕੇ ਕਾਮ ਕ੍ਰੋਧ ਲੋਭ ਮੋਹ ਕਾਰ ਜਿਹੜੇ ਹੈਗੇ ਇਹਨਾਂ ਨੇ ਕਾਬੂ ਦੇ ਵਿੱਚ ਆਉਣਾ ਹੈ। ਜਦ ਤੱਕ ਜਿਹੜੇ ਆਪਾਂ ਇਹ ਵਿਚਾਰ ਮੰਡਲ ਕ੍ਰਾਸ ਨਹੀਂ ਕਰਦੇ, ਤਦ ਤੱਕ ਆਪਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਤਾਉਂਦੇ ਆ। ਔਰ ਜਿਹੜੇ ਹੈਗੇ ਇਹ ਕਾਲਕ ਵੀ ਤਦ ਤੱਕ ਹੀ ਹੈ। ਮਨ ਜਿਹੜਾ ਹੈਗਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਤਦ ਤੱਕ ਜਿਹੜਾ ਹੈਗਾ ਮਨ ਨੂੰ ਮੈਲ ਲੱਗੀ ਹੈ, ਤਦ ਤੱਕ ਆਪਾਂ ਲੇਖੇ ਦੇ ਵਿੱਚ ਹੈਗੇ। ਜਦ ਆਪਾਂ ਵਿਚਾਰ ਮੰਡਲ ਕ੍ਰਾਸ ਕਰ ਗਏ, ਲੇਖਾ ਵੀ ਖਤਮ, ਕਾਲਕ ਵੀ ਖਤਮ, ਔਰ ਜਿਹੜਾ ਹੈਗਾ ਇਹ 3 ਤਾਪ ਵੀ ਚਲੇ ਗਏ, ਔਰ ਤ੍ਰਿਕੁਟੀ ਵੀ ਛੁੱਟ ਗਈ। ਅਬ ਹੈ ਪਦ ਪੂਰ ਤਾਪ ਤਹਿ ਨਾਸੇ ਕਹਿ ਕਬੀਰ ਵਿਚਾਰੀ। ਕਬੀਰ ਜੀ ਆਹ ਵਿਚਾਰ ਦੇ ਰਹੇ ਭਾਈ, ਦੇਖ ਲੈ, ਕਹਿੰਦੇ ਬਹੁਤ ਗੂੜਾ ਗਿਆਨ ਦੇਦਾ ਪਿਆਰਿਆ, ਇਸ ਤੋਂ ਉੱਪਰ ਮੈਂ ਤੈਨੂੰ ਕੁਛ ਨਹੀਂ ਦੇ ਸਕਦਾ। ਹੇ ਮੇਰੇ ਮਨਾ, ਲੈਣਾ ਹੈ ਲੈ ਲਾ, ਨਹੀਂ ਤਾਂ ਤੇਰੀ ਮਰਜ਼ੀ, ਅੱਖੇ ਖਾਣੀ ਹੈ ਖਾਈ ਜਾ। ਅਬ ਹੈ ਪਦ ਪੂਰ ਤਾਪ ਤਹਿ ਨਾਸੇ ਕਹਿ ਕਬੀਰ ਵਿਚਾਰੀ। ਉਬਟ ਚਲਨ ਤੇ ਇਹੋ ਮਦ ਪਾਇਆ ਜੈਸੇ ਖੋਂਦ ਖੁਮਾਰੀ। ਬਸ ਇਹ ਮਦ, ਇਹ ਨਸ਼ਾ, ਇਹ ਨਸ਼ਾ ਮਿਲਣਾ ਹੈ ਉਬਟ ਦੇ ਉੱਤੇ। ਉਬਟ ਕਹਿੰਦੇ ਆ ਬਹੁਤ ਹੀ ਔਖਾ ਰਸਤਾ, ਬੱਟ ਨਹੀਂ ਹੈ। ਬਾਕੀ ਦੁਨੀਆ ਦੀ ਜਿਹੜੇ ਨਸ਼ੇ ਕਰਨੇ ਆ, ਦੁਨੀਆ ਦੇ ਪਦਾਰਥ, ਦੁਨੀਆ ਦੇ ਰਸਕਾ ਲੈਣੇ ਆ, ਬੜੇ ਮੋਕਲੇ ਜਿਹੜੇ ਹੈਗੇ, ਬੜਾ ਉੱਥੇ ਕੋਈ ਕੁਛ ਕਰਨ ਦੀ ਲੋੜ ਹੀ ਨਹੀਂ ਪੈਂਦੀ। ਬਸ ਆਟੋਮੈਟਿਕਲੀ ਜਿਹੜੇ ਹੈਗੇ ਉਹ ਡਾਊਨਫਾਲ ਤਾਂ
ਸਕਿੰਟ 'ਚ ਆ ਜਾਂਦਾ ਹੈ ਭਾਈ। ਪਰ ਆਹ ਜਿਹੜਾ ਉੱਪਰ ਨੂੰ ਚੜ੍ਹਨਾ ਜਿਹੜਾ ਹੈਗਾ ਔਖਾ ਕੰਮ ਹੈਗਾ, ਇਹਦੇ 'ਚ ਬਹੁਤ ਜ਼ੋਰ ਲੱਗਦਾ ਹੈ ਭਾਈ। ਇਹ ਬਾਟ ਹੈਗੀ, ਉਬਟ, ਇਹ ਪੱਧਰਾ ਰਸਤਾ ਨਹੀਂ, ਬੱਟ ਕਹਿੰਦੇ ਬਾਟ। ਬੱਟ ਕੋਈ ਜੱਟ ਦੀ ਬੱਟ ਨਹੀਂ ਹੈ, ਬੱਟ ਮਤਲਬ ਬਾਟ ਰਸਤਾ। ਉਬਟ ਚਲਨ ਤੇ ਇਹ ਮਦ ਪਾਇਆ ਜੈਸੇ ਖੋਂਦ ਖੁਮਾਰੀ। ਇਸ ਤਰ੍ਹਾਂ ਆਇਆ ਭਾਈ ਅਸਲੀ ਨਸ਼ਾ। ਇਹ ਕਦੀ ਉਤਰਦਾ ਹੀ ਨਹੀਂ ਹੈ, ਕਦੀ ਉਤਰਦੇ ਨਹੀਂ, ਹਮੇਸ਼ਾ ਖੁਮਾਰ ਦੇ ਵਿੱਚ, ਮਸਤੀ ਦੇ ਵਿੱਚ ਰਹਿੰਦਾ। ਨਾ ਕੋਈ ਵੀ ਇਨਸਾਨ ਨੂੰ ਕੋਈ ਕਿਸੇ ਕਿਸਮ ਦਾ ਵਿਚਾਰ ਹੈ ਹੀ ਨਹੀਂ, ਚਿੰਤਾ ਕਾਹਦੀ ਹੈ। ਦੇਖੋ ਜਿਹੜਾ ਇਨਸਾਨ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਹੈਗਾ, ਉਹਦੀ ਮਸਤੀ ਤਾਂ ਕੋਈ ਬਿਆਨ ਹੀ ਨਹੀਂ ਕਰ ਸਕਦਾ। ਗੋਰਖੀ ਸਾਹਿਬ ਮਾफ़ ਕਰਨਾ, ਸ਼ਬਦ ਪੂਰਾ ਹੋ ਗਿਆ। ਇਹ ਬਹੁਤ ਜ਼ਰੂਰੀ ਸੀਗਾ ਦੋਨੋਂ ਜਿਹੜੇ ਹੈਗੇ ਕੰਬਾਈਨ ਕਰਕੇ ਆਪਾਂ ਜਿਹੜਾ ਹੈਗਾ ਦਾ ਗਿਆਨ ਲਈਏ। ਅਤੇ ਹੁਣ ਜਿਹੜਾ ਹੈਗਾ ਇਹਦਾ ਤੁਸੀਂ ਜਿਹੜਾ ਇਹਦਾ ਨਿਚੋੜ ਦਿਓ ਸਾਨੂੰ। ਰੀ ਕਲਵਾਰ ਗਵਾਰ ਮੂੜ ਮਤ, ਉਲਟੋ ਪਵਨ ਫਿਰਾਵੋਂ। ਮਨ ਮਤਵਾਰ ਮੇਰ ਸਰ ਪਾਠੀ, ਅੰਮ੍ਰਿਤ ਧਾਰ ਚੁਆਵੋਂ। ਕਲਵਾਰ ਅਤੇ ਗਵਾਰ ਕਿਹਾ ਆਪਣੀ ਮੱਤ ਨੂੰ, ਕਹਿੰਦੇ ਉਲਟਾ, ਹੁਣ ਮੈਂ ਉਲਟਾ ਦੇਣਾ ਤੈਨੂੰ। ਹੁਣ ਨਹੀਂ ਮੈਂ ਤੈਨੂੰ ਇਹ ਜਿਹੜਾ ਹੈਗਾ ਮੂਲਾਧਾਰ ਚੱਕਰ ਤੋਂ ਗਤੀ ਕਰਨ ਦੇਣੀ, ਹੁਣ ਥੱਲੇ ਨੂੰ, ਹੁਣ ਮੈਂ ਉੱਪਰ ਨੂੰ ਲੈ ਕੇ ਜਾਣਾ। ਉਲਟੋ ਮਨ ਨੂੰ ਉਲਟੇ ਪਾਸੇ ਲੈ ਕੇ ਜਾਣਾ, ਯੂ ਟਰਨ ਲੈ ਲੈਣਾ। ਇਹ ਪਵਨ ਜਿਹੜੀ ਹੈਗੀ, ਸਵਾਸ ਜਿਹੜੇ ਹੈਗੇ, ਪ੍ਰਾਣ ਸ਼ਕਤੀ ਜਿਹੜੀ ਹੈਗੀ, ਇਹਨੂੰ ਮੈਂ ਇਹ ਦਸਮ ਦੁਆਰ ਵੱਲ ਲੈ ਕੇ ਜਾਣਾ ਆ। ਅਤੇ ਉਸ ਜਗ੍ਹਾ 'ਤੇ ਅੰਮ੍ਰਿਤ ਰਸ ਆਏਗਾ, ਅੰਮ੍ਰਿਤ ਦੀ ਧਾਰ ਆ ਜਾਏਗੀ, ਮਨ ਮਤਵਾਲਾ ਹੋ ਜਾਏਗਾ। ਮੇਰ ਸਰ ਦੇ ਵਿੱਚ ਜਿਹੜੀ ਭੱਠੀ ਹੈਗੀ ਆ, ਉਸ ਦੇ ਵਿੱਚੋਂ ਜਿਹੜਾ ਹੈਗਾ ਅੰਮ੍ਰਿਤ ਰਸ ਆਏਗਾ ਅਤੇ ਉਹ ਚੋਣ ਲੱਗ ਜਾਏਗਾ। ਮਨ ਮਤਵਾਰ ਮੇਰ ਸਰ ਪਾਠੀ, ਅੰਮ੍ਰਿਤ ਧਾਰ ਚੁਆਵੋਂ। ਹਾਂਜੀ ਵੀਰ ਜੀ। ਠੀਕ ਹੈ ਜੀ। ਸਾਧ ਸੰਗਤ ਜੀ, ਜਿਹੜੀ ਆਪਾਂ ਕੱਲ ਵਿਚਾਰ ਕੀਤੀ ਸੀ, ਉੱਤੇ ਕਬੀਰ ਜੀ ਨੇ ਆਪਾਂ ਨੂੰ ਬੜੀ ਸਿੱਧੀ ਭਾਸ਼ਾ 'ਚ ਸਮਝਾਇਆ ਕਿ ਕੁਝ ਬੰਦੇ ਏਦਾਂ ਦੇ ਹੁੰਦੇ ਨੇ, ਉਹਨਾਂ ਦੇ ਜੀਵਨ ਦਾ ਮਕਸਦ ਹੁੰਦਾ ਹੈ ਕੇਵਲ ਪੈਸਾ ਪ੍ਰਾਪਤ ਕਰਨਾ, ਪਦਾਰਥ ਪ੍ਰਾਪਤ ਕਰਨੇ, ਧਨ ਦੇ ਪਿੱਛੇ ਹੀ ਸਾਰਾ ਜੀਵਨ ਨਸ਼ਟ ਕਰ ਲੈਂਦੇ। ਅੰਗ ਨੰਬਰ 1123, 1123 ਅੰਗ ਨੰਬਰ ਪੁੱਛ ਰਹੇ ਜੀ, 1123। ਕੋਈ ਨਹੀਂ, ਕੋਈ ਹਾਂਜੀ। ਤੇ ਉਹ ਕੀ ਕਰਦੇ ਆ ਕਿ ਆਪਣੇ ਜੀਵਨ ਦਾ ਸਾਰਾ ਸਮਾਂ ਉਸ ਚੀਜ਼ ਲਈ ਨਸ਼ਟ ਕਰ ਦਿੰਦੇ ਨੇ ਜਿਹੜੀ ਕੇਵਲ ਸਾਡੇ ਬਾਹਰੀ ਸਰੀਰ ਦੀ ਜ਼ਰੂਰਤ ਆ, ਨਾ ਕਿ ਸਾਡੇ ਸੂਖਮ ਸਰੀਰ ਦੀ ਜ਼ਰੂਰਤ। ਇਹਦਾ ਮਤਲਬ ਇਹ ਨਹੀਂ ਕਿ ਕਬੀਰ ਜੀ ਖੁਦ ਕੰਮ ਨਹੀਂ ਕਰ ਰਹੇ, ਉਹ ਖੁਦ ਸੂਤ ਕੱਤ ਰਹੇ ਨੇ, ਪਰ ਸੂਤ ਦੇ ਨਾਲ ਨਾਲ ਉਹਨਾਂ ਉਸ ਕੰਮ ਨੂੰ, ਕਾਰਜ ਨੂੰ ਵੀ ਬੜੀ ਸਫਲਤਾ ਦੇ ਨਾਲ ਪੂਰਾ ਕੀਤਾ ਤੇ ਸਾਨੂੰ ਦੱਸ ਕੇ ਗਏ ਕਿ ਮੈਂ ਬੈਲੈਂਸ ਕਰਕੇ ਚੱਲਿਆ, ਘਰ ਦਾ ਤਿਆਗ ਨਹੀਂ ਕੀਤਾ, ਵਿਆਹ ਵੀ ਕਰਾਇਆ, ਬੱਚੇ ਪੈਦਾ ਕੀਤੇ, ਬੱਚਿਆਂ ਨੂੰ ਵੀ ਜੋ ਮੇਰੀ ਜ਼ਿੰਮੇਵਾਰੀ ਸੀ, ਜੋ ਮੇਰੀ ਡਿਊਟੀ ਸੀ, ਨਿਭਾਈ। ਮੈਂ ਆਪਣਾ ਜੀਵਨ ਵੀ ਸਹੀ ਦਿਸ਼ਾ ਵੱਲ ਚਲਾਇਆ। ਫਿਰ ਉਹ ਕਹਿੰਦੇ ਨੇ ਕਿ ਇਹ ਰਸਤਾ ਵੀ ਇੰਨਾ ਆਸਾਨ ਨਹੀਂ ਹੈ। ਮੈਂ ਨਹੀਂ ਕਹਿੰਦਾ ਕਿ ਬੜਾ ਸੌਖਾ ਹੈ, ਪਰ ਤੁਸੀਂ ਸ਼ੁਰੂ 'ਚ ਇਹ ਸੋਚ ਲਓ ਕਿ ਕਬੀਰ ਜੀ ਨੇ ਕਹਿਤਾ ਤੇ ਬੜਾ ਆਸਾਨ ਆ, ਤੇ ਮੁੜ ਕੇ ਤੁਹਾਨੂੰ ਕੱਲ ਨੂੰ ਥੋੜੀ ਜਿਹੀ ਸਾਧਨਾ ਕਰਨੀ ਪਵੇ, ਥੋੜਾ ਜੀਵਨ ਦਾ ਜਿਹੜਾ ਉਤਾਰ ਚੜਾਵ ਆਉਣ, ਤੇ ਫਿਰ ਤੁਸੀਂ ਕਹੋ ਕਿ ਰਸਤਾ ਬੜਾ ਔਖਾ ਹੈ, ਇੱਥੇ ਤੇ ਬਹੁਤ ਸਖਤ ਹੈਗਾ ਸਾਰਾ ਕੰਮ। ਇਸ ਲਈ ਕਹਿੰਦੇ ਕਿ ਜਿਹੜੀ ਪਹਾੜੀ ਮੈਂ ਚੜ ਰਿਹਾ, ਔਖੀ ਘਾਟੀ ਹੈ ਉਚਾਈ ਵੱਲ, ਕਿਉਂਕਿ ਉਹ ਕਹਿੰਦੇ ਨੇ ਕਿ ਨਿਵਾਣ ਦੇ ਵੱਲ ਕਿਸੇ ਚੀਜ਼ ਨੂੰ ਲੈ ਕੇ ਜਾਣਾ ਬਹੁਤ ਆਸਾਨ ਆ, ਪਰ ਆਪ ਜੀ ਖੁਦ ਹੀ ਸਿਆਣੇ ਜੋ ਕਿਸੇ ਚੀਜ਼ ਨੂੰ ਉੱਪਰ ਚੜ੍ਹਨਾ ਜਾਂ ਖੁਦ ਚੜ੍ਹਨਾ ਮੁਸ਼ਕਿਲ ਹੈ। ਨਿਵਾਣ ਵੱਲ ਤੇ ਜ਼ੋਰ ਲਾਉਣ ਦੀ ਲੋੜ ਨਹੀਂ ਤੁਹਾਨੂੰ, ਤੁਸੀਂ ਗੋਲੀ ਵਾਂਗੂ ਜਾਣਾ, ਕੁਛ ਵੀ ਕਰਨ ਦੀ ਲੋੜ ਨਹੀਂ। ਤੁਸੀਂ ਇੱਕ ਉੱਚੀ ਪਹਾੜੀ ਤੇ ਚੱਲ ਜਾਓ, ਉਹਦੇ ਰਾਹ ਦੇ ਵਿੱਚ ਜਾ ਕੇ ਆਪ ਆਪਣੀ ਗੱਡੀ ਨੂੰ ਜਾਂ ਆਪਣੇ ਸਾਈਕਲ ਨੂੰ ਥੱਲੇ ਵੱਲ ਮੋੜ, ਤੁਹਾਨੂੰ ਕੋਈ ਸ਼ਕਤੀ ਲਾਉਣ ਦੀ ਲੋੜ ਨਹੀਂ, ਤੁਹਾਨੂੰ ਕੋਈ ਪੈਂਡਲ ਮਾਰਨ ਦੀ ਲੋੜ ਨਹੀਂ, ਆਪਣੇ ਆਪ ਹੀ ਤੁਹਾਨੂੰ ਥੱਲੇ ਲਿਆਉਣਾ। ਗੋਰਕੀ ਸਾਹਿਬ, ਇੱਕ ਕੰਮ ਕਰਨ ਦੀ ਲੋੜ ਹੈ, ਆਪਾਂ ਨੂੰ ਬ੍ਰੇਕਾਂ ਮਾਰਨ ਦੀ ਲੋੜ ਹੈਗੀ। ਦੇਖੋ ਕਿੰਨੀ ਤੇਜ਼ੀ ਨਾਲ ਜਾਂਦੇ ਆ ਆਪਾਂ,
मुंह फुट जाएगा, मुंह फुट जाएगा, शरीर सारा खत्म हो जाएगा। देख लो इन्नी तेजी है ਉਹਦੇ ਵਿੱਚ। ਹਾਂ ਤੇ ਇਹ ਸੰਸਾਰ ਹੀ ਆ, ਜੇ ਤੇ ਤੁਸੀਂ ਡਿੱਗਣਾ ਵਾ ਫਿਰ ਤੇ ਕੁਝ ਕਰਨ ਦੀ ਲੋੜ ਹੀ ਨਹੀਂ। ਤੁਸੀਂ ਆਪਣੇ ਆਪ ਹੀ ਡਿੱਗ ਜਾਣਾ, ਗੋਲੀ ਘੋਣਾ ਤੇ, ਪਰ ਉਹ ਚੀਜ਼ ਚੰਗੀ ਨਹੀਂ ਹੈਗੀ। ਉਹ ਤੇ ਫਿਰ ਕਹਿੰਦੇ ਨੇ ਹਮ ਦੇਖਦੇ ਤੈ ਡੁੱਬੇ ਵਾਲੇ। ਹਾਂ ਮੈਂ ਦੇਖ ਰਿਹਾ ਡੁੱਬ ਰਹੇ ਨੇ ਵਿਚਾਰੇ। ਬਿਲਕੁਲ ਦੇਖਦੇ ਤੇ ਲੋਕਾਂ ਨੂੰ ਤੇ ਕਹਿੰਦੇ, ਲੋਕੀ ਤੇ ਕਹਿੰਦੇ ਵੇਖ ਬਈ ਚਰਨਜੀਤ ਨੇ ਕਿੱਡੀ ਵੱਡੀ ਕੋਠੀ ਪਾ ਲਈ। ਉਹ ਕਹਿੰਦੇ ਚਰਨਜੀਤ ਕੋਠੀ ਨਾ ਵੇਖ, ਚਰਨਜੀਤ ਨੇ ਕੀਮਤ ਕਿੱਡੀ ਵੱਡੀ ਦੇਤੀ ਆ। ਬਹੁਤ ਵਧੀਆ, ਬਹੁਤ ਵਧੀਆ। ਇਹ ਨਾ ਵੇਖ ਚਰਨਜੀਤ ਦੇ ਪੱਲੇ ਕੀ ਹੈ, ਚਰਨਜੀਤ ਕੰਗਾਲ ਕਿੱਡਾ ਵੱਡਾ ਹੈ। ਕਿੱਡਾ ਵੱਡਾ ਕੰਗਾਲ, ਇਹ ਸਾਰਾ ਕੋਈ ਦਾਅ ਤੇ ਲਾਤਾ ਤੇ ਗੰਦਮੰਦਾ ਖਰੀਦ ਲਿਆ। ਤੁਹਾਨੂੰ ਕੋਈ ਦੇ ਦੇ ਕੋਈ ਹੀਰਾ ਤੇ ਤੁਸੀਂ ਤੇ ਗੰਦਮੰਦ ਖਰੀਦ ਲਿਆਓ। ਤੁਹਾਨੂੰ ਕੋਈ ਕਹੂਗਾ ਬੜਾ ਸਿਆਣਾ ਕੰਮ ਕੀਤਾ ਬਈ ਇਹਨੇ ਬੰਦੇ ਨੇ, ਕਿੱਡਾ ਵਧੀਆ ਕੰਮ ਕੀਤਾ ਜੀ, ਹੀਰੇ ਹੈਗੇ ਸੀ, ਹੀਰਾ ਵੇਚਤਾ ਤੇ ਆਪ ਕੱਚ ਖਰੀਦ ਲਿਆ। ਤੇ ਧਰਮਰਾਜ ਨਹੀਂ ਵਧੀਆ ਬਾਬਾ, ਧਰਮਰਾਜ ਜਿਹੜਾ ਹੈਗਾ ਤੁਹਾਨੂੰ ਸਰੋਪਾ ਦਊਗਾ ਫਿਰ ਜੂਨਾਂ ਦੇ ਵਿੱਚ ਭੇਜੂ। ਉਹ ਵਪਾਰੀ ਆ। ਹੁਣ ਤੁਸੀਂ ਬਾਹਰ ਜਾ ਕੇ ਵੇਖੋ ਕਿੱਦਾਂ ਪਾਗਲਖਾਨਾ ਦੁਨੀਆ ਤੇ, ਇਹ ਦੁਨੀਆ ਪਾਗਲ ਹੋਈ ਪਈ ਹੈ। ਵਿਚਾਰਿਆਂ ਨੂੰ ਪਤਾ ਹੀ ਬੱਚੇ ਹੀ ਫਿਰਦੇ, ਬੱਚੇ ਹੀ ਫਿਰਦੇ। ਇਹ ਤੇ ਥੋੜਾ ਜਿਹਾ ਹੀ ਕੰਮ ਆ, ਮੈਨੂੰ ਲੱਗਦਾ 40-50 ਸਾਲ ਤੋਂ ਹੀ ਹੋਰ ਰੁਕ ਜਾਓ, ਇੱਥੇ ਧਰਤੀ ਤੇ ਬਣਨਾ ਕੀ ਆ। ਇੰਨਾ ਰੌਲਾ ਵੱਜ ਜਾਣਾ, ਰੌਲਾ ਕਾਹਦਾ, ਪਾਗਲਪਨ ਵੱਜ ਜਾਣਾ ਮੇਰੇ ਹਿਸਾਬ ਨਾਲ। ਆਉਣ ਵਾਲਾ ਸਮਾਂ ਨਿੱਜਰ ਸਾਹਿਬ ਬਹੁਤ ਜ਼ਿਆਦਾ ਮੈਨੂੰ ਸਾਦਾ ਭਿਅੰਕਰ ਹੈ। ਆਉਣ ਵਾਲਾ ਸਮਾਂ ਮਾਲਕ ਨੇ ਆ ਵੀ ਤਾਂ ਖੋਲਤਾ ਨਾ ਗੋਰਖੀ ਸਾਹਿਬ, ਆ ਗਿਆਨ ਵੀ ਤਾਂ ਖੁੱਲੀ ਜਾ ਰਿਹਾ ਹੈ ਨਾਲ ਨਾਲ, ਇੱਧਰ ਵੀ ਤਾਂ ਮਾਲਕ ਕਰ ਰਿਹਾ ਹੈ। ਨਹੀਂ ਗਿਆਨ ਤੇ ਖੋਲ ਰਿਹਾ ਨਾ, ਬਾਹਰ ਦੀ ਦੁਨੀਆ ਦੀ ਮੈਂ ਗੱਲ ਕਰਦਾ। ਬਾਹਰ ਦੇਖੋ ਕਿ ਤੁਸੀਂ ਆਉਣ ਵਾਲੇ, ਮੈਨੂੰ ਲੱਗਦਾ ਕਿ ਆ ਜਿਹੜਾ ਮੈਂ ਸਮਾਂ ਵੇਖ ਲਿਆ, ਤੁਸੀਂ ਚਲ ਬਹੁਤ ਜ਼ਿਆਦਾ ਵੇਖ ਲਿਆ। 43 ਸਾਲ ਮੇਰੀ ਉਮਰ ਹੈ। 43 ਸਾਲ ਦੇ ਵਿੱਚ ਇੰਨਾ ਜ਼ਿਆਦਾ ਟੈਕਨੋਲੋਜੀ ਵੱਧ ਗਈ ਹੈ, ਇੰਨੀ ਜ਼ਿਆਦਾ ਵੱਧ ਗਈ ਆ, ਮੈਂ ਖੁਦ ਕਈ ਵਾਰੀ ਸੋਚ ਕੇ ਹੈਰਾਨ ਹੋ ਤੇ ਮੈਨੂੰ ਲੱਗਦਾ ਕਿ ਇਸ ਟਾਈਮ ਅੰਮ੍ਰਿਤਸਰ ਚ ਨਿੱਜਰ ਸਾਹਿਬ ਸੜਕ ਤੇ ਨਾ ਗੱਡੀਆਂ ਨਹੀਂ ਚਲਾਉਣਾ ਤੇ ਜਗ੍ਹਾ ਨਹੀਂ ਹੈਗੀ। ਬਿਲਕੁਲ, ਇੱਕ ਮਤਲਬ ਤੁਸੀਂ ਲੰਘ ਨਹੀਂ ਸਕਦੇ। ਜੇ ਕੋਈ ਰਾਹ 1 ਮਿੰਟ ਲਈ ਬੰਦ ਹੋ ਗਿਆ ਨਾ, ਮੇਰੇ ਹਿਸਾਬ ਨਾਲ 4-5 ਘੰਟੇ ਸੜਕ ਬਲੌਕ ਰਹੋ। 1 ਮਿੰਟ ਲਈ ਤੁਸੀਂ ਉਹ ਟ੍ਰੈਫਿਕ ਬੰਦ ਕਰ ਦੋ ਤੇ ਉਸ ਤੋਂ ਬਾਅਦ 4-5 ਘੰਟੇ ਗੱਡੀਆਂ ਨੂੰ ਸੈਟਲ ਹੋਣ ਲਈ ਲੱਗਣਾ। ਔਰ ਆਉਣ ਵਾਲੇ ਸਮੇਂ ਚ ਗੱਡੀਆਂ ਮੈਨੂੰ ਲੱਗਦਾ ਜਾਣੀਆਂ ਪਤਾ ਨਹੀਂ ਕਿੱਥੇ। ਇੰਨੀ ਦੁਨੀਆ ਇੰਨੀ ਜ਼ਿਆਦਾ ਮਤਲਬ ਉਹ ਵੱਧ ਰਹੀ ਆ। ਠੀਕ ਹੈ ਜੀ। ਅੱਛਾ, ਇਹਦੇ ਵਿੱਚ ਕੀ ਹੋ ਗਿਆ ਕਿ ਲੋਕਾਂ ਚ ਸਬਰ ਨਹੀਂ ਹੈਗਾ, ਲੋਕ ਬੇਸਬਰੇ ਹੁੰਦੇ ਜਾ ਰਹੇ, ਕਿਉਂਕਿ ਹਰ ਕੋਈ ਚਾਹੁੰਦਾ ਕਿ ਮੈਂ ਉੱਡ ਕੇ ਚੱਲ ਜਾਂ ਤੇ ਜਾਣਾ ਪਤਾ ਨਹੀਂ ਕਿੱਥੇ ਆ। ਇਹ ਵੀ ਇੱਕ ਸਵਾਲ। ਠੀਕ ਹੈ ਜੀ, ਆਪਾਂ ਕਥਾ ਤੇ ਵਾਪਸ ਆਉਂਦੇ ਹਾਂ। ਕੱਲ ਦੀ ਕਥਾ ਦੇ ਵਿੱਚ ਇਹ ਸਮਝਾਇਆ ਗਿਆ ਸੀ ਕਿ ਵਪਾਰ ਕਰਨ ਵਾਸਤੇ ਜਿਹੜੇ ਬੰਦੇ ਨੇ ਆਪਣੀ ਇੱਛਾ ਪ੍ਰਗਟ ਕੀਤੀ ਹੈ ਉਹਨੇ ਉਹ ਵਪਾਰ ਕਰਨਾ ਹੈ। ਹੁਣ ਜੇ ਤੁਹਾਡੇ ਜੀਵਨ ਚ ਤੁਸੀਂ ਵੇਖੋ ਤੁਹਾਡੀ ਲਿਸਟ ਚ ਕਿਹੜਾ ਕਿਹੜਾ ਕੰਮ ਹੈਗਾ, ਜੇ ਜ਼ਿੰਦਗੀ ਚ ਪੈਸਾ ਕਮਾਉਣਾ ਸਭ ਤੋਂ ਉੱਪਰਲੀ ਲਿਸਟ ਚ ਹੈ ਤੇ ਤੁਸੀਂ ਪੈਸਾ ਹੀ ਕਮਾਓ। ਤੇ ਜੇ ਨਾਮ ਤੁਹਾਡੀ ਜ਼ਿੰਦਗੀ ਚ ਲਿਸਟ ਚ ਨਹੀਂ ਹੈਗਾ ਤੇ ਤੁਸੀਂ ਉਧਰ ਨਹੀਂ ਜਾਣਾ। ਸਿੱਧੀ ਗੱਲ, ਦੋ ਹੀ ਗੱਲਾਂ। ਇਹਦੇ ਵਿੱਚ ਕੋਈ ਲਾਡ ਨਹੀਂ ਆ, ਕੋਈ ਪਿਆਰ ਨਹੀਂ ਆ। ਜੇ ਨਹੀਂ ਹੈਗਾ ਤੇ ਕਿੱਥੋਂ ਆ ਜਾਊਗਾ? ਕੋਈ ਤਰੀਕਾ ਹੈਗਾ? ਜਿਹੜੀ ਚੀਜ਼ ਬੀਜੀ ਨਹੀਂ ਤੁਸੀਂ ਕਿੱਥੋਂ ਆਊਗੀ? ਔਰ ਇਹ ਚੀਜ਼ ਤੇ ਮੈਂ ਵੀ ਦੇਖ ਕੇ ਬਹੁਤ ਹੈਰਾਨ ਹੁੰਦਾ। ਗ੍ਰੰਥਾਂ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਸਮਝਾਇਆ ਗਿਆ। ਮਨੁੱਖ ਕੀ ਚਾਹੁੰਦਾ ਹੈ ਕਿ ਧਾਰਮਿਕ ਹੋਣੇ ਨੂੰ ਪਹਿਲੀ ਗੱਲ ਤੇ ਸਮਝਣਾ ਹੀ ਨਹੀਂ ਚਾਹੁੰਦਾ। ਉਹ ਕੇਵਲ ਲੋਕਾਂ ਦੀਆਂ ਗੱਲਾਂ ਕਰਨਾ ਚਾਹੁੰਦਾ, ਗ੍ਰੰਥ ਪੜ੍ਹਨਾ ਚਾਹੁੰਦਾ ਹੈ, ਗ੍ਰੰਥਾਂ 'ਚ ਕੀ ਲਿਖਿਆ ਹੈ ਉਹਦੇ ਬਾਰੇ ਗੋਸ਼ਟੀ ਕਰਨਾ ਚਾਹੁੰਦਾ, ਇੱਕ ਸਵਾਦ ਲੈਂਦਾ ਫਿਰਦਾ। ਬਸ ਫੀਲਿੰਗ ਲੈਂਦਾ ਹੈ, ਬਸ ਸਿਰਫ ਸਵਾਦ ਲੈਂਦਾ ਹੈ, ਸੀਰੀਅਸ ਨਹੀਂ ਹੈਗਾ। ਬਸ ਕੁਛ ਉੱਥੋਂ ਬਾਜ਼ਾਰ ਜਾਂਦਾ ਹੈ, ਮੇਕਅਪ ਖਰੀਦ ਲਿਆਂਦਾ ਹੈ, ਕੋਈ ਸਿੱਖ ਬਣ ਜਾ ਰਿਹਾ, ਕੋਈ ਹਿੰਦੂ ਬਣ ਜਾ ਰਿਹਾ, ਕੋਈ ਮੁਸਲਿਮ ਤੇ ਕੋਈ ਈਸਾਈ। ਬਾਹਰੋਂ ਮੇਕਅਪ ਹਾਰਡਲੀ 2500-2600 ਰੁਪਏ ਦੀ ਗੇਮ ਹੈਗੀ ਆ। ਤੇ ਜੇ ਤੁਸੀਂ ਵਧੀਆ ਮੇਕਅਪ ਲਿਆਉਣਾ ਚਾਹੁੰਦੇ ਜੋ 4-5 ਹਜ਼ਾਰ ਦੇ ਵਿੱਚ ਤੁਸੀਂ ਚੰਗੇ ਧਾਰਮਿਕ ਬਣ ਜਾਂਦੇ ਹੋ। ਔਰ ਲੋਕ ਤੁਹਾਨੂੰ ਸਨਮਾਨ ਵੀ ਬਹੁਤ ਦਿੰਦੇ ਆ, ਟੂ ਮਚ ਸਨਮਾਨ। ਤੁਹਾਨੂੰ ਜ਼ਿਆਦਾ ਕੁਛ ਕਹਿਣ ਦੀ ਲੋੜ ਨਹੀਂ। ਤੁਸੀਂ 2500-4000 ਰੁਪਏ ਦਾ ਸਮਾਨ ਪਾ ਕੇ ਬਾਜ਼ਾਰ ਚੱਲ ਜਾਓ, ਤੁਹਾਨੂੰ ਆਪਣੇ ਆਪ ਹੀ ਸਲੂਟ ਵੱਜਣੇ। ਕੁਛ ਕਰਨ ਦੀ ਲੋੜ ਨਹੀਂ। ਪਰ ਉਹ ਲੋਕ
ਲੋਕਾਂ ਦੇ ਵੱਜਦੇ ਨੇ, ਰੱਬ ਦਾ ਕੋਈ ਸਲੂਟ ਨਹੀਂ ਜੋ ਵੱਜਿਆ, ਕਿਤੇ ਵਹਿਮ 'ਚ ਨਾ ਪੈ ਜੇ। ਬਿਲਕੁਲ। ਔਰ ਗੋਰਖੀ ਸਾਹਿਬ, ਸਿੱਖ ਨੂੰ ਮੁਸਲਮਾਨ ਬਣਨ ਵਾਸਤੇ ਤੇ ਮੁਸਲਮਾਨ ਨੂੰ ਸਿੱਖ ਬਣਨ ਵਾਸਤੇ ਤਾਂ ਕੋਈ ਜ਼ਿਆਦਾ ਉਹ ਵੀ ਨਹੀਂ ਲੋੜ ਹੈਗੀ। ਹਾਂ, ਜ਼ਿਆਦਾ ਬਹੁਤ ਕਲੋਜ਼ ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਸਮਝ ਗਏ ਆਪਾਂ ਕਿ ਧਰਮ ਨੂੰ ਪਹਿਲਾਂ ਤਾਂ ਆਪਾਂ ਸਮਝ ਗਏ ਧਰਮ ਚਾਹੁੰਦਾ ਕੀ ਹੈ, ਤੇ ਬਾਣੀ ਚੰਗੀ ਤਰ੍ਹਾਂ ਸਮਝਾ ਰਹੀ ਹੈ, ਇਸੇ ਕਰਕੇ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਜਿਹੜਾ ਬਾਹਰੀ ਦੇਖਿਆ ਤੁਹਾਡੀ, ਇਹ ਠੀਕ ਆ, ਤੁਸੀਂ ਕਿਸੇ ਹੱਦ ਤੱਕ ਤੁਸੀਂ ਉਸ ਚੀਜ਼ ਨੂੰ, ਮੈਂ ਨਹੀਂ ਕਹਿੰਦਾ ਗਲਤ ਜੋ ਸਹੀ ਆ, ਹਰ ਇੱਕ ਮਜ਼ਹਬ ਦਾ ਇੱਕ ਕਾਸਟਿਊਮ ਹੁੰਦਾ ਹੈ, ਪਰ ਸਕੂਲ ਦੀ ਯੂਨੀਫਾਰਮ ਲੈਣ ਦੇ ਨਾਲ ਗੱਲ ਨਹੀਂ ਜੋ ਖਤਮ ਹੋ ਜਾਣੀ। ਜੇ ਤੂੰ ਯੂਨੀਫਾਰਮ ਪਾ ਕੇ ਸਮਝਦੇ ਜੋ ਕਿ ਮੇਰੀ ਸਾਰੀ ਪੜ੍ਹਾਈ ਚੜਾਈ ਕੰਪਲੀਟ ਹੋ ਗਈ ਆ, ਮੈਨੂੰ ਕੋਈ ਪੀਰੀਅਡ ਅਟੈਂਡ ਕਰਨ ਦੀ ਲੋੜ ਨਹੀਂ, ਮੈਨੂੰ ਕੋਈ ਪੇਪਰ ਦੀ ਤਿਆਰੀ ਕਰਨ ਦੀ ਲੋੜ ਨਹੀਂ, ਇਹਦੇ ਵਿੱਚ ਨੁਕਸਾਨ ਕਿਸੇ ਦਾ ਨਹੀਂ, ਨੁਕਸਾਨ ਤੇ ਮੇਰਾ ਹੈ, ਕਿਉਂਕਿ ਮੈਂ ਕਾਫੀ ਵੱਡੀ ਕੀਮਤ ਦੇ ਰਿਹਾ। ਹੁਣ ਦੂਸਰੇ ਬ੍ਰਹਮ ਗਿਆਨੀ ਜੀਵਨ ਨੂੰ ਪੜ੍ਹਨ ਦੇ ਨਾਲ ਸਾਨੂੰ ਇਹ ਮਿਲ ਸਕਦਾ ਹੈ ਕਿ ਸਾਨੂੰ ਥੋੜਾ ਜਿਹਾ ਸਾਨੂੰ ਗਿਆਨ ਹੋ ਸਕਦਾ ਹੈ, ਸਾਨੂੰ ਥੋੜਾ ਆਈਡੀਆ ਮਿਲ ਸਕਦਾ ਹੈ, ਪਰ ਅਸੀਂ ਦੂਜਿਆਂ ਦਾ ਗਿਆਨ ਪੜ੍ਹੀ ਜਾਵਾਂਗੇ, ਉਹਨਾਂ ਦੇ ਜੀਵਨੀ ਪੜ੍ਹੀ ਜਾਵਾਂਗੇ, ਕਰਨਾ ਕੁਛ ਨਹੀਂ, ਤੇ ਫਿਰ ਉੱਥੋਂ ਕੀ ਪ੍ਰਾਪਤੀ ਹੋਊਗੀ ਇਹ ਆਪ ਵਿਚਾਰ ਕਰੋ। ਪਰ ਜ਼ਿਆਦਾਤਰ ਲੋਕ ਇਸੇ ਚੱਕਰ 'ਚ ਬੈਠੇ। ਧਾਰਮਿਕ ਹੋਣਾ ਪਵੇਗਾ ਸਾਨੂੰ, ਔਰ ਧਾਰਮਿਕ ਹੋਣ ਦੇ ਲਈ ਵਿਧੀ ਕੀ ਹੈ? ਭਗਤੀ। ਭਗਤੀ ਕਰੋ, ਫਿਰ ਤੁਹਾਡੇ ਜੀਵਨ 'ਚ ਆਪੇ ਧਰਮ ਆਵੇ। ਧਰਮ ਦਾ ਜਦੋਂ ਤੁਹਾਡੇ ਜੀਵਨ 'ਚ ਧਰਮ ਆ ਗਿਆ, ਫਿਰ ਤੁਸੀਂ ਧਾਰਮਿਕ ਬਣ। ਭਗਤੀ ਵੀ ਡਿਫਾਈਨ ਕਰ ਦੋ ਗੋਰਖੀ ਸਾਹਿਬ, ਭਗਤੀ ਵੀ ਡਿਫਾਈਨ ਕਰ ਦੋ। ਭਗਤੀ ਬਿਲਕੁਲ ਕਨਫਾਈਨਡ ਹੈਗੀ, ਡਿਫਾਈਨਡ ਹੈਗੀ, ਬਿਲਕੁਲ ਨੈਰੋ ਡਾਊਨ ਹੈਗੀ ਭਗਤੀ। ਹਾਂਜੀ ਹਾਂ, ਉਹ ਵੀ ਜਿਹੜਾ ਦੇਖੋ ਧਾਰਮਿਕ ਹੋਣਾ, ਭਗਤੀ ਕਰਨੀ, ਭਗਤੀ ਵੀ ਇਹ ਨਹੀਂ ਕਿ ਜਿੱਧਰ ਮਰਜੀ ਮੂੰਹ ਚੁੱਕਿਆ ਤੁਰ ਪਏ, ਇਹ ਵੀ ਚੀਜ਼ ਨੂੰ ਵਿਚਾਰ ਕਰਨੀ। ਨਿਰਗੁਣ ਬ੍ਰਹਮ ਦੀ ਭਗਤੀ ਕਰਨੀ। ਹਾਂ, ਭਗਤੀ ਦੀ ਕਰਨੀ ਪੈਣੀ, ਰੂਪ ਨਾ ਰੰਗ ਨਾ ਰੇਖ, ਇਹ ਤਿੰਨਾਂ ਚੀਜ਼ਾਂ ਤੋਂ ਪਰੇ ਬੰਦਾ ਜਿਹੜਾ ਬੈਠਾ ਹੈ ਪੁਰਸ਼ ਬੰਦਾ ਹੀ, ਮੈਂ ਕਹਿੰਦਾ ਉਹਨੂੰ, ਉਹ ਔਰਤ ਨਹੀਂ ਹੈਗਾ, ਬੰਦਾ ਹੀ ਹੈ। ਉਹ ਬੰਦਾ ਹੀ ਹੈਗਾ, ਤੇ ਜਿਹੜੇ ਉਹਦੇ ਭਗਤੀ ਕਰਦੇ ਉਹ ਵੀ ਬੰਦੇ ਹੋ ਜਾਂਦੇ ਆ। ਹਾਂ, ਉਹ ਪੁਰਸ਼ ਹੈਗਾ ਹੈ, ਉਹ ਪ੍ਰਕਿਰਤੀ ਇਸਤਰੀ ਹੈ, ਠੀਕ ਹੈ। ਇਹ ਇਸਤਰੀਆਂ ਨੂੰ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਮੈਂ ਹੁਣ ਮਰਦਿਆ ਤੇ ਮੈਂ ਕਹੀ ਜਾਵਾਂ ਕਿ ਉਹ ਬੰਦਾ ਵਾ। ਇਹ ਵੀ ਨਾ ਲੈ ਲਿਓ, ਕਿਉਂਕਿ ਹੁੰਦਾ ਨਾ ਕਿ ਅਗਲੇ ਸੋਚਦੇ ਆ ਕਿ ਜਨਾਨੀ ਕਿਉਂ ਨਹੀਂ ਰੱਬ। ਠੀਕ ਹੈ, ਪਰ ਪ੍ਰਕਿਰਤੀ ਔਰਤ ਆ, ਜਿਹੜਾ ਪੁਰਸ਼ ਆ ਚੇਤਨ ਆ ਉਹ ਮਰਦ ਆ, ਉਹ ਫੀਮੇਲ ਨਹੀਂ ਹੈਗਾ, ਮੇਲ ਹੈਗਾ। ਅੱਛਾ, ਉਹਦੇ ਵਿੱਚ ਦੇਖੋ ਧਾਰਮਿਕ ਹੋਣਾ ਮਤਲਬ ਪਤਾ ਕੀ ਜੇ? ਅਵਗੁਣਾ ਤੋਂ ਮੁਕਤ ਜੀਵਨ। ਜਿਹੜਾ ਬੰਦਾ ਅਵਗੁਣਾ ਤੋਂ ਮੁਕਤ ਹੋ ਜਾਂਦਾ, ਜਿਉਂਦੇ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਰਾਗ ਤੇ ਦਵੈ, ਜਿਹੜਾ ਵੀ ਬੰਦਾ ਇਹਨਾਂ ਤੋਂ ਮੁਕਤ ਹੋ ਗਿਆ ਵਾ, ਉਹੀ ਬੰਦਾ ਧਾਰਮਿਕ। ਬਾਕੀ ਕੋਈ ਧਾਰਮਿਕ ਨਹੀਂ। ਭਾਵੇਂ ਕਿਸੇ ਨੇ ਕੁਛ ਕੀਤਾ, ਭਾਵੇਂ ਕਿੰਨੀ ਮਰਜ਼ੀ ਯਾਤਰਾ ਕੀਤੀ, ਜਿੰਨੇ ਮਰਜ਼ੀ ਪਾਠ ਕੀਤੇ, ਜਿੰਨਾ ਮਰਜ਼ੀ ਦਾਨ ਕੀਤਾ, ਇਸ ਚੀਜ਼ ਦੀ ਪੁਸ਼ਟੀ ਕਰਨ ਦੇ ਲਈ ਮੈਨੂੰ ਕੁਛ ਕਹਿਣ ਦੀ ਲੋੜ ਨਹੀਂ ਹੈ। ਬਾਣੀ ਖੁਦ ਇਸ ਗੱਲ ਦੀ ਤਸਦੀਕ ਕਰਦੀ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ, ਬਾਣੀ ਇਹਦੀ ਤਸਦੀਕ ਕਰਦੀ ਆ, ਔਰ ਇਹ ਅਵਗੁਣਾ ਤੋਂ ਮੁਕਤ ਹੋਣਾ ਹੀ ਭਗਤੀ ਹੈਗੀ, ਇਹਨਾਂ ਤੋਂ ਮੁਕਤ ਹੋਣਾ ਹੀ ਭਗਤੀ ਹੈਗੀ। ਹਾਂਜੀ ਵੀਰ ਜੀ। ਜਪ ਤਪ ਤੇ ਜਿਹੜਾ ਸੰਜਮ ਆ, ਇਹਦਾ ਮਤਲਬ ਹੀ ਅਵਗੁਣਾ ਤੋਂ ਮੁਕਤੀ ਹੈ। ਜਪ ਤਪ ਕਰਨਾ, ਤਪ ਦਾ ਮਤਲਬ ਤਪਾਉਣਾ। ਤਪ ਦਾ ਮਤਲਬ ਕੀ ਹੈ? ਇੱਕ ਆੜ ਆ, ਜਿੱਦਾਂ ਕਿਸਾਨਾਂ ਨੂੰ ਪਤਾ ਹੈ, ਉਹ ਪਾਣੀ ਲਾਉਂਦਾ ਖੇਤ ਨੂੰ, ਉਹਨੂੰ ਪਾਣੀ ਚਾਹੀਦਾ ਅੱਗੇ। ਹੁਣ ਆੜ ਦੇ ਵਿੱਚ ਛੇਕ ਹੋ ਰਹੇ ਨੇ, ਟੁੱਟ ਭੱਜ ਰਹੀ ਆ, ਉਹਨੂੰ ਰਿਪੇਅਰ ਕਰਨਾ ਹੀ ਤਪੱਸਿਆ ਹੈ, ਤਪ ਹੈ, ਮਿਹਨਤ ਕਰਨੀ। ਕਿਸਾਨ ਕਿੱਦਾਂ ਕਈ ਲੈ ਕੇ ਵੇਖੇ ਲੋ, ਉਹ ਖਾਲ ਦੇ ਦੁਆਲੇ ਘੁੰਮਦਾ ਰਹਿੰਦਾ, ਉਹਨੂੰ ਪਤਾ ਹੈ ਪਾਣੀ ਲਾਉਣਾ ਹੈ, ਪਾਣੀ ਉੱਥੇ ਪਹੁੰਚਣਾ ਜ਼ਰੂਰੀ ਹੈ, ਫਸਲ ਕੋਲ ਪਾਣੀ ਜਾਣਾ ਜ਼ਰੂਰੀ ਆ। ਇਸ ਕਰਕੇ ਉਹ ਬੜੀ ਬਿੜਕ ਰੱਖਦਾ ਹੈ, ਬੜੀ ਨਜ਼ਰ ਰੱਖਦਾ ਹੈ ਕਿ ਇਹ ਪਾਣੀ ਮੇਰਾ ਲੀਕ ਨਾ ਹੋ ਜਾਏ। ਤੇ ਅਸੀਂ ਤੇ ਕਿਸਾਨ ਹੀ ਏਦਾਂ ਦੇ ਹੈਗੇ ਆ, ਆਪ ਹੀ ਕਿਨਾਰੇ ਤੋੜੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ। ਬਿਲਕੁਲ, ਅਸੀਂ ਤੇ ਚਾਹੁੰਦੇ ਨਹੀਂ ਕਿ ਸਾਡੀ ਇੱਥੇ ਬੂੰਦ ਚੱਲ ਜੇ, ਅਸੀਂ ਕਹਿੰਦੇ ਜਿਹੜੀ ਅੱਗੇ ਗਈ ਉਹ ਵੀ ਇੱਧਰ ਆ ਜਾਏ। ਹਾਂ, ਏਦਾਂ ਦੇ ਕਿਸਾਨ ਹੈਗੇ ਆ ਆਪਾਂ, ਜੋ ਤਾਈਓ ਕਹਿੰਦੇ ਹਮ ਦੇਖਤੇ ਤੈ ਡੁੱਬਿਆਲੇ, ਉਹ ਡੁੱਬ ਰਹੇ ਨੇ। ਹੁਣ ਤੁਸੀਂ ਵੇਖੋ, ਕਿਤੇ ਤੁਸੀਂ ਇਤਨੀ ਕਈ ਫੜ ਕੇ ਵੱਟ ਵੱਢਣ ਦੇ, ਜੇ ਵੱਢਣ ਦੇ ਜੇ ਤੇ ਕੋਈ ਚੰਗੀ ਚੀਜ਼ ਨਹੀਂ ਹੈ। ਇਸ ਕਰਕੇ ਕੋਸ਼ਿਸ਼ ਕਰੋ,
ਜੇ ਵੱਡੀ ਵੀ ਥੋੜੀ ਬਹੁਤੀ ਉਹਨੂੰ ਬੰਦ ਕਰੋ, ਅੱਗੇ ਚੱਲੀਏ। ਅੱਗੇ ਆ ਪਰਮ ਜੀਵਨ, ਇੱਥੇ ਨਹੀਂ ਕੁਛ ਪਿਆ। ਇਹ ਸਾਡੀਆਂ ਸੰਸਾਰ ਦੀਆਂ ਜ਼ਰੂਰਤਾਂ ਨੇ। ਦੇਖੋ ਕੱਲ ਫਿਰ ਮੈਂ ਨਾਲ ਦੀ ਮੇਰੀ ਵਾਈਫ ਕਹਿੰਦੀ ਸੀ ਕਿ ਮੈਂ ਵੇਖਦੀ ਹਾਂ ਕੱਲੀ ਸਾਨੂੰ ਲੋੜ ਹੈ ਕੱਪੜੇ ਪਾਉਣ ਦੀ, ਸਾਨੂੰ ਕੁਝ ਜੁੱਤੀਆਂ ਦੀ ਲੋੜ ਆ, ਸਾਨੂੰ ਮੇਕਅਪ ਦੀ ਲੋੜ ਆ, ਸਾਨੂੰ ਸ਼ੈਂਪੂ ਲਾਉਣ ਦੀ ਲੋੜ ਆ, ਸਾਨੂੰ ਤੇਲ ਲਾਉਣ ਦੀ ਲੋੜ ਆ। ਇਹਦੇ ਜਾਨਵਰ ਜਨੂਰ ਤੇ ਕਿਤੇ ਤੇਲ ਲਾਉਂਦੇ ਹੀ ਨਹੀਂ, ਕਿਤੇ ਸ਼ੈਂਪੂ ਨਾਲ ਨਹੀਂ ਨਹਾਉਂਦੇ, ਕਿਤੇ ਉਹਨਾਂ ਕੋਲ ਬਦਬੂ ਆਉਂਦੀ ਹੈ ਨਾ। ਕੱਲਾ ਇਨਸਾਨ ਨੇ ਕਿੰਨਾ ਕੁਝ ਬਣਾਇਆ, ਔਰ ਇਹਨੂੰ ਕੱਪੜੇ ਪਾਉਣ ਦੇ ਨਾਲ ਵੀ ਮਤਲਬ ਨਹੀਂ ਆ। ਕੱਪੜੇ ਵੀ ਇਹਨੂੰ ਏਦਾਂ ਦੇ ਚਾਹੀਦੇ ਨੇ ਕਿ ਜਿਹੜੇ ਕੱਪੜੇ ਲੋਕਾਂ ਨੂੰ ਪ੍ਰਭਾਵਿਤ ਕਰਨ, ਕਿਉਂਕਿ ਬੰਦਾ ਆਪਣੇ ਆਪ ਆਇਡੈਂਟੀਫਾਈ ਕਰਦਾ ਜੇ ਕੱਪੜਿਆਂ ਦੇ ਨਾਲ। ਤੁਸੀਂ ਦੇਖਿਆ ਬੰਦਾ ਉਹ ਜੁੱਤੀ ਏਦਾਂ ਦੀ ਪਾਉਣਾ ਚਾਹੁੰਦਾ ਕਿ ਦੂਜੇ ਕੋ ਨਾ ਹੋਵੇ, ਮੇਰੇ ਕੋ ਹੋਵੇ। ਫਿਰ ਉਹ ਏਡੇ ਮਹਿੰਗੇ ਕੱਪੜੇ ਖਰੀਦਦਾ, ਹਰ ਚੀਜ਼ਾਂ ਮਹਿੰਗੀਆਂ। ਘਰ-ਬਾਰ ਵੀ ਬਣਾਉਣ ਦੇ ਪਿੱਛੇ ਮਕਸਦ ਇਹੋ ਹੀ ਆ, ਹਉਮੈ ਕਿ ਮੇਰੇ ਵਰਗੀ ਚੀਜ਼ ਕਿਸੇ ਕੋ ਨਾ ਹੋ। ਮਹਿੰਗੀ ਘੜੀ, ਹੁਣ ਮੇਰੇ ਵਰਗਾ ਕਹੂਗਾ ਕਿ ਚਲੋ ਜੀ ਰੋਲੈਕਸ ਦੀ ਘੜੀ ਲੈ ਆਉਂਦੇ, 8-10 ਲੱਖ 15 ਲੱਖ ਦੀ ਘੜੀ ਆ, ਮੈਂ ਗੁੱਟ ਤੇ ਪਾ ਕੇ ਜਾਵਾਂਗਾ ਤੇ ਕਮ ਸੇ ਕਮ ਅੰਮ੍ਰਿਤਸਰ ਦੇ ਵਿੱਚ 50 ਬੰਦਿਆਂ ਕੋ ਹੋਊਗੀ, 30 ਕੋ ਹੋਊਗੀ, ਥੋੜੀ ਸੋਭਾ ਤੇ ਮਿਲੂਗੀ ਮੈਨੂੰ। ਲੋਕ ਕਹਿਣਗੇ ਵੀ ਥੋੜਾ ਜਿਹਾ ਬੰਦਾ ਪੂਰਾ ਸਟੈਂਡਰਡ ਰੱਖਦਾ ਹੈ। ਇਸੇ ਚੱਕਰ 'ਚ ਦੁਨੀਆ ਬੈਠੀ ਹੈ। ਚੀਜ਼ ਦੀ ਜ਼ਰੂਰਤ ਨਹੀਂ ਹੈ, ਦਿਖਾਵਾ ਜ਼ਿਆਦਾ ਹੋ ਗਿਆ। ਇਸ ਕਰਕੇ ਬੰਦਾ ਨੇ ਇੱਕ ਬਹੁਤ ਨਕਲੀ ਜੀਵਨ ਬਤੀਤ ਕਰ ਰਿਹਾ। ਆਪ ਜੀ ਨੂੰ ਪਤਾ ਨਾ, ਨਿੱਜਰ ਸਾਹਿਬ ਕਹਿੰਦੇ ਨੇ ਔਰੰਗਜ਼ੇਬ ਨੇ ਇੱਕ ਫਕੀਰ, ਨੰਗਾ ਫਕੀਰ ਸੀ ਤੇ ਉਹਨੂੰ ਦੁਸ਼ਾਲਾ ਦੇਤਾ ਸੀ ਉਹਨੂੰ। ਨਿੱਜਰ ਸਾਹਿਬ ਆਪ ਸੁਣਾਉਂਦੇ ਸੀ ਗੱਲ, ਤੇ ਮੁੜ ਕੇ ਨੇ ਅੱਗ 'ਚ ਸੁੱਟਤਾ ਸੀ। ਬਿਲਕੁਲ ਬਿਲਕੁਲ ਸੀਗਾ ਜੀ ਉਹ। ਤੇ ਉਹਨੇ ਅੱਗ, ਹਾਂਜੀ ਹਾਂਜੀ, ਉਹਦਾ ਨਾਂ ਪਤਾ ਨਹੀਂ, ਸਰਵਣ ਸੀਗਾ ਕਿ ਕੀ ਸੀਗਾ ਉਹਦਾ ਨਾਂ, ਸਮਦ ਸੀਗਾ। ਹਾਂਜੀ, ਇਸ ਤਰ੍ਹਾਂ ਦਾ ਕੁਛ ਨਾਂ ਸੀਗਾ। ਹਾਂ ਉਹਨੂੰ ਹਾਂ ਚਲੋ ਨਾਂ ਤੇ ਇਹ ਸੀ ਕਿ ਉਹ ਉਸ ਬੰਦੇ ਨੂੰ ਦਿੱਤਾ। ਔਰੰਗਜ਼ੇਬ ਨੂੰ ਪਤਾ ਲੱਗਾ ਇਹ ਫਕੀਰ ਹੈਗਾ ਤੇ ਨੰਗਾ ਘੁੰਮਦਾ। ਉਹਨੂੰ ਤਾਂ ਉਹਨੇ ਔਰੰਗਜ਼ੇਬ ਨੇ ਮਰਵਾ ਦਿੱਤਾ ਸੀ ਬਾਅਦ ਵਿੱਚ ਜੀ। ਆ ਜਿਹੜਾ ਜਾਮਾ ਮਸਜਿਦ ਦੇ ਸਾਹਮਣੇ ਹੀ ਤਾਂ ਉਹਨੂੰ ਮਰਵਾਇਆ ਸੀ ਉਹਨੇ। ਆਹ ਤਾਂ ਬਸ ਉਹ ਫਕੀਰ ਦੀ ਟੈਨਸ਼ਨ ਸੀ। ਉਹ ਕਹਿੰਦਾ ਕਿ ਨੰਗਾ ਮੈਂ ਨਹੀਂ, ਨੰਗਾ ਤੂੰ। ਹਾਂ, ਤੈਨੂੰ ਨੰਗੇਜ ਟਕਣ ਦੀ ਲੋੜ ਆ। ਮੈਂ ਤਾਂ ਬਿਲਕੁਲ ਜਿਹੜਾ ਹੈਗਾ, ਮੇਰੇ ਕੋਲ ਤਾਂ ਕਾਲਕ ਹੀ ਕੋਈ ਨਹੀਂ, ਆਉਗਣ ਹੀ ਨਹੀਂ। ਮੇਰਾ ਤਨ ਨੰਗਾ ਹੈ, ਪਰ ਤੂੰ ਜੋ ਗੰਦ ਨੱਪ ਕੇ ਬੈਠਾ, ਤੇਰੀ ਗੰਦਗੀ ਇਹ ਕੱਪੜਿਆਂ ਨਾਲ ਵੀ ਢਕਣੀ ਨਹੀਂ। ਨਿੱਜਰ ਸਾਹਿਬ ਬੜੀ ਗੱਲ ਗਹਿਰੀ ਕਰ ਗਏ ਨੇ ਉਹ ਸੰਤ। ਬਹੁਤ ਬਿਲਕੁਲ ਬਹੁਤ ਵਧੀਆ। ਉਹ ਕਹਿੰਦੇ ਕਿ ਤੂੰ ਜਿਹੜੇ ਕੋਠੀਆਂ 'ਚ, ਮਕਾਨਾਂ 'ਚ, ਜਿਹੜੀਆਂ ਗੱਡੀਆਂ 'ਚ ਜਿਹੜੇ ਤੂੰ ਇੱਧਰ ਉੱਧਰ ਹੱਥ ਪੱਲੇ ਮਾਰ ਕੇ ਆਪਣੀ ਗੰਦਗੀ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹੜੇ ਦਾਨ ਪੁੰਨ ਕਰ ਰਿਹਾ, ਕਿੱਥੋਂ ਪੈਸਾ ਆ ਰਿਹਾ ਤੇਰੇ ਕੋਲ? ਤੂੰ ਆਪਣੇ ਨੂੰ ਕਹਿੰਦਾ ਮੈਂ ਬੜਾ ਵੱਡਾ ਮੁਸਲਮਾਨ ਹੈ, ਨਮਾਜ਼ ਪੜ੍ਹਦਾ ਹੈ, ਆਇਤਾਂ ਲਿਖ ਕੇ ਵੇਚਦਾ ਹੈ। ਤੂੰ ਪਖੰਡ ਕਰ ਰਿਹਾ, ਤੂੰ ਕੇਵਲ ਦਿਖਾਵਾ, ਸ਼ੋ ਆਫ। ਦੇਖੋ ਇਹ ਚੀਜ਼ ਨੂੰ ਸਮਝੋ ਪਲੀਜ਼। ਤੁਸੀਂ ਪਰਮਾਤਮਾ ਨੂੰ ਧੋਖਾ ਨਹੀਂ ਦੇ ਸਕਦੇ, ਕਿਉਂਕਿ ਜਿਹੜਾ ਤੁਹਾਡੇ ਅੰਦਰ ਬੋਲ ਰਿਹਾ ਹੈ ਨਾ, ਜਿਹੜਾ ਸੁਣ ਰਿਹਾ ਹੈ, ਇਹ ਸਭ ਆਤਮਾ ਦੇ ਕਰਕੇ ਹੀ ਹੈ। ਤੁਸੀਂ ਦੇਖ ਨਹੀਂ ਰਹੇ, ਇਹਦੇ ਪਿੱਛੇ ਸ਼ਕਤੀ ਸਾਰੀ ਆਤਮਾ ਦੀ ਹੈ। ਇਹ ਪੱਖਾ ਕਿੱਥੋਂ ਘੁੰਮਣ ਆ? ਬੱਤੀ ਕਰਕੇ। ਬਿਲਕੁਲ। ਬਾਕੀ ਤਾਂ ਜੜ ਹੈਗਾ ਜੀ, ਬਾਕੀ ਆਪਣੇ ਕੋਲ ਸਾਰਾ ਜੜ ਹੈ। ਜਿਹਨੂੰ ਆਪਾਂ ਸਮਝ ਰਹੇ ਹਾਂ, ਅਸਲੀ ਸਮਝ ਰਹੇ ਹਾਂ, ਉਹ ਸਾਰਾ ਜੜ ਹੈਗਾ। ਆਪਾਂ ਵੇਖਦੇ ਪਏ ਆ, ਪਤਾ ਨਹੀਂ ਕੌਣ ਵੇਂਦਾ ਪਿਆ ਵਾ। ਆਤਮਾ ਦੇ ਰਾਹੀਂ ਆਪਾਂ ਵੇਖ ਰਹੇ ਹਾਂ। ਆਪਾਂ ਸੁਣਦੇ ਵੀ ਆਤਮਾ ਦੇ ਰਾਹੀਂ ਆ। ਇਸ ਕਰਕੇ ਆਤਮਾ ਜਿਹੜੀ ਆ ਉਹ ਸਰਵ ਵਿਆਪਕ ਆ। ਉਹ ਸੁਣਦੀ ਹੈ, ਸਾਨੂੰ ਜਾਣਦੀ ਉਹ ਚੰਗੀ ਤਰ੍ਹਾਂ। ਮੀਟਿੰਗ ਥੋੜੀ ਕਰ ਸਕਦੇ ਤੁਸੀਂ। ਕਈ ਲੋਕ ਏਦਾਂ ਕਰਦੇ ਨੇ, ਘਰੇ ਬਾਪੂ ਘਰੇ ਬੈਠਾ ਹੁੰਦਾ ਵਿਚਾਰਾ, ਪਾਣੀ ਮੰਗਣ ਦੇ, ਉਹਨੂੰ ਕੋਈ ਪਾਣੀ ਦੀ ਰੋਟੀ ਦੀ ਦੇ ਦਿਆ। ਉੱਥੇ ਗੁਰਦੁਆਰੇ ਜਾ ਕੇ ਦੇ ਲੰਗਰ ਦੀਆਂ ਥਾਲੀਆਂ ਵੇਖਿਆ ਦਰਬਾਰ ਸਾਹਿਬ ਕਿੱਦਾਂ ਖੋ ਕੇ ਸੇਵਾ ਕਰਦੇ ਲੋਕ। ਪੀਣ ਤੋਂ ਭੱਜ ਤਾਲੀਆਂ ਨੂੰ ਗੋਰਖੀ ਸਾਹਿਬ ਪੀਣ ਤੋਂ ਪਹਿਲਾਂ ਹੀ ਮੰਗਣ ਲੱਗ ਜਾਂਦੇ ਆ। ਸੋ ਕਿਹਨੂੰ ਧੋਖਾ ਦੇ ਰਹੇ ਹੋ? ਇਸ ਕਰਕੇ ਪਲੀਜ਼ ਲਾਗੇ ਰਿਹਾ ਕਰੋ। ਬਹੁਤੇ ਉੱਡਣ ਦੀ ਲੋੜ ਨਹੀਂ। ਉੱਡੋਗੇ ਤੇ ਫਾਇਦਾ ਕੁਛ, ਨੁਕਸਾਨ ਹੀ ਹੈਗਾ ਤੁਹਾਡਾ, ਕੋਈ ਚੰਗੀ ਚੀਜ਼ ਨਹੀਂ। ਅੱਛਾ, ਫਿਰ ਆਪਾਂ ਕਥਾ ਤੇ ਵਾਪਸ ਆ ਜਾਈਏ। ਮੈਂ ਨਹੀਂ ਜੋ ਕੁਛ ਕਹਿਣ ਦਿਆ, ਇਹ ਫਿਰ ਨਕਦੇ ਸੋਚੋ ਕਿ ਚਰਨਜੀਤ ਆਪਣੇ ਕੋਲੋਂ ਗੱਪਾਂ ਮਾਰ ਦਿਆ। ਇਹ ਇੱਕ ਗੱਲ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਆ, ਔਰ ਆਪਾਂ ਨੂੰ ਪੜ੍ਹਨ ਦੀ ਲੋੜ ਪਊਗੀ। ਜੇ ਨਹੀਂ ਪੜਾਂਗੇ ਤੇ ਸਾਡਾ ਭਰਮ, ਸਾਡਾ ਗਿਆਨ ਨਹੀਂ ਦੂਰ ਹੋਵੇਗਾ। ਸਮਝਣਾ ਨਹੀਂ ਸਮਝਣਾ ਉਹ ਸਾਡੀ ਮਰਜ਼ੀ ਹੈ, ਪਰ ਬਾਣੀ ਏਦਾਂ ਹੀ ਰੌਲਾ ਪਾ ਕੇ ਸਾਨੂੰ ਸਮਝਾ ਰਹੀ ਹੈ। ਇਸ ਲਈ ਬਾਣੀ ਨੂੰ ਕਹਿ ਕੇ ਬਿਰਲਾ ਵਿਚਾਰ ਹੈ। ਬਿਲਕੁਲ ਬਿਰਲਾ ਵਿਚਾਰਦਾ ਹੈ। ਬਾਣੀ ਵਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ। ਹਾਂਜੀ ਵੀਰ ਜੀ।
ਠੀਕ ਹੈ, ਜਿਹੜਾ ਪੜ੍ਹ ਲੂਗਾ ਉਹ ਜੇ ਤਰ ਜੂਗਾ। ਹਾਂਜੀ ਠੀਕ ਹੈ ਨਜਰ ਸਾਹਿਬ, ਪਹਿਲੀ ਤੁਕ ਬੋਲੋ, ਕੀ ਕਹਿੰਦੀ ਹੈ ਬਾਣੀ ਅੱਜ ਦੇ ਦਿਨ? ਰੀ ਕਲਵਾਰ ਗਵਾਰ ਮੂੜ ਮੱਤ, ਆਪਣੀ ਮੱਤ ਨੂੰ ਕਹਿ ਰਹੀ ਹੈ ਕਿ ਤੂੰ ਕਿਹੜੀ ਸ਼ਰਾਬ ਬਣਾ ਰਹੀ ਆ, ਕਿਹੜੇ ਪਦਾਰਥਾਂ ਦੀ, ਰਸਾਂ ਕਸਾਂ ਦੀ, ਦੁਨੀਆ ਦੇ ਪਦਾਰਥ ਜਿਹੜੇ ਹੈਗੇ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਪਿੱਛੇ ਹੀ ਲੱਗੀ ਪਈ ਆ, ਇਹਨਾਂ ਦੇ ਪਿੱਛੇ ਮੇਰੇ ਪੂਰੀ ਦੀ ਪੂਰੀ ਮਨੁੱਖੀ ਸਰੀਰ ਮਿਲਿਆ ਹੈ, ਪ੍ਰਾਣ ਸ਼ਕਤੀ ਮਿਲੀ ਹੋਈ ਆ, ਇਹਨੂੰ ਇਸੇ ਦੇ ਵਿੱਚ ਪਵਨ ਨੂੰ ਲਾ ਦੇਣਾ ਸਾਰੇ ਨੂੰ, ਉਲਟੋ ਪਵਨ ਫਿਰ ਆਵੋਂ ਨਹੀਂ ਮੈਂ ਲਾਉਣ ਦੇਣਾ, ਮੈਂ ਤਾਂ ਹੁਣ ਨਹੀਂ ਇੱਧਰ ਇਹ ਟੂਟੀਆਂ ਬੰਦ ਕਰਨੀਆਂ, ਮੈਂ ਇਹਨਾਂ ਦੇ ਜਿੰਨੀ ਕੁ ਨੀਡ ਹੈ ਉਹਨਾਂ ਕੁ ਰੱਖਣਾ, ਬਾਕੀ ਸਾਰੀ ਜਿਹੜੀ ਹੈਗੀ ਪਵਨ ਜਿਹੜੀ ਹੈ ਪ੍ਰਾਣ ਸ਼ਕਤੀ ਜਿਹੜੀ ਹੈਗੀ ਇਹ ਉੱਪਰ ਲੈ ਕੇ ਜਾਣੀ ਆ, ਮੈਂ ਉਮੇਰ ਸਰ ਵੱਲ ਨੂੰ ਲੈ ਕੇ ਜਾਣੀ ਆ, ਉੱਥੇ ਭੱਠੀ ਹੈਗੀ ਆ, ਉੱਥੇ ਅੰਮ੍ਰਿਤ ਦੀ ਧਾਰ ਨਿਕਲਣੀ ਆ, ਉੱਥੋਂ ਮਨ ਮਤਵਾਰ, ਮਨ ਉਹਦੇ ਵਿੱਚ ਮਤਵਾਲਾ ਹੋਣਾ ਹੈ ਮਨ ਨੇ, ਮੇਰ ਸਰ ਪਾਠੀ ਅੰਮ੍ਰਿਤ ਧਾਰ ਚੋਂ ਆਵੋਂ, ਉੱਥੇ ਮੈਂ ਅੰਮ੍ਰਿਤ ਦੀ ਧਾਰ ਚੋਂ ਆਊਂਗਾ, ਮੈਂ ਉਹਦੇ ਵਾਸਤੇ ਜਿਹੜੀ ਹੈ ਪ੍ਰਾਣ ਸ਼ਕਤੀ ਲਾਊਂਗਾ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਨੇ ਮਾਤਾ ਨੂੰ ਸਮਝਾ ਰਿਹਾ, ਤੋ ਕਹਿੰਦੇ ਕਿ ਮੈਨੂੰ ਤੇ ਤੇਰੇ ਤੇ ਇੱਛਾ ਹੀ ਬੜੀ, ਮੈਨੂੰ ਤੇ ਤੇਰੇ ਤੇ ਬਹੁਤ ਜ਼ਿਆਦਾ ਆਸ ਸੀ ਕਿ ਤੂੰ ਤੇ ਹਾਂ ਕੁਛ ਮੇਰੀ ਮਦਦ ਕਰਦੀ, ਪਰ ਤੂੰ ਤੇ ਖੁਦ ਹੀ ਚੋਰ ਤੇ ਕੀ ਕਹਿੰਦੇ ਇਹਨੂੰ, ਚੋਰ ਕੁੱਤੀ ਰਲ ਗਏ ਬਿਲਕੁਲ ਮਨ ਦੇ ਨਾਲ ਰਲ ਕੇ ਤੂੰ ਕੀ ਇੱਥੇ ਕਰ ਰਹੀ ਆ, ਔਰ ਤੂੰ ਸਾਰਾ ਗੜਬੜ ਕਰ ਰਹੀ ਆ, ਪਰ ਹੁਣ ਮੈਂ ਕੀ ਕਰਨਾ ਹੈ, ਮੈਂ ਹੁਣ ਵਿਵੇਕ ਤੋਂ ਕੰਮ ਲੈਣਾ, ਹਾਂ ਗੁਰੂ ਦੀ ਮੱਤ ਬ੍ਰਹਮ ਗਿਆਨ ਤੋਂ ਕੰਮ ਲੈਣਾ ਹੁਣ ਮੈਂ ਔਰ ਮੈਂ ਮੱਤ ਤੋਂ ਇਹ ਲਊਂਗੀ ਕੰਮ ਕਿ ਮੈਂ ਕਵਾਂਗਾ ਕਿ ਜਦੋਂ ਵੀ ਕੋਈ ਕੰਮ ਕਰਾਂਗਾ ਤੇ ਮੈਂ ਇਹ ਸੋਚਾਂਗਾ ਕਿ ਇਹ ਜਿਹੜਾ ਕਰਮ ਆ ਇਹ ਮੈਨੂੰ ਰੱਬ ਦੇ ਲਾਗੇ ਲੈ ਕੇ ਜਾਊਗਾ ਕਿ ਰੱਬ ਤੋਂ ਦੂਰ। ਬਸ ਇੱਕ ਗੱਲ ਕਹਿਣ ਦੀ, ਸਿੰਪਲ ਜੀ, ਜੋ ਮਰਜ਼ੀ ਕਰ ਲਓ। ਹਾਂ ਸਿੰਪਲ ਜੀ ਗੱਲ, ਜੇ ਰੱਬ ਦੇ ਜਿਹੜੇ ਰੱਬ ਦੇ ਨੇੜੇ ਲੈ ਕੇ ਜਾ ਰਿਹਾ ਤੇ ਛੱਡਿਓ ਨਾ ਕਰਨੋ ਬਾਈ, ਜੇ ਨਹੀਂ ਲੈ ਕੇ ਜਾ ਰਿਹਾ ਤੇ ਉਹਨੂੰ ਡਿਲੇ ਕਰੋ। ਜਾਓ ਤੁਸੀਂ ਜੇ ਸੱਚ ਬੋਲ ਕੇ ਵੇਖ ਲਓ, ਭਾਵੇਂ ਝੂਠੀ ਬੋਲ ਦੋ, ਝੂਠ ਬੋਲਿਆ ਵੀ ਸੱਚ ਜੇ, ਜੇਕਰ ਤੁਹਾਨੂੰ ਉਸ ਬੋਲਿਆ ਝੂਠ ਰੱਬ ਦੇ ਵੱਲ ਲੈ ਕੇ ਜਾਂਦਾ, ਉਹਦੇ ਪਿੱਛੇ ਕਿਸੇ ਦਾ ਫਾਇਦਾ ਲਿਖਿਆ, ਉਹਦੇ ਪਿੱਛੇ ਕਿਸੇ ਦਾ ਭਲਾ ਲਿਖਿਆ ਜੇ, ਮੈਂ ਤੁਹਾਨੂੰ ਕਹਿੰਦਾ ਜਾ ਝੂਠ ਬੋਲ ਦਿਆ ਕਰ, ਉਹ ਵੀ ਮਨਜ਼ੂਰ ਹੈ ਰੱਬ ਦੇ ਘਰ। ਰੱਬ ਵੇਂਦਾ ਕਿ ਤੂੰ ਜੋ ਬੋਲ ਰਿਹਾ ਉਹਦੇ ਪਿੱਛੇ ਫਾਇਦਾ ਕਿਹਦਾ ਵਾ, ਕਿਹਦਾ ਭਲਾ ਹੋ ਰਿਹਾ ਤੇ ਬੋਲਦੀ, ਤੇ ਜੇ ਤੂੰ ਨੁਕਸਾਨ ਕਰ ਰਿਹਾ ਫਿਰ ਸੱਚ ਵੀ ਨਾ ਬੋਲੇ, ਐਵੇਂ ਨਾ ਕਿ ਬੱਲੇ ਜ਼ਹਿਰ ਪਾ ਦੇ। ਉਹ ਫਿਰ ਕਹਿੰਦੇ ਕਿ ਵੇਖ ਕੇ ਤੂੰ ਉਹਨੂੰ ਅੱਖਾਂ ਪਰੇ ਕਰ, ਮਤਲਬ ਕਿ ਕਈ ਵਾਰ ਲੋਕ ਸੱਚ ਬੋਲਦੇ ਨੇ ਪਰ ਅਸਲ ਦੇ ਵਿੱਚ ਉਹ ਸੱਚ ਇਸ ਕਰਕੇ ਨਹੀਂ ਬੋਲਦੇ ਕਿ ਕਿਸੇ ਦਾ ਫਾਇਦਾ ਹੋ ਜਾਏ ਜਾਂ ਸੱਚ ਪ੍ਰਗਟ ਹੋਵੇ, ਉਹ ਸੱਚ ਦੂਜੇ ਨੂੰ ਛੋਟਾ ਕਰਨਾ ਚਾਹੁੰਦੇ ਨੇ, ਉਹਨੂੰ ਅਹਿਸਾਸ ਕਰਾਉਣਾ ਚਾਹੁੰਦੇ ਨੇ ਕਿ ਤੂੰ ਮਤਲਬ ਤੂੰ ਵਧੀਆ, ਦੂਸਰਿਆਂ ਨੂੰ ਦੁਖੀ ਕਰਨਾ ਚਾਹੁੰਦੇ ਆ, ਗੁਰਕੀ ਸਾਹਿਬ ਦੁਖੀ ਕਰਨਾ ਚਾਹੁੰਦੇ ਆ, ਔਰ ਜਿਹੜਾ ਹੈਗਾ ਪਿੰਚ ਕਰਦੇ ਬਿਲਕੁਲ। ਬਾਣੀ ਦੇ ਵਿੱਚ ਦੇਖੋ ਆਪਣੀ ਅਰਦਾਸ ਵੀ ਜਿਹੜੀ ਹੈ ਸਿੰਘਾਂ ਨੇ ਜਿਹੜੀ ਅਰਦਾਸ ਬਣਾਈ ਆ, ਕਹਿੰਦੇ ਕਿ ਦੇਖ ਕੇ ਅਣਡਿੱਠ ਕਰਨਾ, ਦੇਖ ਕੇ ਅਣਡਿੱਠ, ਨਹੀਂ ਦੇਖਿਆ ਮੈਂ ਕਿਸੇ ਦੇ ਅਵਗੁਣ ਨਹੀਂ ਦੇਖੇ, ਮੈਂ ਨਹੀਂ ਦੇਖੇ ਭਾਈ, ਬਸ ਆਹ ਚੀਜ਼ ਸੀ। ਠੀਕ ਹੈ ਜੀ। ਹੁਣ ਕਹਿੰਦੇ ਕਿ ਮੈਂ ਮੱਤ ਨੂੰ ਵਟਾ ਕੇ ਉਹਨੂੰ ਵਿਵੇਕ ਦੇ ਵਿੱਚ ਲੈ ਕੇ ਆਊਂਗਾ, ਔਰ ਮੈਂ ਕੰਮ ਕਰਨ ਤੋਂ ਪਹਿਲਾਂ ਵਿਵੇਕ ਨਾਲ ਵਿਚਾਰ ਕਰਾਂਗਾ ਕਿ ਮੇਰੇ ਕੰਮ ਦੇ ਨਾਲ ਫਾਇਦਾ ਆਇਆ ਜਾਂ ਨੁਕਸਾਨ ਆ, ਮੇਰੇ ਜੀਵਨ 'ਚ ਉਚਾਈ ਆ ਰਹੀ ਹੈ ਜਾਂ ਗਿਰਾਵਟ ਆ ਰਹੀ ਹੈ, ਮੈਂ ਕੱਲ ਤੋਂ ਚੰਗਾ ਇਨਸਾਨ ਬਣਿਆ ਜਾਂ ਮੈਂ ਕੱਲ ਵਰਗਾ ਹੀ ਰਿਹਾ ਵਾਂ, ਜਾਂ ਮੈਂ ਕੱਲ ਤੋਂ ਹੋਰ ਘਟੀਆ ਹੋ ਗਿਆ। ਕਮ ਸੇ ਕਮ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਗੱਲ ਦਾ ਵਿਚਾਰ ਜ਼ਰੂਰ ਕਰਾਂਗਾ। ਬਾਣੀ ਦੀ ਤੁਕ ਕੇਵਲ ਇੰਨਾ ਹੀ ਕਹਿਣਾ ਚਾਹੁੰਦੀ ਆ। ਹਾਂਜੀ ਅੱਗੇ ਚਲੀਏ। ਫਿਰ ਕਹਿੰਦੇ ਮਨ ਮਤਵਾਰ ਮੇਰਾ ਸਰ ਭਾਟੀ ਅੰਮ੍ਰਿਤ ਧਾਰ ਚੁਆਓ। ਇਹ ਨਾ ਜੈਸਾ, ਹਾਂਜੀ ਬਿਲਕੁਲ ਮਨ ਮਤਵਾਲਾ ਇਹਦੇ ਵਿੱਚ ਹੋਣਾ ਹੈ, ਕਿਉਂਕਿ ਭੱਠੀ ਹੈਗੀ ਮੇਰ ਸਰ ਦੇ ਵਿੱਚ, ਦਸਮ ਦੁਆਰ ਜਿਹੜਾ ਹੈਗਾ ਕਰਾਊਨ ਚੱਕਰ, ਕਹਿੰਦੇ ਭੱਠੀ ਖੁੱਲਣੀ ਆ, ਭੱਠੀ ਪਾਏ ਅੰਮ੍ਰਿਤ ਦੀ ਧਾਰਾ ਚੋਣੀ ਆ, ਅੰਮ੍ਰਿਤ ਧਾਰ ਚੁਆਵੋਂ, ਮੈਂ ਤਾਂ ਇਹ ਕੰਮ ਕਰੂੰਗਾ, ਇੱਥੇ ਲਾਊਂਗਾ ਆਪਣੀ ਪ੍ਰਾਣ ਸ਼ਕਤੀ, ਆ ਮਨੁੱਖਾ ਜੂਨ ਜਿਹੜੀ ਮਿਲੀ ਹੋਈ ਆ ਇਸ ਕੰਮ ਵਾਸਤੇ ਜਿਹੜਾ ਹੈਗਾ ਮੈਂ ਇਹਨੂੰ ਯੂਜ਼ ਕਰੂੰਗਾ। ਹਾਂਜੀ ਵੀਰ ਬਿਲਕੁਲ ਠੀਕ ਹੈ। ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਕਿ ਮੈਂ ਔਗਣਾ ਤੋਂ ਬੱਦੀ ਨੂੰ ਰੋਕੂੰਗਾ, ਚੰਗੇ ਗੁਣਾਂ ਵੱਲ ਲੈ ਕੇ ਜਾਵਾਂਗਾ। ਉਸ ਤੋਂ ਬਾਅਦ ਜਿਹੜਾ ਮੈਂ ਅੰਦਰ ਦੀ ਭੱਠੀ ਨੂੰ ਤਿਆਰ ਕਰਾਂਗਾ ਜਿਹਦੇ ਵਿੱਚੋਂ ਅੰਮ੍ਰਿਤ ਰੂਪੀ ਧਾਰਾ ਵਗਣੀ ਹੈ, ਔਰ ਮੈਂ ਉਸ ਨੂੰ ਪ੍ਰਾਪਤ ਕਰਨ ਲਈ ਜਾਂ ਉਹਨੂੰ ਪੀਵਾਂਗਾ। ਦੋਨਾਂ ਹੀ ਗੱਲਾਂ ਬਣਦੀਆਂ ਨੇ ਕਿ ਉਹ ਜਿਹੜੀ ਕਿਰਿਆ ਹੈ, ਜੋ ਉਹ ਕਾਰਜ ਹੈ, ਮੈਂ ਉਹਨੂੰ ਪੂਰਾ ਕਰਨਾ ਹੈ। ਦੇਖੋ ਬਾਣੀ ਕਹਿੰਦੀ ਅਵਰ ਕਾਜ ਤੇਰੇ ਕਤੂ ਕਿਤੇ ਨਾ ਕਾਮ ਮਿਲਤਾ, ਮਿਲ ਸਾਧ ਸੰਗਤ ਸਾਧ ਸੰਗਤ ਭਜ ਕੇਵਲ ਨਾ।
ਉਹਦਾ ਕਾਰਨ, ਉਹਦਾ ਮਤਲਬ ਇਹ ਨਹੀਂ ਕਿ ਕੰਮ ਛੱਡ ਦੋ ਤੇ ਘਰੇ ਬੈਠੇ ਰਹੋ। ਕਹਿਣ ਤੋਂ ਭਾਵ ਕਿ ਲਿਸਟ ਨੰਬਰ 1 ਤੇ ਲੈ ਆ, ਕਿਉਂਕਿ ਤੇਰੇ ਕੋਲ ਸਮਾਂ ਬਹੁਤ ਘੱਟ ਹੈ। ਤੈਨੂੰ ਪਤਾ ਨਹੀਂ ਲੱਗਣ ਦਿਆ, ਤੇਰੀ ਉਮਰ 60 ਸਾਲ ਹੋ ਗਈ, 50 ਸਾਲ ਹੋ ਗਈ, ਰਹਿ ਕੀ ਗਿਆ ਤੇਰੇ ਪੱਲੇ? ਕਿਹਨੂੰ ਡਿੱਕਣੇ ਆ? ਅੱਗੇ ਤੂੰ ਕਿਹੜਾ ਸੱਪ ਕੱਢ ਲੈਣਾ? ਕੁਛ ਨਹੀਂ ਹੈਗਾ। ਤੇ ਪਹਿਲਾਂ ਵੀ ਕਿਹੜਾ ਕੱਢ ਲਿਆ? ਤੇ ਜੀਵਨ ਦੀ ਪ੍ਰਾਪਤੀ ਤੇ ਵੇਖ ਤੈਨੂੰ ਲੱਭਿਆ ਕੀ ਹੈ? ਆਖਰ ਤੇ ਜਿੱਦਣ ਤੂੰ ਦੇਖ 2-4 ਮਿੰਟ ਬਹਿ ਗਈ, ਮੈਂ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਤੁਸੀਂ ਜ਼ਿੰਦਗੀ ਦਾ ਨਿਚੋੜ ਕੱਢ ਕੇ ਵੇਖ ਲਿਓ, ਤੁਹਾਡੇ ਪੱਲੇ ਕੀ ਹੈ। ਤੁਸੀਂ ਵੇਖ ਲਓ ਤੁਹਾਡੇ ਲੱਭਿਆ ਕੀ ਹੈ ਤੁਹਾਨੂੰ। ਹੁਣ ਕੱਢ ਕੇ ਵੇਖ ਲਓ ਕਹਿੰਦੇ ਕਬੀਰ ਜੀ, ਕੱਢ ਲਓ। ਹਾਂ ਮੈਂ ਤਾਂ ਇਹ ਕਹਿੰਦਾ ਗੁਰਕੀ ਸਾਹਿਬ ਵੀ ਹੁਣ ਕੱਢ ਲਓ। ਹੁਣ ਕਿਹੜਾ ਹੈ? ਹੁਣ ਪਿਛਲੀ ਜ਼ਿੰਦਗੀ ਜਿੰਨੀ ਵੀ ਗੁਜ਼ਰ ਗਈ ਆ ਉਹਦਾ ਹੁਣ ਨਿਚੋੜ ਕੱਢ ਲਓ ਵੀ ਪੱਲੇ ਕੀ ਹੈ ਬਈ। ਅੱਜ ਮੰਨ ਲਓ ਲਾਸਟ ਹੈ ਆਪਣਾ ਬਈ, ਟਾਟਾ ਬਾਏ ਬਾਏ ਸਤਿ ਸ੍ਰੀ ਅਕਾਲ ਕਰਕੇ ਆ, ਅੱਜ ਜਾਣਾ ਹੈ ਬਸ। ਦੇਖ ਲਓ ਕੀ ਹੈ ਪੱਲੇ। ਹਾਂ ਕੁਛ ਵੀ ਨਹੀਂ ਪਤਾ। ਉਹ ਕਹਿੰਦਾ ਨਾ 100 ਸਾਲ ਜੀ ਦਾ ਜੀਵਣਾ ਤੇ ਅੰਤ ਖੇ ਦੀ ਖੇ। ਹਾਂ ਉਹ ਕਹਿੰਦੇ ਇਹ ਖੇ ਤੇ ਖੇ ਹੀ ਹੈ ਜਿੱਥੇ ਮਿੱਟੀ ਹੈ। ਪਰ ਇਹ ਕਈ ਲੋਕ ਇਹਦੇ ਚ ਬੜਾ ਚੰਗਾ ਵਧੀਆ ਰਸ ਵੀ ਕੱਢ ਲੈਂਦੇ ਆ। ਕਬੀਰ ਜੀ ਬੈਠੇ ਨੇ ਭੱਠੀ, ਕਿਹੜੀਆਂ ਭੱਠੀਆਂ ਦੀ ਗੱਲ ਕਰਦੇ ਆ, ਉਹ ਵੀ ਆਪਣਾ ਅਰੇਂਜਮੈਂਟ ਕਰਕੇ ਬੈਠੇ ਆ। ਇਹ ਤੇ ਨਿਕਲੀਆਂ ਪਰ ਮੈਂ ਇੱਥੋਂ ਸ਼ਰਾਬ ਕੱਢਾਂਗੇ, ਅੰਮ੍ਰਿਤ ਰੂਪੀ ਸ਼ਰਾਬ। ਹੁਣ ਅੱਗੇ ਗੱਲ ਕਰ ਰਹੇ ਨੇ, ਮਨ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਓ, ਮੈਂ ਉਸ ਧਾਰਾ ਨੂੰ ਪੈਦਾ ਕਰਾਂਗਾ। ਉਸ ਇਹ ਗੱਲ ਕਰਦੇ ਤੁਰਿਆ ਤੱਤ ਦੀ, ਬਿਲਕੁਲ ਠੀਕ ਹੈ। ਚੌਥੇ ਪਦ ਦੀ ਗੱਲ ਕਰਦੇ ਆ, ਰਜੋ ਤਮੋ ਸਤੋ ਤੋਂ ਅੱਗੇ ਨਿਕਲ ਕੇ ਮੈਂ ਵਰਤਮਾਨ ਕਾਲ ਰੂਪੀ ਧਾਰਾ ਚ ਆਉਣਾ ਚਾਹੁੰਦਾ। ਉੱਥੇ ਆਵਾਂਗਾ ਤੇ ਧਾਰ ਟੁੱਟੇਗੀ ਨਹੀਂ। ਫਿਰ ਭੱਠੀ ਵਾਂਗੂ, ਜਿਵੇਂ ਭੱਠੀ 'ਚ ਸ਼ਰਾਬ ਤੁਰੀ ਹੁੰਦੀ ਹੈ ਨਾ, ਉਸੇ ਤਰ੍ਹਾਂ ਸਾਡੇ ਸਰੀਰ 'ਚ ਇੱਕ ਭੱਠੀ ਆ। ਉਸਨੂੰ ਵਰਤਮਾਨ ਕਾਲ ਰੂਪੀ ਧਾਰਾ 'ਚ ਸੁਰਤੀ ਜਦੋਂ ਪ੍ਰਵੇਸ਼ ਕਰ ਜਾਂਦੀ ਹੈ ਤੇ ਭੱਠੀ ਫਿਰ ਬਣ ਗਈ। ਉਸ ਤੋਂ ਅੱਗੇ ਕੋਈ ਭੱਠੀ ਨਹੀਂ ਹੈਗੀ। ਵਰਤਮਾਨ ਕਾਲ ਤੋਂ ਕੋਈ ਅੱਗੇ ਨਹੀਂ ਜਾ ਸਕਦਾ। ਉੱਥੇ ਤੇ ਬ੍ਰਹਮ ਬੈਠਾ ਹੈ। ਜਿਹੜਾ ਬੰਦਾ ਉੱਥੇ ਪਹੁੰਚ ਗਿਆ, ਉਹਦੇ ਜੀਵਨ 'ਚ ਦੁੱਖ ਸੁੱਖ ਜਿਹੜੇ ਸਾਰੇ ਨੇ ਉਹ ਸਾਮ ਹੋ ਜਾਣੇ। ਫਿਰ ਇਹਨਾਂ ਹਲਚਲਾਂ ਨੇ ਤੁਹਾਡੇ ਅੰਦਰ ਕੋਈ ਕੰਪਨ ਪੈਦਾ ਨਹੀਂ ਕਰਨੀ। ਹਾਂਜੀ ਨਜਾ ਸਾਹਿਬ, ਉਹ ਅਵਸਥਾ ਜਿਹੜੀ ਅਖੰਡ ਅਵਸਥਾ ਹੈ, ਪਰਮਾਨੰਦ ਹੈ, ਸੱਚ ਚਿੱਤ ਆਨੰਦ ਕਿਹਾ ਗਿਆ ਨੂੰ, ਅਜਪਾ ਜਾਪ ਕਿਹਾ ਗਿਆ, ਸਹਿਜ ਸਮਾਧੀ ਕਿਹਾ ਗਿਆ, ਸਾਰੇ ਨਾਮਾਂ ਦੇ ਨਾਲ ਉਹਨੂੰ ਨਵਾਜਿਆ ਗਿਆ। ਉਹ ਆਖਰੀ ਡੰਡਾ ਹੈ। ਹਾਂਜੀ ਨਜਾ ਸਾਹਿਬ ਅੱਗੇ ਬੋਲੋ ਭਈਆ ਰਾਮ ਕੀ ਦੁਹਾਈ ਹੈ ਮੇਰੇ ਮਨਾ। ਮਾਇਆ ਦੀ ਦੁਹਾਈ ਪਾਉਣੀ ਬੰਦ ਕਰ ਦੇ। ਰਾਮ ਦੀ ਦੁਹਾਈ ਬੋਲਣਾ ਕੀ ਆ ਵੀ ਮਾਇਆ ਵਿੱਚ ਗਤੀ ਕਰਨੀ ਬੰਦ ਕਰ ਦੇ। ਮਾਇਆ ਨੂੰ ਜਿਹੜਾ ਹੈਗਾ ਪ੍ਰਧਾਨਤਾ ਦੇਣੀ ਬੰਦ ਕਰ ਦੇ। ਮਾਇਆ ਦੇ ਵਿੱਚ ਸਵਾਸ ਲਾਉਣੇ ਬੰਦ ਕਰ ਦੇ। ਹੁਣ ਜਿਹੜਾ ਹੈਗਾ ਇਹ ਧਿਆਨ ਸਿਮਰਨ ਆਤਮਾ ਪਰਮਾਤਮਾ ਵੱਲ, ਰਾਮ ਵੱਲ, ਉਹਨੂੰ ਕਹਿੰਦੇ ਰਾਮ ਵੱਲ ਸਵਾਸ ਲਗਾ। ਰਾਮ ਦੀ ਦੁਹਾਈ ਬੋਲ, ਰਾਮ ਨੂੰ ਯਾਦ ਕਰ, ਉਹ ਤੇਰੇ ਨਾਲ ਆ। ਤੂੰ ਬਾਹਰ ਗਿਆ ਹੋਇਆ ਹੈ, ਤੂੰ ਰਾਮ ਦੇ ਨਾਲ ਜੁੜ ਕੇ ਬੈਠ ਜਾ। ਬਸ ਆਹੀ ਹੈਗਾ ਦਸਮ ਦੁਆਰ ਖੋਲਣ ਦਾ ਤਰੀਕਾ। ਆਹੀ ਹੈਗਾ ਉਹ ਭੱਠੀ। ਵੀਰ ਜੀ ਇਹਦੀ ਰਾਈਮ ਥੋੜੀ ਇਹ ਵੀ ਬਣ ਸਕਦੀ ਹੈ ਕਿ ਵੀ ਬੋਲੋ ਭਈਆ ਰਾਮ ਕੀ ਦੁਹਾਈ, ਕਿ ਤੈਨੂੰ ਪ੍ਰਮਾਤਮਾ ਦਾ ਵਾਸਤਾ ਹੈ, ਤੂੰ ਰਾਮ ਬੋਲ, ਤੂੰ ਰੱਬ ਦਾ ਨਾਮ ਲੈ, ਪ੍ਰਮਾਤਮਾ ਦਾ ਨਾਮ ਜਪ। ਇਹ ਵੀ ਦੇਖੋ ਮਤਲਬ, ਕਿਉਂਕਿ ਉਹ 2 ਵਾਰ ਨਹੀਂ ਨਾ ਰਾਮ ਕਰ ਸਕਦੇ। ਹੋ ਸਕਦਾ ਏਦਾਂ ਦੀ ਵੀ ਉਹਨਾਂ ਦੀ ਹੋਵੇ ਮਤਲਬ ਵਿਚਾਰ ਬਈ ਤੈਨੂੰ ਰਾਮ ਦਾ ਵਾਸਤਾ ਹੈਗਾ। ਹਾਂ ਪ੍ਰਮਾਤਮਾ ਦਾ ਵਾਸਤਾ ਤੈਨੂੰ, ਤੂੰ ਰਾਮ ਬੋਲ, ਪ੍ਰਮਾਤਮਾ ਦਾ ਨਾਮ ਲੈ। ਪੀਵੋ ਸੰਤ ਸਦਾ ਮਤ ਦੁਰਲਭ। ਕਹਿੰਦੇ ਹੈ ਸਾਧੂਓ ਸੰਤੋ। ਦੇਖੋ ਸੰਤ ਲਿਖਿਆ ਹੈ ਭਾਈ, ਦੁਨੀਆ ਦੇ ਪੀਵੋ ਜਨ ਤਾਂ ਨਹੀਂ ਲਿਖਿਆ ਹੋਇਆ, ਇਹ ਲੋਗੋ ਤਾਂ ਨਹੀਂ ਲਿਖਿਆ ਹੋਇਆ। ਲੋਗੋ ਵੀ ਲਿਖ ਸਕਦੇ ਸੀ, ਪੀਵੋ ਲੋਕੋ ਐਵੇਂ ਕਿਉਂ ਨਹੀਂ ਬਣ ਸਕਦਾ? ਦੱਸੋ ਕੀ ਉਹਦੇ 'ਚ ਪ੍ਰੋਬਲਮ ਕੀ ਹੈਗੀ? ਪੀਵੋ ਸੰਤ ਸਦਾ ਮਤ ਦੁਰਲਭ। ਕਹਿੰਦੇ ਬੜੀ ਮਤ ਰੇਅਰ ਮਤ ਆ, ਦੁਰਲਭ ਮਤ ਆ। ਔਰ ਹਮੇਸ਼ਾ ਵਾਸਤੇ ਜਿਹੜਾ ਹੈਗਾ ਅੰਮ੍ਰਿਤ ਆ ਜਾਏਗਾ, ਹਮੇਸ਼ਾ ਵਾਸਤੇ ਜਿਉਂਦਾ ਹੋ ਜਾਏਗਾ। ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੇ ਵਰਗਾ ਹੋ ਜਾਏਗਾ। ਤੂੰ ਹੈ ਹੀ ਉਹਦੇ ਵਰਗਾ। ਇਹ ਸਰੀਰ ਦੀ ਪਕੜ, ਪ੍ਰਕਿਰਤੀ ਦੀ ਪਕੜ ਚੋਂ ਆਜ਼ਾਦ ਹੋ ਜਾਏਗਾ। ਇਹ ਸਰੀਰ ਜਿਹੜਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਹੈ ਮਨ ਬਾਹਰ ਜਿਹੜਾ ਇਹਦੇ ਵੱਲ ਨੂੰ ਭੱਜਦਾ, ਇਸ ਚੋਂ ਹਟ ਜਾਏਗਾ। ਔਰ ਪਿਆਸ ਬੁੱਝ ਜਾਏਗੀ ਤੇਰੀ ਹਮੇਸ਼ਾ ਵਾਸਤੇ ਪਿਆਸ ਬੁੱਝ ਜਾਏਗੀ ਭਾਈ। ਐਵੇਂ ਹੀ ਅਤਿਸ਼ੋਕਤੀ ਨਹੀਂ ਹੈਗੀ। ਇੱਕ ਬੂੰਦ ਦੇ ਨਾਲ ਤੇਰੀ ਜਿਹੜੀ ਹੈਗੀ ਇਹ ਮਾਇਆ ਦੀ ਪਿਆਸ ਬੁੱਝ ਜਾਣੀ ਹੈ। ਪੀਵੋ ਸੰਤ ਸਦਾ ਮਤ ਦੁਰਲਭ, ਸਹਿਜੇ ਪਿਆਸ ਬੁਝਾਈ। ਸਹਿਜ ਦੇ ਪਿਆਸ ਬੁਝਣੀ ਹੈ ਪਿਆਰਿਆ। ਇਹ ਨਹੀਂ ਕਿ ਇੱਕ ਦਿਨ ਕੀਤੀ, ਇੱਕ ਦਿਨ ਬੜਾ ਜ਼ੋਰ ਲਾਤਾ, ਬਾਅਦ 'ਚ 10 ਦਿਨ ਜਿਹੜਾ ਹੈਗਾ ਫਿਰ ਫਲੈਟ ਹੋ ਗਿਆ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਕਹਿੰਦੇ ਬੋਲੋ ਭਈਆ ਰਾਮ ਕੀ ਦੁਹਾਈ, ਪੀਵੋ ਸੰਤ ਸਦਾ ਮਤ ਦੁਰਲਭ, ਸਹਿਜੇ ਪਿਆਸ ਬੁਝਾਈ। ਦੁਰਲਭ
कि वो संतोष सदा मत ਦੁਰਲਭ ਮੱਤ ਆ। ਸਹਿਜੇ ਪਿਆਰ। ਹਾਂ, ਇਹ ਬੜੀ ਰੇਅਰ ਮੱਤ ਹੈ। ਇਹ ਜਿਹੜੀ ਪਰਮਾਤਮਾ ਦੀ ਮੱਤ ਜਿਹੜਾ ਹੈਗਾ, ਧਿਆਨ ਸਿਮਰਨ ਵੱਲ ਜਾਣਾ, ਭਗਤੀ ਕਰਨੀ ਜਿਹੜੀ ਹੈ, ਇਹ ਮੱਤ ਜਿਹੜੀ ਹੈ ਬਹੁਤ ਹੀ ਰੇਅਰ ਹੈਗੀ, ਬਹੁਤ ਹੀ ਕੀਮਤੀ ਹੈਗੀ ਭਾਈ, ਦੁਰਲਭ ਹੈਗੀ। ਦੁਰਲਭ ਵਸਤੂ ਜਿਵੇਂ ਹੀਰਾ ਹੁੰਦਾ, ਉਸ ਤਰ੍ਹਾਂ ਦੀ ਚੀਜ਼ ਹੈਗੀ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਸਹਿਜ ਜਿਹੜੀ ਹੈਗੀ ਨਾ ਅਵਸਥਾ, ਉਹ ਦੁਰਲਭ ਹੈ। ਸਹਿਜ ਦਾ ਮਤਲਬ ਹੀ ਇਹੋ ਆ ਕਿ ਮਨ ਚੜਿਆ ਦਸਵੇਂ ਆਕਾਸ਼, ਚੜ ਗਿਆ, ਜਿੱਦਾਂ ਗੁੱਡੀ ਨਹੀਂ ਚੜ ਜਾਂਦੀ, ਬਿਲਕੁਲ ਰਾਕਟ ਵਾਂਗੂ ਚੜੂਗਾ। ਹਾਂਜੀ, ਉਸੇ ਤਰ੍ਹਾਂ ਤੁਸੀਂ ਦਸਵੇਂ ਆਕਾਸ਼ ਤੇ ਚੜ ਜਾਣਾ। ਉੱਥੇ ਚੜ ਕੇ ਤੇ ਫਿਰ ਜਿੰਨਾ ਮਰਜੀ ਅੰਮ੍ਰਿਤ ਪੀ ਜਾਓ, ਥੱਲੇ ਕੁਛ ਨਹੀਂ ਹੈਗਾ। ਚੜਨਾ ਪੈਣਾ ਟੈਂਕੀ ਦੇ ਉੱਤੇ ਆਪਾਂ, ਥੱਲੇ ਨਹੀਂ ਹੈਗਾ। ਥੱਲੇ ਹੁੰਦਾ ਤੇ ਮੇਰੇ ਅੱਗੇ ਨੇ ਸਾਰੀਆਂ ਬਾਲਟੀਆਂ ਭਰ ਲਿਆਉਣੀਆਂ। ਉਹ ਥੋੜਾ ਉੱਤੇ ਰੱਖਿਆ, ਥੋੜੀ ਮਿਹਨਤ ਕਰਕੇ ਤੇ ਆ ਜਾਓ। ਚੁੱਕੀ ਥੋੜਾ ਜਿਹਾ ਔਖਾ ਕੰਮ ਹੈ, ਬੁਝਾਰਤ ਪਾਈ ਹੈ, ਲੱਭੋ ਤੇ ਲੈ ਜਾਓ। ਔਖਾ ਤਾਂ ਇਹੀ ਹੈ ਗੋਰਖੀ ਸਾਹਿਬ, ਕਿ ਪਰਮਾਤਮਾ ਨੇ ਜਿਹਨੇ ਦੁਨੀਆ ਦੇ ਸਵਾਦ ਪਾਏ ਹੋਏ ਆ, ਕਹਿੰਦੇ ਇਹ ਸਵਾਦਾਂ ਤੋਂ ਉੱਪਰ ਉੱਠੇਗਾ ਤਾਂ ਤੈਨੂੰ ਮਿਲਣਾ ਹੈ ਭਾਈ। ਇਹ ਸਵਾਦਾਂ ਤੋਂ ਉੱਪਰ ਉੱਠੇਗਾ ਤਾਂ, ਜੇ ਤੂੰ ਗਾ ਕੇ ਆਇਆ, ਜੇ ਤੂੰ ਗਾ ਕੇ ਆ ਨਹੀਂ ਗਾ। ਨਿੱਜਰ ਸਾਹਿਬ ਦੂਜੇ ਸਵਾਦ ਤੇ ਕਹਿੰਦਾ ਥੱਲੇ ਪਏ ਆ, ਉੱਥੇ ਤੇ ਮਿਹਨਤ ਵੀ ਕਰਨ ਦੀ ਲੋੜ ਨਹੀਂ। ਹਾਂ, ਇਹ ਜਿਹੜਾ ਸਵਾਦ ਹੈ ਥੋੜਾ ਆਪੋਜਿਟ ਹੈ। ਇਹ ਮਤਲਬ ਆਪੋਜਿਟ ਡਾਇਰੈਕਸ਼ਨ ਚ ਪਿਆ ਨਾ, ਪੰਗਾ ਤੇ ਆ ਨਾ। ਬਿਲਕੁਲ। ਬੰਦਾ ਇਹ ਸੋਚਦਾ ਕਿ ਜਿਹੜੇ ਤੇ ਇੱਥੇ ਮੇਰੇ 5 ਉਂਗਲਾਂ ਕੜਾਈ ਚ, 5 ਉਂਗਲਾਂ ਘਿਓ ਚ, ਸਿਰ ਕੜਾਈ ਚ ਆ, ਤੇ ਉਹ ਕੀਤਾ ਹੈ ਕਿ ਨਹੀਂ ਹੈ, ਉਹਦਾ ਤੇ ਮੈਨੂੰ ਪਤਾ ਨਹੀਂ। ਆ ਜਿਹੜੇ ਆ ਤਾਂ ਸਾਹਮਣੇ ਹੈਗੇ, ਜਿਹੜੇ ਭੋਗ ਮੈਂ ਭੋਗ ਰਿਹਾ, ਇਹ ਤੇ ਮੇਰੇ ਸਾਹਮਣੇ ਆ। ਇਹਦੇ ਲਈ ਮੈਨੂੰ ਕੋਈ ਸਬੂਤ ਲੈਣ ਦੀ ਲੋੜ ਨਹੀਂ, ਮੈਂ ਤੇ ਖੁਦ ਵੇਖਣੇ। ਠੀਕ ਹੈ ਜੀ। ਉਹ ਕਹਿੰਦੇ ਸਹਿਜ ਦੀ ਪਿਆਸ ਬੁਝਾਈ। ਸਹਿਜ ਦੇ ਵਿੱਚ ਜੇ ਤੁਸੀਂ ਪਹੁੰਚ ਗਏ ਤੇ ਤੁਸੀਂ, ਤੁਹਾਡੀ ਪਿਆਸ ਬੁਝ ਜਾਣੀ ਆ, ਭਟਕਣਾ ਖਤਮ ਹੋ ਜਾਣਾ। ਜਿਹੜਾ ਦੇਖੋ, ਜਿਹੜਾ ਭਗਤ ਜਨਾਂ ਨੂੰ ਕਿਹਾ ਨਾ ਕਿ ਰਾਮ ਦਾ ਨਾਮ ਜਪਣਾ ਪਊਗਾ, ਭਗਤੀ ਦਾ ਮਤਲਬ ਹੁੰਦਾ ਪ੍ਰੇਮਾ ਰੂਪਾ। ਭਗਤੀ ਦਾ ਮਤਲਬ ਹੈ ਪਰਮਾਤਮਾ ਨੂੰ ਪਿਆਰ ਕਰ। ਭਗਤੀ ਦੇ ਪਿੱਛੇ ਜਦੋਂ ਸਾਡੀ ਇੱਛਾ ਆ ਜਾਂਦੀ ਨਾ, ਤੇ ਫਿਰ ਉਹ ਜਿਹੜੀ ਤਾਮਸਿਕ ਭਗਤੀ ਹੋ ਜਾਂਦੀ। ਜੇ ਸਾਡੇ ਪਿੱਛੇ ਕੋਈ ਰਾਜ ਚਾਹੁੰਦੇ ਆ, ਕੋਈ ਚੀਜ਼ਾਂ ਚਾਹੁੰਦੇ ਆ, ਤੇ ਫਿਰ ਰਾਜਸਿਕ ਭਗਤੀ ਹੈ, ਸਤੋਗੁਣੀ ਭਗਤੀ ਹੈ, ਤਮੋਗੁਣੀ ਭਗਤੀ ਹੈ। ਭਗਤੀ ਦੇ ਵੀ ਕਈ ਰੂਪ। ਹੁਣ ਜਿਹੜੀ ਮੇਨ ਭਗਤੀ ਹੁੰਦੀ ਆ, ਉਹ ਭਗਤੀ ਹੁੰਦੀ ਆ ਇੱਛਾ ਰਹਿਤ ਹੋ ਜਾਣਾ, ਆਪਣੇ ਆਪ ਨੂੰ ਜਾਣਨਾ। ਹਾਂ, ਨਾ ਡਿਮਾਂਡ ਕਰਨੀ, ਕੋਈ ਡਿਮਾਂਡ ਨਾ ਕਰਿਆ ਕਰੋ। ਮੈਂ ਤੇ ਇਹੋ ਕਹਿੰਦਾ, ਕੋਸ਼ਿਸ਼ ਕਰਿਆ ਕਰੋ। ਚਲੋ ਲੋੜ ਹੈ ਤੇ ਮੰਗ ਵੀ ਲਿਆ, ਨਹੀਂ ਤੇ ਕਿਉਂਕਿ ਡਿਮਾਂਡ ਫਿਰ ਵਿੱਚ ਆ ਜਾਂਦੀ ਹੈ ਤੁਹਾਡੀ ਤੇ ਪ੍ਰਮਾਤਮਾ ਦੇ। ਠੀਕ ਹੈ ਜੀ। ਕਹਿੰਦੇ ਅਗਲੀ ਤੋਂ ਬੋਲੋ ਨਹੀਂ ਚਾਹੁੰਦੇ। ਰਹਾਓ ਪੈ ਵਿੱਚ ਪਾਓ, ਪਾਏ ਕੋ ਬੂਝੈ। ਕਹਿੰਦੇ ਪੈ ਦੇ ਵਿੱਚ ਚੱਲਣਾ ਪਊਗਾ ਭਾਈ, ਪੈ ਦੇ ਵਿੱਚ ਰਹਿਣਾ ਪਊਗਾ, ਪਰਮਾਤਮਾ ਦਾ ਪੈ ਰੱਖਣਾ ਪਊਗਾ, ਬ੍ਰਹਮ ਗਿਆਨੀਆਂ ਦਾ ਬ੍ਰਹਮ ਗਿਆਨ ਦਾ ਪੈ ਰੱਖਣਾ ਪਊਗਾ। ਪੈ ਵਿੱਚ ਭਾਓ ਮਤਲਬ ਪਿਆਰ ਤੇ ਭਰੋਸਾ। ਇਸ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਹੈ। ਨਹੀਂ ਤਾਂ ਭਰੋਸਾ ਹੀ ਨਹੀਂ ਆਉਂਦਾ, ਇਨਸਾਨ ਫਿਰ ਰਸ ਕਿਵੇਂ ਛੱਡੂਗਾ? ਦੂਸਰੇ ਰਸ ਉਹਨਾਂ ਤੋਂ ਕਿਵੇਂ ਸੰਕੋਚੂਗਾ ਜੇ ਭਰੋਸਾ ਹੀ ਹੈ ਨਹੀਂ ਉਹਨੂੰ? ਵੀ ਇਹ ਤਾਂ ਕੀ ਪਤਾ ਇਹਨੇ ਇਹ ਹੈ ਕਿ ਨਹੀਂ, ਆਹ ਤਾਂ ਸਾਹਮਣੇ ਮੇਰੇ ਪਏ ਘੱਟ ਤੋਂ ਘੱਟ, ਇਹਨਾਂ ਨੂੰ ਕਿਉਂ ਛੱਡਾਂ ਮੈਂ? ਜਦ ਤੱਕ ਭਰੋਸਾ ਨਹੀਂ ਹੈ ਤਦ ਤੱਕ ਉਹਨੇ ਚੱਲਣਾ ਨਹੀਂ। ਐਤਬਾਰ ਭਰੋਸਾ ਆ ਜੋ ਅੱਖਰ ਹੈਗੇ, ਬ੍ਰਹਮ ਗਿਆਨੀ ਜੋ ਕਹਿ ਰਹੇ, ਗਿਆਨ ਦੇਰ ਜੋ ਕਹਿ ਰਿਹਾ ਹੈ, ਜਿਸ ਤੇ ਭਰੋਸਾ ਹੀ ਨਹੀਂ ਹੈਗਾ, ਇਨਸਾਨ ਥੋੜੀ ਨਾ ਅਡਾਪਟ ਕਰੇਗਾ। ਪੈ ਵਿੱਚ ਭਾਓ, ਪਾਏ ਕੋ ਬੂਝੈ। ਫਿਰ ਭਾਵਨਾ ਹੋਣੀ ਚਾਹੀਦੀ ਆ, ਅੰਦਰ ਭਾਵਨਾ ਪੈਦਾ ਹੋਣੀ ਚਾਹੀਦੀ, ਖਿੱਚ ਪੈਦਾ ਹੋਣੀ ਚਾਹੀਦੀ ਆ। ਤਾਂ ਕੋਈ ਟਾਵਾਂ ਜਿਹੜਾ ਹੈਗਾ, ਪੈ ਵਿੱਚ ਭਾਓ ਪਾਏ ਕੋ ਬੂਝੈ। ਕੁਛ ਜਿਹੜੇ ਟਾਵੇਂ ਬੁੱਝ ਲੈਂਦੇ ਇਸ ਗੱਲ ਨੂੰ, ਜਿਹੜੇ ਬੁੱਝ ਲੈਂਦੇ ਆ, ਜਿਹੜੇ ਗਤੀ ਕਰਦੇ ਆ, ਜਿਹੜੇ ਚੱਲ ਪੈਂਦੇ ਆ, ਜਿਹੜੇ ਸਵਾਸ ਲਗਾਉਂਦੇ ਆ, ਜਿਹੜੇ ਧਿਆਨ ਸਿਮਰਨ ਕਰਦੇ ਆ, ਹਰ ਰਸ ਪਾਵੇ ਭਾਈ। ਉਹਨੇ ਤਾਂ ਹਰ ਰਸ ਪਾਉਣਾ ਹੀ ਆ ਲਾਜ਼ਮੀ। ਇਹਦੇ ਵਿੱਚ ਫੇਲੂਅਰ ਕੋਈ ਵੀ ਨਹੀਂ ਹੈ, ਇੱਕ ਵੀ ਫੇਲੂਅਰ ਨਹੀਂ ਆ ਕਿ ਜਿਹੜਾ ਚੱਲਿਆ ਹੋਏ, ਜਿਹਨੇ ਭਗਤੀ ਕੀਤੀ ਹੋਏ ਤੇ ਉਹਨੂੰ ਕੁਝ ਪ੍ਰਾਪਤੀ ਨਾ ਹੋਏ। ਇਹਦੇ ਵਿੱਚ ਇਹ 100% ਸਫਲਤਾ ਹੈਗੀ ਇਹਦੇ ਵਿੱਚ। ਪਰ ਚੱਲਣਾ ਚਾਹੀਦਾ ਇਨਸਾਨ ਨੂੰ। ਜੇਤੇ ਘਟ ਅੰਮ੍ਰਿਤ ਸਭ ਹੀ ਮੈਂ ਭਾਵੈ ਤਿਸੈ ਪਿਆਈ। ਕਹਿੰਦੇ ਜਿੰਨੇ ਵੀ ਸਰੀਰ ਹੈਗੇ, ਮਨੁੱਖੀ ਸਰੀਰ ਜਿੰਨੇ ਵੀ, ਸਾਰਿਆਂ ਦੇ ਘਟਾਂ ਦੇ ਵਿੱਚ ਅੰਮ੍ਰਿਤ ਪਿਆ ਹੋਇਆ ਹੈ। ਔਰ ਜਿਹਨੂੰ ਚਾਹੀਦਾ ਆ, ਜਿਹਦੀ ਡਿਮਾਂਡ ਹੈਗੀ, ਉਹ ਜਿਹੜਾ ਚਾਹੁੰਦਾ ਹੈ ਪਰਮਾਤਮਾ ਦਾ ਰਸ, ਪਰਮਾਤਮਾ ਆਤਮਾ ਨੂੰ ਜਾਣਨਾ ਚਾਹੁੰਦਾ ਹੈ, ਆਤਮਾ ਦੇ ਵਿੱਚ ਲੀਨ ਹੋਣਾ ਚਾਹੁੰਦਾ ਹੈ, ਉਹਨੂੰ ਅੰਮ੍ਰਿਤ ਮਿਲਦਾ ਹੈ ਭਾਈ।
ਭਾਵੈ ਤਿਸੈ ਪਿਆਈ, ਉਹਨੂੰ ਹੀ ਪਿਆਉਂਦਾ ਹੈ ਪਰਮਾਤਮਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਦੋ ਲਫ਼ਜ਼ ਹੁੰਦੇ ਨੇ, ਇੱਕ ਭੈ ਹੈ ਤੇ ਇੱਕ ਡਰ ਹੈ। ਦੋਨੋਂ ਵੱਖੋ ਵੱਖ ਨੇ। ਡਰ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਘਰ 'ਚ ਬਜ਼ੁਰਗ ਨੇ, ਤੁਹਾਡੇ ਤੋਂ ਵੱਡੇ ਨੇ, ਔਰ ਥੋੜਾ ਜਿਹਾ ਉਹਨਾਂ ਦਾ ਦਬਕਾ ਹੈ ਤੁਹਾਡੇ ਉੱਪਰ, ਤੁਸੀਂ ਡਰ ਦੇ ਅੰਦਰ ਆਪਣਾ ਜੀਵਨ ਬਤੀਤ ਕਰਦੇ ਜੋ। ਤੁਸੀਂ ਉਹ ਚੀਜ਼ਾਂ ਨਹੀਂ ਕਰਦੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪਸੰਦ ਨਹੀਂ, ਜਾਂ ਉਹ ਤੁਹਾਨੂੰ ਕਰਨ ਤੋਂ ਮਨਾ ਕਰਦੇ ਨੇ, ਪਰ ਤੁਹਾਡੇ ਚਿੱਤ ਦੇ ਅੰਦਰ ਉਹ ਚੀਜ਼ਾਂ ਪ੍ਰਗਟ ਹੁੰਦੀਆਂ ਨੇ, ਪਰ ਤੁਸੀਂ ਕਰਦੇ ਨਹੀਂ। ਇੱਕ ਚੀਜ਼ ਨੂੰ ਦੇਖੋ, ਕਈ ਲੋਕ ਕਹਿੰਦੇ ਨੇ ਕਿ ਵੀਰ ਜੀ ਅਸੀਂ ਮਾੜੇ ਕੰਮ ਨਹੀਂ ਕਰਦੇ, ਮੈਂ ਠੀਕ ਨਹੀਂ ਕਰਦਾ। ਮੈਂ ਤੁਹਾਡੇ ਅੰਦਰ ਵਿਚਾਰ ਵੀ ਨਹੀਂ ਪੈਦਾ ਹੁੰਦੇ ਇਸ ਚੀਜ਼ ਦੇ ਲਈ, ਇਹਦੀ ਵਿਚਾਰ ਤੇ ਪੈਦਾ ਹੁੰਦੇ ਆ, ਪਰ ਅਸੀਂ ਕਰਦੇ ਨਹੀਂ। ਸਾਡੇ ਤੇ ਬਹੁਤ ਰਹਿਮਤ ਹੈ। ਮੈਂ ਰਹਿਮਤ ਨਹੀਂ ਹੈਗੀ ਹੈ, ਤੁਸੀਂ ਤੇ ਕੇਵਲ ਲੜਦੇ ਪਏ ਜੋ ਆਪਣੇ ਅੰਦਰ। ਤੁਸੀਂ ਤੇ ਤੁਹਾਡੇ ਅੰਦਰ ਚੀਜ਼ ਪੈਦਾ ਹੋ ਰਹੀ ਹੈ, ਉਹ ਵੱਖਰੀ ਗੱਲ ਹੈ, ਤੁਸੀਂ ਸਰੀਰਕ ਪੱਧਰ ਤੇ ਨਹੀਂ ਕਰ ਰਹੇ, ਪਰ ਚੀਜ਼ ਤੇ ਨਜਸਾ ਅੰਦਰ ਪੈਦਾ ਹੋ ਰਹੀ ਹੈ ਨਾ, ਬੀਜ ਦੇ ਰੂਪ 'ਚ ਹੈਗੀ ਹੈ। ਬਿਲਕੁਲ। ਉਹ ਤੁਹਾਨੂੰ ਕਹਿ ਰਹੀ ਹੈ ਕੁਝ ਕਰਨ ਵਾਸਤੇ। ਤੁਸੀਂ ਸਮਾਜ ਦੇ ਡਰ ਦੇ ਕਾਰਨ, ਜਾਂ ਆਪਣੇ ਪਤੀ ਦੇ ਡਰ ਕਾਰਨ, ਜਾਂ ਆਪਣੀ ਪਤਨੀ, ਜਾਂ ਆਪਣੇ ਬੱਚੇ, ਜਾਂ ਆਪਣੇ ਮਾਂ-ਬਾਪ, ਇਹਨਾਂ ਦੇ ਡਰ ਦੇ ਕਰਕੇ ਤੁਸੀਂ ਨਹੀਂ ਕਰ ਰਹੇ, ਪਰ ਤੁਹਾਡੇ ਅੰਦਰ ਚੀਜ਼ ਤੇ ਉਹ ਰੌਲਾ ਪਾਉਂਦੀ ਹੈ। ਅੱਜ ਨਹੀਂ ਤੇ ਕੱਲ ਨੂੰ ਉਹਨੇ ਪ੍ਰਗਟ ਹੋਣਾ। ਪਰ ਉਹ ਕਹਿੰਦੇ ਆ ਕਿ ਉਹ ਗ੍ਰੰਥਾਂ 'ਚ ਤੇ ਲਿਖਦੇ ਆ ਕਿ ਉਹ ਸਾਰਾ ਹੀ ਕੁਝ ਸ਼ਾਂਤ ਹੋ ਗਿਆ, ਹੁਣ ਕੋਈ ਤਰੰਗ ਹੀ ਨਹੀਂ ਪੈਦਾ ਹੁੰਦੀ। ਮੈਂ ਧਰਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਰੋਕੀ ਜਾਓ, ਰੋਕੀ ਜਾਣਾ ਇੱਕ ਅਲੱਗ ਚੀਜ਼ ਹੈ, ਪਰ ਰੋਕਣ ਦੇ ਨਾਲ ਚੀਜ਼ ਖਤਮ ਥੋੜੀ ਹੁੰਦੀ ਹੈ, ਕਿਉਂਕਿ ਉਹਦਾ ਬੀਜ ਹੈ ਤੁਹਾਡੇ ਅੰਦਰ, ਉਹ ਤਾਂ ਹੀ ਉਹ ਤੇ ਫਸਲ ਉਗਰੀ ਉੱਥੋਂ। ਬੀਜ ਜਿਹੜਾ ਹੈ ਗੁਰਕੀ ਸਾਹਿਬ, ਬੀਜ ਜਿਹੜੇ ਹੈਗੇ ਵਿਚਾਰ ਹੈਗੇ। ਆਪਾਂ ਤਾਂ ਭਗਤੀ ਜਿਹੜੀ ਨਾਮ ਦੀ ਚੀਜ਼ ਹੈ, ਉਹ ਵਿਚਾਰਾਂ ਤੇ ਹੀ ਤਾਂ ਰੋਕ ਪਾਉਣੀ ਆ ਆਪਾਂ ਨੇ। ਬੀਜ ਹੀ ਤਾਂ ਨਸ਼ਟ ਕਰਨਾ। ਹਾਂ ਨਹੀਂ, ਜਿਸਾ ਵਿਚਾਰ ਤੇ ਹੈਗੇ ਨੇ ਨਾ, ਵਿਚਾਰਾਂ ਦੇ ਪਿੱਛੇ ਸਾਡਾ ਚਿੱਤ ਹੈਗਾ। ਚਿੱਤ ਦੇ ਪਿੱਛੇ ਫਿਰ ਕਾਰਨ ਸਰੀਰ ਬੈਠਾ ਹੈ। ਇਹ ਸਾਰੇ ਆਪਸ ਵਿੱਚ ਇੰਟੈਂਗਲ ਹੈਗੇ। ਬਿਲਕੁਲ। ਕਿਉਂਕਿ ਜਿਹੜੀ ਚੀਜ਼ ਪੈਦਾ ਹੋ ਰਹੀ ਨਾ ਨਿਜਰ ਸਾਹਿਬ, ਦੇਖੋ ਝੀਲ ਦੇ ਵਿੱਚ ਕੋਈ ਵਿਚਾਰ ਨਹੀਂ ਜਾਏਗਾ। ਝੀਲ ਜਿਹੜੀ ਸ਼ਾਂਤ ਆ, ਜਦੋਂ ਤੁਸੀਂ ਪੱਥਰ ਸੁੱਟਦੇ ਹੋ ਉਸ ਤੋਂ ਬਾਅਦ ਹੀ ਤਰੰਗ ਪੈਦਾ ਹੁੰਦੀ ਹੈ। ਇਹਦਾ ਮਤਲਬ ਤੁਸੀਂ ਝੀਲ ਲਾ ਲਓ, ਵਿਚਾਰ ਰੂਪੀ ਇੱਕ ਪਰਦਾ ਵਾ ਤੁਹਾਡਾ, ਅਸਕਰ ਕੋਈ ਤੇ ਉਹਦੇ ਚ ਹਲਚਲ ਪੈਦਾ ਕਰ ਰਿਹਾ ਨਾ। ਬਿਲਕੁਲ ਕਰ ਕੁਝ ਰਿਹਾ। ਜਗ੍ਹਾ ਤੇ ਉੱਤੇ ਕੋਈ ਚੀਜ਼ ਆ ਰਹੀ ਹੈ ਨਾ, ਆਪਣੇ ਆਪ ਤੇ ਝੀਲ ਹਿੱਲ ਨਹੀਂ ਸਕਦੀ। ਨਹੀਂ ਹੈ, ਬਿਲਕੁਲ ਬਹੁਤ ਵਧੀਆ ਗੱਲ ਹੈ ਗੁਰਕੀ ਸਾਹਿਬ, ਕਿਉਂਕਿ ਉਹ ਜਿਹੜੀ ਹੈ ਉਹੀ ਤਾਂ ਗੇਮ ਹੈ ਮਾਲਕ ਪਰਮਾਤਮਾ ਦੀ। ਉਹੀ ਤਾਂ ਆਪਣੇ ਜਿਹੜੇ ਹੈਗੇ ਆਪਣੀ ਸੰਸਕਾਰ, ਆਪਣੇ ਫੀਲਡ ਸਾਰੀ ਦੀ ਸਾਰੀ ਜਿਹੜੀ ਕਾਰਨਸ਼ੀਲ, ਉਹੀ ਤਾਂ ਉੱਥੋਂ ਤਾਂ ਵਿਚਾਰ ਜਨਰੇਟ ਹੋ ਰਹੇ। ਹਾਂ, ਉਹ ਕਹਿੰਦੇ ਨੇ ਕਿ ਵੀਰ ਜੀ ਵਿਚਾਰਾਂ ਨੂੰ ਮੈਂ ਬਦਲ ਲਿਆ, ਚੰਗਿਆਂ ਨੂੰ ਮੈਂ ਜਿੱਦਾਂ ਬੁਰੇ ਸੀ ਉਹਨਾਂ ਨੂੰ ਚੰਗਾ ਬਣਾ ਲਿਆ। ਮੈਂ ਆਪਣੇ ਆਪ ਨੂੰ ਸਾਧ ਲਿਆ। ਮੈਂ ਸਾਧਨ ਮਤਲਬ ਤੇ ਸਾਧ ਲਿਆ ਮਤਲਬ ਠੀਕ ਹੈ, ਤੁਸੀਂ ਉਹਦੇ ਨਾਲ ਲੜਦੇ ਪਏ ਹੋ, ਕਿੰਨਾ ਚਿਰ ਲੜੋਗੇ ਉਹਦੇ ਨਾਲ? ਉਹਦੇ ਤੁਹਾਡੇ ਅੰਦਰ ਲੜਾਈ ਚੱਲ ਰਹੀ ਹੈ। ਤੁਹਾਡਾ ਮਨ ਕੁਝ ਖਾਣ ਨੂੰ ਕਹਿਣ ਦਿਆ, ਤੁਹਾਡਾ ਮਨ ਕੁਝ ਕਰਨ ਨੂੰ ਕਹਿਣ ਦਿਆ, ਤੁਸੀਂ ਇਹਨੂੰ ਰੋਕੀ ਜਾ ਰਹੇ ਹੋ। ਇੱਥੇ ਹਰ ਦਿਨ ਤੁਹਾਨੂੰ ਲੜਾਈ ਕਰਨੀ ਪੈ ਰਹੀ ਹੈ। ਲੜਾਈ ਦਾ ਮਤਲਬ ਠੀਕ ਹੈ, ਲੜਨਾ ਕੋਈ ਮਾੜੀ ਚੀਜ਼ ਨਹੀਂ ਆ, ਪਰ ਉਹ ਚੀਜ਼ਾਂ ਖਤਮ ਨਹੀਂ ਨਾ ਹੋ ਰਹੀਆਂ, ਉਹ ਤੇ ਵੱਧ ਰਹੀਆਂ ਤੁਹਾਡੇ ਅੰਦਰ। ਮੈਂ ਤੁਸੀਂ ਸਪਰਿੰਗ ਨੂੰ ਨੱਪੀ ਜਾਓ, ਨੱਪੀ ਜਾਓ, ਨੱਪੀ ਜਾਓ, ਨੱਪੀ ਜਾਓ, ਤੇ ਸਪਰਿੰਗ ਨੱਪਿਆ ਪਿਆ ਵਾ। ਸਪਰਿੰਗ ਨੇ ਜਦੋਂ ਵੀ ਆ ਬਾਉਂਸ ਹੋਣਾ ਵਾ, ਅੱਜ ਨਹੀਂ ਤੇ ਕੱਲ। ਉਹ ਸਪਰਿੰਗ ਬੇਸ਼ੱਕ ਤੁਸੀਂ ਧੱਕੇ ਨਾਲ ਨੱਪ ਦਿੱਤਾ ਹੈ, ਪਰ ਸਪਰਿੰਗ ਸ਼ਾਂਤ ਨਹੀਂ ਹੋਇਆ, ਉਹਦੀ ਤਾੜ ਉਸੇ ਤਰ੍ਹਾਂ ਬੈਠੀ ਹੈ। ਉਹ ਚੀਜ਼ਾਂ ਤੁਹਾਡੇ ਚਿੱਤ 'ਚ ਨੇ, ਠੀਕ ਹੈ, ਤੁਸੀਂ ਨੱਪ ਦਿੱਤੀਆਂ ਨੇ, ਸਰਪ੍ਰੈਸ ਕਰ ਦਿੱਤੀਆਂ ਨੇ, ਅੱਜ ਨਹੀਂ ਤੇ ਕੱਲ ਨੂੰ ਉਹਨਾਂ ਚੀਜ਼ਾਂ ਨੇ ਤੁਹਾਡੇ ਸੁਪਨਿਆਂ 'ਚ ਆ ਜਾਣਾ। ਤੁਹਾਨੂੰ ਪਤਾ ਤੁਹਾਡੇ ਰੋਮ ਰੋਮ 'ਚ ਚੀਜ਼ ਪਾਉਣੀ ਆ ਅੱਜ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਗੁਰਕੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਇਸੇ ਕਰਕੇ ਤਾਂ ਜੀ ਸਾਧਨਾ ਕਰ ਰਹੇ ਹਾਂ ਆਪਾਂ, ਵਿਚਾਰ ਜਿਹੜੇ ਬੰਦ ਕਰ ਰਹੇ ਹਾਂ, ਇਸੇ ਕਾਰਨ ਤਾਂ ਕਰ ਰਹੇ ਹਾਂ ਨਾ ਆਪਾਂ। ਪਰਪਸ ਤਾਂ ਆਹੀ ਹੈ ਨਾ। ਜੋਗੀਆਂ ਨੇ ਵੇਖਿਆ ਨਹੀਂ, ਸ਼ਹਿਰ ਪੱਟ ਕੇ ਉੱਥੇ ਜੰਗਲ 'ਚ ਚੱਲ ਗਏ ਤੇ ਕੀ ਉੱਥੇ ਉਹ ਇੰਦਰੀਆਂ ਚੱਲ ਨਾਲ ਨਹੀਂ ਗਈਆਂ? ਬਿਲਕੁਲ ਬਿਲਕੁਲ ਗਈਆਂ। ਉਹ ਜਦੋਂ ਬੰਦੇ ਸੰਸਾਰ 'ਚ ਆਏ ਤੇ ਫਿਰ ਉਹਨਾਂ ਦਾ ਹਾਲ ਵੇਖਿਆ, ਉਹ ਭ੍ਰਿਸ਼ਟ ਹੋ ਗਏ ਮੁੜ। ਬਿਲਕੁਲ। ਇਹਨਾਂ ਲੋਕਾਂ ਨੇ ਲੰਗੋਟ ਬੰਨ ਲਏ, ਕਿੱਥੇ ਭੱਜ ਗਏ? ਮੁੜ ਕੇ ਕੀ ਇਹਨਾਂ ਨੇ ਕੀਤਾ? ਫਿਰ ਇਹਨਾਂ ਮੰਦਿਰਾਂ 'ਚ ਵੇਖੋ ਕਈ ਕੋਈ ਕੀਤਾ, ਦੇਵਦਾਸੀਆਂ ਰੱਖੀਆਂ, ਹੋਰ ਧਾਰਮਿਕ ਸਥਾਨਾਂ 'ਚ ਵੇਖੋ ਉੱਥੇ ਫਿਰ ਔਰਤਾਂ ਆ ਗਈਆਂ। ਉਹ ਚੀਜ਼ਾਂ ਦੇਖੋ, ਆ ਜਿਹੜੇ ਕ੍ਰਿਸਚਨ ਲੋਕ ਨੇ, ਇਹਨਾਂ ਨੇ ਨੰਨ ਬਣਾਤੇ ਆ ਬੰਦੇ ਤੇ ਬੁੱਢੀਆਂ, ਉਹਨਾਂ ਨੇ ਵਿਆਹ ਨਹੀਂ ਕਰਾਉਣੇ, ਜਿਉ ਨਹੀਂ ਕਰਾਉਣੇ। ਤੇ ਵੇਖੋ ਪ੍ਰਕਿਰਤੀ ਆ, ਪ੍ਰਕਿਰਤੀ ਨੇ ਫਿਰ ਵੇਖੋ ਇਹਨਾਂ ਲੋਕਾਂ 'ਚ ਕਿੰਨਾ ਮੁੜ ਕੇ ਮੁਸ਼ਕਲ ਆ ਗਈ। ਇਹ ਬੁੱਧ ਦੇ ਵਿੱਚ ਵੀ, ਧਰਮ ਦੇ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਹੋਈ। ਹੋਰ ਵੀ ਇਹ ਜਗ੍ਹਾ ਤੇ ਜਿੱਥੇ ਜਿੱਥੇ ਇਹਨਾਂ ਲੋਕਾਂ ਨੇ ਇਸ ਚੀਜ਼ ਨੂੰ ਬਾਈ ਫੋਰਸ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ,
ਮੈਂ ਤੇ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਰਦਾ। ਚਲੋ ਆਪਾਂ ਇੱਕ ਗੱਲ ਕਰਦੇ, ਕੁਝ ਗੱਲ ਮੈਂ ਜਾਣੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਤੁਸੀਂ 1.5 ਸਾਲ ਸਦਨਾ ਕਰ ਲਓ, 1.5 ਸਾਲ ਤੋਂ ਬਾਅਦ ਤੁਹਾਡੀ ਇੱਛਾ ਹੈ ਤੁਸੀਂ ਇਸ ਚੀਜ਼ ਤੋਂ ਬਿਨਾਂ ਭਾਵੇਂ ਸਾਰਾ ਜੀਵਨ ਕੱਢ ਲਓ, ਗਰੰਟੀ। ਤੁਹਾਡੇ ਅੰਦਰ ਇੱਕ ਤਰੰਗ ਨਹੀਂ ਪੈਦਾ ਹੋ ਸਕਦੀ। ਦੇਖੋ, ਭਗਤੀ ਦਾ ਮਤਲਬ ਕੋਈ ਬੱਚਿਆਂ ਦਾ ਖੇਲ ਨਹੀਂ। ਆਪਾਂ ਗੱਲ ਕਰਦੇ ਹੱਥਾਂ ਤੇ ਸਰੋਂ ਜੰਮ ਜਾਂਦੀ ਆ। ਇਹ ਜਿਹੜੇ ਲੋਕ ਲੜਦੇ ਫਿਰਦੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤੁਹਾਡੇ ਲਾਗੇ ਦਿਖਣਗੇ ਨਹੀਂ। ਇਹ ਸੱਚ ਕਹਿੰਦੀ ਹੈ ਬਾਣੀ, ਇਹ ਕੋਈ ਗੱਲਾਂ ਨਹੀਂ ਹੈ ਚਰਨਜੀਤ ਗੱਲਾਂ ਕਰਦਾ ਕਿ ਸੁਣ ਕੇ ਗੱਲਾਂ ਇੱਧਰੋਂ ਉੱਧਰੋਂ ਪਤਾ ਕਿੱਥੋਂ ਸੁਣਾਈ ਜਾਂਦਾ। ਮੈਂ ਪ੍ਰੈਕਟੀਕਲ ਕਰਦਾ। ਨਿੱਜਾ ਸਾਹਿਬ, ਕਾਮ ਦੀ ਗੱਲ ਹੈ ਨਾ, ਤੁਸੀਂ ਜ਼ਿੰਦਗੀ 'ਚ ਵੇਖ ਲਿਓ, ਤੁਹਾਡੇ ਮਨ 'ਚ ਕਾਮ ਦੇ ਪ੍ਰਤੀ ਕਿਤੇ ਵਿਚਾਰ ਐਡਾ ਤੁਹਾਡਾ ਨਿਰਮਲ ਹੋ ਜੂ ਮਨ। ਕਬੀਰ ਜੀ ਸੱਚੀ ਗੱਲ ਕਹਿੰਦੇ ਨੇ ਕਿ ਮੇਰਾ ਮਨ ਜਿਹੜਾ ਇੰਨਾ ਨਿਰਮਲ ਹੋ ਗਿਆ ਉਹ ਗੰਗਾ ਦੇ ਵਾਂਗੂ, ਤੇ ਮੇਰਾ ਹੁਣ ਕਬੀਰ ਜਿਹੜਾ ਮੇਰੇ ਪਿੱਛੇ ਤੁਰਿਆ, ਰੱਬ ਮੇਰੇ ਤੁਰਿਆ ਫਿਰਦਾ ਹੈ। ਹਾਂਜੀ, ਉਹ ਤੁਕ ਮੈਂ ਦੱਸਦਾ ਜੀ। ਕਬੀਰ ਮਨ ਨਿਰਮਲ ਹੁਆ, ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹਾਂ, ਤੇ ਹਰ ਲੱਗਣਾ ਹੀ ਲੱਗਣਾ ਹੈ। ਜਦੋਂ ਅਗਲੇ ਨੇ ਰਿਕੁਆਇਰਮੈਂਟ ਪੂਰੀ ਕਰਤੀ ਆ, ਤੁਸੀਂ ਵੇਖਿਆ ਨਹੀਂ ਅਗਲੇ ਕਹਿੰਦੇ ਬਈ ਆਹ ਸਵਾਲ ਦਾ ਕੀ ਜਵਾਬ, ਉਹ ਕਹਿੰਦਾ ਵੀ ਆਹ ਸਵਾਲ ਦਾ ਜਵਾਬ ਆਈ ਬਈ ਏਦਾਂ ਨਹੀਂ ਤੇ ਤੂੰ ਕੀ ਕਰੇਗਾ, ਉਹ ਕਹਿੰਦਾ ਏਦਾਂ ਕਰੂੰਗਾ। ਆਖਰ ਤੇ ਜਦੋਂ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਆ, ਫਿਰ ਕਹਿੰਦੇ ਭਰਾ ਕੁਰਸੀ ਤੇਰੇ ਲਈ, ਆਹ ਨੌਕਰੀ ਤੈਨੂੰ ਮਿਲੇ। ਠੀਕ ਹੈ ਨਜਰ ਸਾਹਿਬ? ਬਿਲਕੁਲ ਸਹੀ ਹੈ। ਤੇ ਪਰਮਾਤਮਾ ਵੀ ਕਹਿੰਦਾ ਹੀ ਆ ਭਰਾਵਾ, ਆ ਜਾ ਹੁਣ, ਆਹ 5-6 ਸਵਾਲ ਹੱਲ ਕਰਦੇ ਆ ਤੇ ਆ ਜਾ ਤੇ ਭਰਾ ਤੇਰੀ ਗੁਰਤੀ ਤੇ ਪਈ ਸੱਚ, ਤੂੰ ਸਹਿਜ ਅਵਸਥਾ 'ਚ ਬਹਿ, ਨਜ਼ਾਰੇ ਲੈ। ਹੁਣ ਤੈਨੂੰ ਕੁਛ ਵੀ ਨਹੀਂ ਕਰ ਸਕਦਾ, ਕਿਉਂਕਿ ਉੱਥੇ ਨਿੱਜਰ ਸਾਹਿਬ ਉਹ ਆਤਮਾ ਦੇ ਵਿੱਚ ਇਹ ਪ੍ਰਕਿਰਤੀ ਨਹੀਂ ਜਾ ਸਕਦੀ। ਇਸੇ ਕਰਕੇ ਤੇ ਉਹ ਕਹਿੰਦੇ ਨੇ ਕਿ ਮੈਨੂੰ ਹੁਣ ਇੰਦਰੀਆਂ ਨਾਲ ਲੜਨ ਦੀ ਲੋੜ ਨਹੀਂ ਆ, ਕਿਉਂਕਿ ਅੰਦਰ ਮੇਰਾ ਜਿਹੜਾ ਦੀਪਕ ਆ ਬੁਝ ਗਿਆ। ਉਹ ਜਿਹੜਾ ਦੀਪਕ ਬਾਹਰ ਨੂੰ ਗਤੀ ਕਰ ਰਿਹਾ ਸੀ ਨਾ, ਹੁਣ ਗਤੀ ਹੋ ਗਿਆ, ਦੀਪਕ ਵਾਂਗੂ ਬੁਝ ਜਾਣਾ। ਇੱਕਦਮ ਅੰਦਰੋਂ ਸਾਰਾ ਕੁਝ ਬੁਝ ਗਿਆ। ਹੁਣ ਜਦੋਂ ਇੱਕ ਦੀਪਕ ਬੁਝ ਗਿਆ ਤੇ ਉਹਦੇ ਅੰਦਰ ਫਿਰ ਕੀ ਹੁੰਦਾ ਕਿ ਉਹਦੇ ਵਿੱਚ ਹੁਣ ਦੁਬਾਰਾ ਲਾਈਟ ਨਹੀਂ ਪੈਦਾ ਕੀਤੀ ਜਾ ਸਕਦੀ। ਉਹ ਅਗਿਆਨ ਆਤਮਾ ਦੇ ਅੰਦਰ ਆ, ਉਹ ਅਗਿਆਨਤਾ ਦਾ ਦੀਪਕ ਜਿਹੜਾ ਬੁਝ ਗਿਆ। ਹਾਂ, ਹੁਣ ਉਹ ਜਿਹੜਾ ਹੈ ਉਹ ਅੰਦਰ, ਹੁਣ ਦੁਬਾਰਾ ਕਿੱਥੋਂ ਉਹਨੂੰ ਜਗਾ ਲਓਗੇ ਤੁਸੀਂ? ਬੜਾ ਔਖਾ ਕੰਮ। ਹਾਂਜੀ ਨਜਾ ਸਾਹਿਬ, 14 ਮਿੰਟ ਹੋ ਗਏ। ਹਾਂਜੀ, ਦਵਾ ਦਵ ਖਿੱਚੋ ਜੀ। ਹਾਂਜੀ, ਨਗਰੀ ਇੱਕ 9 ਦਰਵਾਜ਼ੇ ਧਾਵਤ ਬਰਜ ਰਹਾਈ। ਕਹਿੰਦੇ ਨਗਰੀ ਕੋਈ ਹੈਗੀ ਤੇ 9 ਦਰਵਾਜ਼ੇ ਇਹਦੇ ਬਾਹਰ ਨੂੰ ਖੁੱਲ੍ਹਦੇ ਆ। ਉਧਰ ਨੂੰ ਦੇਖ, ਹੁਣ ਵਾਚ ਕਰ ਤੂੰ, ਜਦ ਤੂੰ ਇੱਧਰ ਜਿਹੜਾ ਹੈਗਾ ਧਿਆਨ ਸਿਮਰਨ ਕਰ ਰਿਹਾ ਆ, ਤੂੰ ਜਿਹੜਾ ਹੈਗਾ 10ਮ ਦੁਆਰ ਜਿਹੜਾ ਹੈਗਾ ਉੱਪਰ ਨੂੰ ਜਿਹੜਾ ਹੈਗਾ ਚੜ੍ਹ ਰਿਹਾ ਆ, ਤੇ ਪਿਆਰਿਆ ਹੁਣ ਦੇਖ ਥੱਲਿਆਂ ਦੀਆਂ ਖਿੱਚਾਂ ਦੇ ਵੱਲ ਖਿਆਲ ਰੱਖੀ ਵੀ ਥੱਲੇ ਤੇਰਾ ਜਿਹੜਾ ਹੈਗਾ ਕਿਤੇ ਪੈਰ ਨਾ ਸਲਿੱਪ ਹੋ ਜਾਏ ਚੜ੍ਹਾਈ ਦੇ ਵਿੱਚ। ਦੇਖ, ਧਿਆਨ ਦੇ ਨਾਲ ਚੜ੍ਹਾਈ ਕਰੀ। ਨਗਰੀ ਇੱਕ 9 ਦਰਵਾਜ਼ੇ, 9 ਦਰਵਾਜ਼ੇ ਹੈਗੇ ਥੱਲੇ ਨੂੰ ਜਾਣ ਦੇ ਵਾਸਤੇ। ਇਹਨਾਂ ਨੇ ਫਿਰ ਰੋਕ ਤੈਨੂੰ ਹਾਲੇ ਰੁਕਾਵਟ ਪਾਉਣੀ ਹੈ, ਕਿਉਂਕਿ ਤੂੰ ਹਾਲੇ ਜਿਹੜਾ ਪਹੁੰਚਿਆ ਨਹੀਂ ਹੈਗਾ, ਹਾਲੇ ਰਸਤੇ ਦੇ ਵਿੱਚ ਹੈਗਾ ਆ। ਨਗਰੀ ਇੱਕ 9 ਦਰਵਾਜ਼ੇ ਧਾਵਤ ਬਰਜ ਰਹਾਈ, ਤ੍ਰਿਕੁਟੀ ਛੂਟੈ 10ਵਾਂ ਦਰ ਖੁੱਲ੍ਹੈ, ਤਾਂ ਮਨ ਖੀਵਾ ਪਾਈ। ਕਹਿੰਦੇ ਜ਼ਿਆਦੇ ਮਾਇਆ ਦੀ ਖਿੱਚ, ਤ੍ਰਿਕੁਟੀ ਜਿਹੜੀ ਹੈ ਤਮੋ ਰਜ ਸੁੱਤੀ ਤ੍ਰਿਗੁਣੀ ਮਾਇਆ, ਜ਼ਿਆਦੇ ਜਿਹੜੇ ਹੈ ਵਿਚਾਰ ਮੰਡਲ ਕ੍ਰਾਸ ਕਰ ਗਿਆ ਤੂੰ, ਤੇ ਤੇਰਾ ਜਿਹੜਾ ਹੈਗਾ 10ਵਾਂ ਦੁਆਰ ਖੁੱਲ੍ਹ ਜਾਏਗਾ, ਅੰਮ੍ਰਿਤ ਰਸ ਮਿਲ ਜਾਏਗਾ, ਤੇ ਤਾਂ ਤੂੰ ਪੂਰੀ ਤਰ੍ਹਾਂ ਰੱਜ ਜਾਏਗਾ, ਫਿਰ ਤੈਨੂੰ ਕੋਈ ਕਿਸੇ ਕਿਸਮ ਦੀ ਜਿਹੜੀ ਹੈਗੀ ਕੋਈ ਲੋੜ ਹੀ ਨਹੀਂ ਹੈਗੀ ਆਪਣੇ ਜਿਹੜੇ ਹੈਗੇ ਇਹ ਵਰਜਣ ਦੀ। ਆਟੋਮੈਟਿਕਲੀ ਇਹਨਾਂ ਨੇ ਸ਼ਾਂਤੀ ਦੇ ਨਾਲ ਟਿਕ ਕੇ ਬਹਿ ਜਾਣਾ ਤੇਰੇ ਅੰਦਰ ਹੀ। ਅਭੈ ਪਦ ਪੂਰ ਤਾਪ ਤਹਿ ਨਾਸੇ, ਉਸ ਜਗ੍ਹਾ ਤੇ ਪਾਈ ਆਇਆ ਅਭੈ ਪਦ। ਇਹ ਹੈ ਪੂਰਾ ਹੋ ਗਿਆ ਇਨਸਾਨ, ਪੂਰੇ ਦੇ ਨਾਲ ਮਿਲ ਕੇ ਪੂਰਾ ਹੋ ਗਿਆ। ਅਭੈ ਪਦ ਪੂਰ ਤਾਪ ਤਹਿ ਨਾਸੇ। ਇੱਥੇ ਇਹ ਮਾਇਆ ਦੇ 3 ਤਾਪ, ਆਦਿ ਵਿਆਧੀ ਉਪਾਧੀ, ਸਾਰੇ ਜਿਹੜੇ ਮਨ ਜਿਹੜਾ ਹੈਗਾ ਆਹ ਵੀ ਲੈ ਲਾਂ, ਆਹ ਵੀ ਲੈ ਲਾਂ, ਆਹ ਵੀ ਲੈ ਲਾਂ, ਸਾਰੇ ਨੱਸ ਜਾਂਦੇ ਆ। ਕਹਿ ਕਬੀਰ ਵਿਚਾਰੀ, ਕਬੀਰ ਜੀ ਕਹਿੰਦੇ ਮੈਂ ਬੜਾ ਵਿਚਾਰ ਕੇ ਤੁਹਾਨੂੰ ਇਹ ਜਿਹੜਾ ਹੈਗਾ ਗਿਆਨ ਦੇ ਰਿਹਾ ਆ, ਗਿਆਨ ਦਿੱਤਾ ਹੈਗਾ। ਉਬਟ ਚਲਨ ਤੇ ਇਹ ਮਦ ਪਾਇਆ, ਜੈਸੇ ਖੋਂਦ ਖੁਮਾਰੀ। ਕਹਿੰਦੇ ਇਹ ਰਸਤਾ ਔਖਾ ਹੈ, ਪਹਾੜੀ ਰਸਤਾ ਹੈਗਾ, ਚੜ੍ਹਾਈ ਵਾਲਾ ਰਸਤਾ ਹੈ। ਇਹ ਚੰਗੀ ਜਿਹੜੀ ਹੈਗੀ ਇਹ ਬਾਟ ਨਹੀਂ ਹੈਗੀ, ਰਸਤਾ ਬਣਾਇਆ ਹੋਇਆ ਪਗਡੰਡੀ ਵੀ ਲੋਕੀ ਜਿਹੜੇ ਹੈਗੇ ਇਸ ਦੇ ਉੱਤੇ ਆਰਾਮ ਨਾਲ ਚਲੇ ਜਾਣ ਨਾ। ਇੱਥੇ ਸਾਰਾ ਜਿਹੜਾ ਹੈਗਾ ਇੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਝਾੜੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਪਾਸੇ ਕਰ ਦੀ ਲੰਘਣਾ ਪੈਂਦਾ ਉੱਪਰ ਨੂੰ। ਇਹ ਝਾੜੀਆਂ ਨੇ ਆ ਕੇ ਫਿਰ ਕੰਡੇ ਲਾਉਣੇ ਤੈਨੂੰ।
ਇਹ ਪੱਥਰ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ। ਇਹ ਕਹਿੰਦੇ ਆ ਬਿਖ ਛੇਦ ਛੇਦ ਰਸ ਪੀਜੈ। ਇਹ ਬਿਖ ਹੈਗੀ, ਇਹਨੂੰ ਪਾਸੇ ਕਰ ਕਰਕੇ, ਇਹਨੂੰ ਛੇਦ ਛੇਦ ਕੇ, ਇਹਦੇ ਵਿੱਚੋਂ ਦੀ ਰਾਹ ਬਣਾ ਬਣਾ ਕੇ ਰਸ ਪੀਣਾ ਹੈ ਭਾਈ। ਉਭਟ ਚਲਨ ਤੇ ਇਹ ਮਦ ਪਾਇਆ ਜੈਸੇ ਖੋਂਦ ਖੁਮਾਰੀ। ਫਿਰ ਜਿਹੜੀ ਹੈਗੀ ਤੈਨੂੰ ਐਸੀ ਖੋਂਦ ਐਸੀ ਖੁਮਾਰੀ ਆ ਜਾਏਗੀ ਕਿ ਕਦੀ ਵੀ ਜਿਹੜਾ ਹੈਗਾ ਤੈਨੂੰ ਫਿਰ ਉਹ ਜਿਹੜਾ ਹੈਗਾ ਉਸ ਮਸਤੀ ਚੋਂ, ਉਸ ਅੰਮ੍ਰਿਤ ਤੋਂ, ਅੰਮ੍ਰਿਤ ਦੇ ਜਿਹੜੇ ਹੈਗੇ ਉਹਦੇ ਤੋਂ ਤੂੰ ਕਦੀ ਵੀ ਜਿਹੜਾ ਹੈਗਾ ਹਮੇਸ਼ਾ ਵਾਸਤੇ ਜਿਹੜਾ ਹੈਗਾ ਉਹ ਤੈਨੂੰ ਮਿਲ ਜਾਏਗਾ। ਅੰਮ੍ਰਿਤ ਹਮੇਸ਼ਾ ਵਾਸਤੇ ਪੀਂਦਾ ਰਹੇਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉੱਪਰਲੀ ਤੁਕ ਦੇਖੋ, ਨਗਰੀ ਇੱਕ 9 ਦਰਵਾਜੇ ਤਾਵਤ ਬਰਜ ਰਖਾਈ। ਇੱਕ ਸਰੀਰ ਦੇ ਵਿੱਚ 9 ਦਰਵਾਜੇ ਲੱਗੇ ਆ। 9 ਦਰਵਾਜ਼ਿਆਂ ਦੇ ਰਾਹੀਂ ਸਾਡੀ ਸੁਰਤੀ ਬਾਹਰ ਜਾਂਦੀ ਆ। ਜਿਹੜੀ ਬਿੰਦਰੀ ਤੁਹਾਡੀ ਬਾਹਰ ਗਈ, ਮਨ ਨਾਲ ਬਾਹਰ ਚਲ ਗਿਆ। ਬਸ ਕੰਨਾਂ ਨੇ ਕੁਝ ਸੁਣਿਆ, ਮਨ ਬਾਹਰ ਚਲ ਗਿਆ। ਅੱਖਾਂ ਨੇ ਕੁਝ ਵੇਖਿਆ, ਮਨ ਬਾਹਰ ਚਲ ਗਿਆ। ਹਰ ਤਰੀਕੇ ਨਾਲ ਜਿਹੜਾ ਵਾ ਮਨ ਤੁਹਾਡਾ ਬਾਹਰ ਜਾ ਰਿਹਾ। ਬਾਹਰ ਮੁਖੀ ਮਨ ਹੈ, ਅੰਦਰ ਮੁਖੀ ਕਰਨਾ ਹੈ। ਉਹ ਕਹਿੰਦੇ ਆ ਕਿ ਇਸ ਚੀਜ਼ ਨੂੰ ਆਪਾਂ ਧਿਆਨ ਚ ਰੱਖਣਾ ਹੈ। ਕਹਿੰਦੇ ਤ੍ਰਿਕੁਟੀ ਛੁੱਟੇ 10ਵਾਂ ਦੁਆਰ ਖੁੱਲੇ ਤਾਂ ਮਨ ਕੀਵਾ ਭਾਈ। ਤ੍ਰਿਕੁਟੀ ਤੁਹਾਡੀ ਦੇਖੋ ਛੂਟੇ ਹੈ। ਇਹ ਵੈਸੇ ਰਜੋ ਤਮੋ ਸਤੋ 3 ਗੁਣ ਹੁੰਦੇ ਆ। ਜਾਗਰਤ, ਸਪਨ, ਸੁਖਾਪਤੀ, ਇਸ ਤੋਂ ਵੀ ਅੱਗੇ ਜਾਣਾ ਤ੍ਰਿਕੁਟੀ ਛੁੱਟਣਾ ਹੈ। ਇਹ ਚੀਜ਼ ਨੂੰ ਆਪ ਸਮਝੋ ਕਿ ਜਿਹੜਾ ਵਿਚਾਰ ਤੁਸੀਂ ਕੱਢਣਾ ਚਾਹੁੰਦੇ ਆਪਣੀ ਮਰਜ਼ੀ ਨਾਲ ਕਰੋ। ਇਹ ਤਿੰਨਾਂ ਦੇ ਵਿੱਚੋਂ ਅੱਗੇ ਲੰਘ ਜਾਣਾ ਹੀ ਜੀਵਨ ਦਾ ਸਾਡਾ ਮਕਸਦ ਸਿੱਧ ਹੈ। ਜੇਕਰ ਆਪਾਂ ਤਿੰਨਾਂ ਚ ਬੈਠੇ ਹਾਂ, ਕਿੱਥੇ ਬੈਠੇ। ਤ੍ਰਿਕੁਟੀ ਤੁਹਾਡੇ ਮੱਥੇ ਦੇ ਵਿਚਕਾਰ ਵੀ ਹੈਗੀ ਹੈ। ਇੱਥੇ ਵੀ ਤਿੰਨੇ ਨਾੜੀਆਂ ਜਾਂਦੀਆਂ ਨੇ, ਈੜਾ, ਪਿੰਗਲਾ ਤੇ ਸੁਖਮਣਾ। ਇਹ 10ਵੇਂ ਦਰਵਾਜ਼ੇ ਦੀ ਗੱਲ ਕਰਦੇ, ਚੌਥੇ ਪਾਦੇ ਦੀ ਗੱਲ ਕਰਦੇ ਆ। ਜਦੋਂ ਤੁਹਾਡੀ ਤ੍ਰਿਕੁਟੀ ਛੁੱਟ ਗਈ ਨਾ, ਤ੍ਰਿਕੁਟੀ ਦਾ ਮਤਲਬ ਹੈ ਕਿ ਮਨ ਦੇ ਅੰਦਰ ਜਿਹੜਾ ਦੇਖੋ, ਅੱਖ ਦੇ ਬਾਹਰ ਵੇਖੋ ਤੇ ਸੰਸਾਰ ਆ, ਅੱਖ ਦੇ ਅੰਦਰ ਚੱਲ ਜਾਓ ਤੇ ਨਿਰਾਕਾਰ ਹੈ। 2 ਚੀਜ਼ਾਂ ਨੇ, ਠੀਕ ਹੈ। ਬਾਹਰ ਸੰਸਾਰ ਆ, ਅੰਦਰ ਕੋਈ ਅੰਦਰ ਨਿਰਾਕਾਰ ਆ। ਤੁਸੀਂ ਜਦੋਂ ਨਿਰਵਿਚਾਰ ਸਮਾਧੀ ਚ ਆ ਜਾਂਦੇ ਜੋ ਤੇ ਤੁਹਾਡੀ ਸਾਰੀ ਚੇਤਨਾ ਜਿਹੜੀ ਵੇਖੋ ਤੁਹਾਡੇ ਪਿੱਛੇ ਇਕੱਠੀ ਹੋ ਜਾਂਦੀ ਹੈ, ਮੱਥੇ ਦੇ ਮਗਲੇ ਬੰਨੇ। ਉਹ 9 ਦਰਵਾਜ਼ਿਆਂ ਦੇ ਉੱਪਰਲੀ 10ਵਾਂ ਦਰਵਾਜ਼ਾ ਹੈ, ਜਿਹਨੂੰ ਆਤਮਾ ਕਹਿ ਦਿੰਦੇ ਆ ਆਪਾਂ। 10ਵਾਂ ਦਰਵਾਜ਼ਾ ਕੋਈ ਅੰਦਰ ਕੋਈ ਬੂਹਾ ਨਹੀਂ ਹੈ, ਕੋਈ ਲੋਕੀ ਪਤਾ ਨਹੀਂ ਕਿੱਥੇ ਕਿੱਥੇ ਬਣਾਈ ਫਿਰਦੇ ਆ। 10ਵੇਂ ਦਰਵਾਜ਼ੇ ਦਾ ਮਤਲਬ ਇੰਨਾ ਹੀ ਹੈ, ਤੁਹਾਡੀ ਆਤਮਾ। 9 ਦਰਵਾਜ਼ਿਆਂ 'ਚ ਸੰਸਾਰ ਆ। 9 ਦਰਵਾਜ਼ਿਆਂ ਦੇ ਰਾਹੀਂ ਸੰਸਾਰ ਨੂੰ ਅਨੁਭਵ ਕਰਦੇ ਆ। ਇਹਦੇ ਵਿੱਚ ਹੀ ਸਾਡਾ ਜੀਵਨ ਬਤੀਤ ਹੋ ਜਾਂਦਾ ਤੇ ਬੰਦਾ ਇਹਦੇ 'ਚ ਮਰ ਖੱਪ ਜਾਂਦਾ ਹੈ। ਜੰਮਦਾ ਹੈ, ਮਰਦਾ ਹੈ, ਮਰਦਾ ਹੈ, ਜੰਮਦਾ ਹੈ। ਇਸੇ ਤਰ੍ਹਾਂ ਜੀਵਨ ਚੱਲੀ ਜਾਂਦਾ ਹੈ। ਪ੍ਰਕਿਰਤੀ ਨੂੰ ਕੋਈ ਜਲਦੀ ਨਹੀਂ ਹੈ। ਖਰਬ ਪਤਾ ਨਹੀਂ ਕਿੰਨੇ ਕੁ ਤੁਸੀਂ ਜੀਵਨ ਬਤੀਤ ਕਰੀ ਜੋ, ਪ੍ਰਕਿਰਤੀ ਦੁਖੀ ਨਹੀਂ ਹੁੰਦੀ। ਉਹ ਕਹਿੰਦੀ ਕੋਈ ਗੱਲ ਨਹੀਂ, ਆਈ ਜਾ, ਤੇਰੇ ਲਈ ਮੈਂ ਬਣੀ। ਪਰ 10ਵੇਂ ਦਰਵਾਜ਼ੇ ਦੇ ਵਿੱਚ ਪਹੁੰਚ ਜਾਣਾ ਹੀ ਜੀਵਨ ਦਾ ਸਭ ਤੋਂ ਵੱਡਾ ਲਕਸ਼ ਹੈ। ਜਦੋਂ ਤੁਸੀਂ 10ਵੇਂ ਦਰਵਾਜ਼ੇ 'ਚ ਪਹੁੰਚ ਗਏ ਤੇ ਫਿਰ ਕੀ ਹੋਊਗਾ? ਅਗਲੇ ਬੰਨੇ ਬਾਣੀ ਉਹ ਚੀਜ਼ ਨੂੰ ਤਸਦੀਕ ਕਰਦੀ ਆ। ਬਾਣੀ ਨਾਲ ਸਵਾਲ, ਨਾਲ ਤਸਦੀਕ। ਇੱਕ ਵਾਰੀ ਪਹਿਲਾਂ ਗੱਲ ਸਵਾਲ ਕਰਦੀ, ਨਾਲ ਜਵਾਬ ਦਿੰਦੀ ਆ ਬਾਣੀ। ਤੇ ਫਿਰ ਕਹਿੰਦੇ ਖੁੱਲੇ ਮਨ ਤਾਂ ਖੀਵਾ ਪਾਏ। ਫਿਰ ਮਨ ਖੀਵਾ ਹੋ ਜਾਂਦਾ ਹੈ। ਉਹ ਕਹਿੰਦੇ ਨਾ ਕਿ ਮੈਨੂੰ ਚਾਅ ਚੜ ਜਾਂਦਾ ਹੈ, ਬੜਾ ਖੀਵਾ ਹੋਇਆ ਫਿਰਦਾ, ਬੜਾ ਫੁੱਲਿਆ ਫਿਰਦਾ। ਕੀ ਹੋਇਆ ਬਈ? ਉਹ ਕਹਿੰਦੇ ਜੀ ਮੇਰੀ ਲਾਟਰੀ ਨਿਕਲ ਆਈ ਜੀ, ਉਹ ਮੇਰੇ ਮੁੰਡੇ ਦਾ ਕੈਨੇਡਾ 'ਚ ਵਿਆਹ ਹੋ ਗਿਆ ਜੀ, ਉੱਥੇ ਕੁੜੀ ਮਿਲ ਗਈ, ਅਸੀਂ ਮਾਤੜ ਸਾਈ, ਕੋਈ ਵੱਡਾ ਕੰਮ ਹੋ ਗਿਆ। ਇੱਥੇ ਕਹਿੰਦੇ ਮਨ ਖੀਵਾ ਹੋ ਜਾਊਗਾ ਤੇਰਾ, ਇੱਕਦਮ ਮਸਤੀ 'ਚ ਆ ਜਾਣਾ ਉਹਨੇ। ਜਿੱਦਣ ਤ੍ਰਿਕੁਟੀ ਖੁੱਲ ਗਈ, ਤ੍ਰਿਕੁਟੀ ਦਾ ਮਤਲਬ ਸਾਧ ਸੰਗਤ ਜੀ 3 ਚਾਬੀਆਂ ਲੱਗਣੀਆਂ ਨੇ, ਈੜਾ, ਪਿੰਗਲਾ, ਸੁਖਮਣਾ। ਤੇ ਕੱਲ ਇੱਕ ਵੀਰ ਜੀ ਮੈਨੂੰ ਫੋਨ ਕਰਨ ਦੇ ਸੀ, ਬਨਾਰਸੀ ਜੀ। ਉਹ ਕਹਿੰਦੇ ਨੇ ਕਿ ਵੀਰ ਜੀ ਅਗਲੇ ਬੰਨੇ ਮੈਂ ਹੁਣ ਸਾਧਨਾ ਦੇ ਵਿੱਚ ਮੈਂ ਨਿਰਵਿਚਾਰ ਸਮਾਧੀ 'ਚ ਜਾ ਕੇ ਬੈਠਾ ਵਾਂ ਤੇ ਏਦਾਂ ਲੱਗਦਾ ਕਿ ਅੱਗੇ ਹਜੇ ਬਲੋਕੇਜ ਹੈਗੀ ਆ। ਮਤਲਬ ਲੱਗਣਾ ਵਾ ਕਿ ਅੱਗੇ ਜਾਣਾ ਵਾ, ਪਰ ਮੈਂ ਉੱਥੇ ਬੈਠਾ। ਲੱਗਦਾ ਮੈਂ ਪਹੁੰਚਿਆ ਨਹੀਂ, ਪਰ ਪਹੁੰਚਿਆ ਨਿਰਵਿਚਾਰ ਹੋ ਗਿਆ। ਨਿਰਵਿਚਾਰ ਤੋਂ ਵੀ ਲੱਗਦਾ ਅੱਗੇ ਜਾਣਾ। ਮੈਂ ਬਿਲਕੁਲ ਸਹੀ ਆ, ਤੁਸੀਂ ਕਾਫੀ ਅੱਗੇ ਆ ਗਏ ਜੋ। ਮੈਂ ਹਾਏ ਅੱਗੇ ਸਫ਼ਰ ਹੈ, ਕਿਉਂਕਿ ਅਗਲੇ ਬੰਨੇ ਜਿਹੜਾ ਦਰਵਾਜ਼ਾ ਹੈ ਨਾ, ਉਹ ਤ੍ਰਿਕੁਟੀ ਦਾ ਦਰਵਾਜ਼ਾ ਹੈ। ਉਹ ਪਰਮਾਤਮਾ ਖੁਦ ਹੀ ਖੋਲਦਾ ਹੈ। ਨਿਜਰ ਸਾਹਿਬ ਇਹ ਗੱਲ ਬਿਲਕੁਲ ਸੱਚ ਹੈ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ। ਆਪਾਂ ਨੇ ਸਿਰਫ ਉੱਥੇ ਸਰਮਖੰਡ ਦੇ ਵਿੱਚ ਬੈਠਣਾ ਹੈ, ਬਸ ਉੱਥੇ ਹੀ ਬੈਠੇ ਰਹਿਣਾ, ਰੋਜ਼ ਬੈਠਣਾ ਹੈ ਉਹਦੇ ਵਿੱਚ। ਦੇਖੋ ਹਾਂ, ਉੱਥੇ ਬਹਿਣਾ ਹੀ ਜੀਵਨ ਦਾ ਮਕਸਦ ਜੇ ਤੁਹਾਡੇ। ਉੱਥੋਂ ਅੱਗੇ ਨਹੀਂ ਜਾ ਸਕਦੇ। ਉੱਥੇ ਮੈਂ ਵੀ ਬੈਠਾ, ਵਾਹਵਾ ਟਾਈਮ ਬੈਠਾ ਰਿਹਾ, ਪਰ ਮੈਨੂੰ ਇੰਨਾ ਲੱਗਦਾ ਸੀ ਕਿ ਯਾਤਰਾ ਪੂਰੀ ਨਹੀਂ ਹੋਈ, ਰਾਹ 'ਚ ਹੀ ਹੈ ਮੈਂ ਅੜਿਆ ਪਿਆ। ਇਹ ਨਹੀਂ ਕਿ ਮੈਂ ਕੋਈ ਸੰਤ ਹੋ ਗਿਆ, ਕੋਈ ਮੈਂ ਬਾਬਾ ਹੋ ਗਿਆ। ਪਰ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਜਦੋਂ ਮੈਂ ਉਸ ਤੋਂ ਅੱਗੇ ਖੁੱਲ ਗਿਆ ਨਾ ਦਰਵਾਜ਼ਾ, ਫਿਰ ਸਾਰਾ ਕੁਝ ਸ਼ਾਂਤ ਹੋ ਗਿਆ। ਪਰ ਜਦ ਤੱਕ ਖੁੱਲਾ ਨਹੀਂ ਹੈ ਨਾ,
ਉਹਨਾਂ ਚਿਰ ਸ਼ਾਂਤ ਨਹੀਂ ਜੀ ਨਿੱਜਰ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਹਾਂ, ਉਹ ਬਾਕੀ ਕੱਚੀਆਂ ਗੱਲਾਂ, ਕੋਈ ਕੁਛ ਵੀ ਕਹੀ ਜਾਵੇ, ਉਹ ਗੱਲਾਂ ਨੂੰ ਵੱਡੀ ਵੈਲਿਊ ਨਹੀਂ ਹੈਗੀ। ਤੁਸੀਂ ਜਦੋਂ ਉੱਥੇ ਜਾ ਕੇ ਬਹਿ ਗਏ ਨਾ, ਤੁਸੀਂ ਖੁਦ ਕਹਿਣਾ ਕਿ ਅੱਗੇ ਕੁਛ ਹੈਗਾ, ਪਰ ਮੈਂ ਉੱਥੇ ਗਿਆ ਨਹੀਂ ਹਜੇ ਤੁਸੀਂ ਕੇਵਲ ਉਸਦੇ ਦਰਵਾਜ਼ੇ ਦੇ ਕੋਲ ਬੈਠੇ ਜੋ, ਉਸ ਚੇਤਨਾ ਦੇ ਦਰਵਾਜ਼ੇ। ਇਹ ਚੇਤਨਾ ਦਾ ਦਰਵਾਜ਼ਾ ਖੁੱਲਿਆ ਨਹੀਂ, ਜਿਹਨੂੰ ਬੱਜਰ ਕਪਾਟ ਕਹਿ ਦਿੰਦੇ ਨਾ ਆਪਾਂ, ਉਹ ਉੱਥੇ ਸਾਡੀ ਪਾਤਰਤਾ, ਸਾਡਾ ਜੀਵਨ ਫਿਰ ਸੁਧਾਰਨਾ ਪੈਣਾ ਹੈ ਸਾਨੂੰ ਨਿੱਜਰ ਸਾਹਿਬ। ਬਿਲਕੁਲ ਇਹ ਆ, ਹਾਂ, ਉਹਦੀ ਰਿਕੁਆਇਰਮੈਂਟ ਬਹੁਤ ਤਗੜੀ ਹੈ ਗੋਰਕੀ ਸਾਹਿਬ, ਬਿਲਕੁਲ ਕਲੀਨ ਚਾਹੁੰਦਾ ਹੈ, ਜੇ ਜਿਹਾ ਪਰਮਾਤਮਾ ਉਹ ਜਿਹਾ ਚਾਹੁੰਦਾ ਆਪਾਂ ਨੂੰ। ਹਰ ਜਿਹਾ ਹੋਵੇ ਉੱਥੇ ਹੋਣਾ ਪੈਣਾ ਤੁਹਾਨੂੰ। ਇਹ ਮਨਾ ਨਹੀਂ ਕਰਨ ਦਿਆ, ਉਹ ਕਹਿੰਦਾ ਕਿ ਤੂੰ, ਮੈਂ ਬਹੁਤ ਪਿਓਰ ਆ, ਮੈਂ ਬੜਾ ਸ਼ੁੱਧ ਆ, ਸੱਚ ਚ ਤੇ ਆਨੰਦ ਆ, ਤੂੰ ਹਜੇ ਥੋੜਾ ਜਿਹਾ ਲਿਬੜਿਆ, ਜਿਹਨੂੰ ਉਹ ਮਲੀਨਤਾ ਸਾਫ਼ ਕਰ ਲਈ। ਕਿਉਂਕਿ ਉਹ ਕਬੀਰ ਜੀ ਖੁਦ ਚੀਜ਼ ਨੂੰ ਤਸਦੀਕ ਕਰਦੇ ਆ, ਰਾਮ ਕਬੀਰਾ ਏਕ ਭੈ ਤੇ ਕੋਈ ਨਾ ਸਕੇ ਪਛਾਣੀ, ਕਿਉਂਕਿ ਉੱਥੇ ਇੱਕ ਦਰਵਾਜ਼ਾ ਹੈਗਾ ਤ੍ਰਿਕੋਟੀ ਦਾ। ਜੇ ਉੱਥੇ ਜੇਕਰ ਥੋੜੀ ਬਹੁਤੀ ਵੀ ਕੁਛ ਲੱਗਿਆ ਨਾ, ਸਾਨੂੰ ਚਿੰਬੜਿਆ, ਉੱਥੇ ਐਂਟਰੀ ਨਹੀਂ ਹੈਗੀ। ਇਹ ਨਹੀਂ ਕਿ ਐਂਟਰੀ ਨਹੀਂ ਹੈਗੀ, ਤੇ ਪਰ ਜਿੱਦਾਂ ਵੇਖੋ ਨਾ ਕਿਤੇ ਫਿਲਮ ਲੱਗੀ ਹੁੰਦੀ ਹੈ ਤੇ ਸਾਡੇ ਵਰਗੇ ਉੱਥੇ ਥੀਏਟਰ ਦੇ ਬਾਹਰ ਕਾਂਦਨਾ ਲਾ ਕੇ ਥੋੜਾ ਦੂਰੋਂ ਫੋਟੋ ਵੇਖ ਲਈ, ਜਿਹੜੀ ਕਲੀਅਰ ਨਹੀਂ ਹੈਗੀ, ਪਰ ਥੋੜਾ ਬਹੁਤਾ ਆਨੰਦ ਲੈ ਸਕਦੇ ਆ, ਪਰ ਹਜੇ ਸੀਟ ਤੇ ਨਹੀਂ ਬੈਠੇ ਆਪਾਂ। ਸੁਣ ਵੀ ਸਕਦੇ ਆ, ਕੁਛ ਆਵਾਜ਼ ਵੀ ਆ ਜਾਂਦੀ ਰਾਤ ਨੂੰ। ਠੀਕ ਹੈ, ਲੋਕੀ ਹੱਸਦੇ ਨੇ, ਖਿੱਲੀਆਂ ਉੱਡਦੀਆਂ ਨੇ, ਥੋੜਾ ਜਿਹਾ ਫੀਲਿੰਗ ਹੈਗੀ ਆ, ਪਰ ਹਜੇ ਉਹ ਗੱਲ ਨਹੀਂ ਬਣੀ ਜਿਹੜਾ ਕੁਰਸੀ ਤੇ ਬਹਿ ਕੇ ਫੀਲਿੰਗ ਬਣਦੀ। ਉੱਥੇ ਕਹਿੰਦੇ ਪਹੁੰਚਣ ਦੇ ਲਈ ਕਹਿੰਦੇ ਮਨ ਕੀਵਾ ਹੋ ਜਾਏਗਾ। ਉਹ ਜਿੱਦਾਂ ਤੁਸੀਂ ਉੱਥੇ ਗਏ ਤੇ ਫਿਰ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਹੈ। ਮੇਰੇ ਕਹਿਣ ਦੀ ਲੋੜ ਨਹੀਂ, ਨਾ ਨਿੱਜਰ ਸਾਹਿਬ ਦੇ ਕਹਿਣ ਦੀ ਲੋੜ ਆ, ਤੁਸੀਂ ਖੁਦ ਹੀ ਜਾਣ ਲੈਣਾ ਹੈ ਕਿ ਮੈਂ ਪਹੁੰਚ ਗਿਆ ਜਿੱਥੇ ਜਾਣਾ ਸੀ। ਕਹਿੰਦੇ ਅਬੇ ਪਦਪੂਰ ਆ ਤੋਂ ਬੋਲੋ ਨਿੱਜਰ ਸਾਹਿਬ। ਅਬਹਿ ਪਦਪੂਰ ਤਾਪ ਤਹ ਨਾਸੇ, ਕਹਿ ਕਬੀਰ ਵਿਚਾਰੀ ਅਭੈ ਪਾਦਿਆ। ਪੈ ਰਹਿਤ ਹੋ ਜਾਣਾ ਇਨਸਾਨ ਨੇ, ਔਰ ਪੂਰਨ ਚੌਥੇ ਪਦ 'ਚ ਪਹੁੰਚ ਜਾਣਾ ਹੈ। ਉੱਥੇ ਪੂਰਨ ਪਾਰ ਬ੍ਰਹਮ ਹੈਗਾ। ਉੱਥੇ ਤਾਪ ਜਿਹੜੇ ਸਾਰੇ ਦੇ ਸਾਰੇ ਮਨ ਦੇ, ਇਹ ਆਦਿ ਵਿਆਦੀ ਉਪਾਧੀ ਸਾਰੇ ਜਿਹੜੇ ਹੈਗੇ, ਇਹ ਉਤਰ ਜਾਣੇ, ਨਸ ਜਾਣੇ ਆ। ਕਹਿ ਕਬੀਰ ਵਿਚਾਰੀ, ਕਬੀਰ ਜੀ ਕਹਿੰਦੇ ਆ ਬਹੁਤ 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 ਵਿਚਾਰ ਦੀ ਗੱਲ ਤੈਨੂੰ ਦੱਸ ਦਿੱਤੀ ਆ ਭਾਈ। ਉਬਟ ਚਲਨ ਤੇ ਇਹ ਮਦ ਪਾਇਆ। ਅੱਗੇ ਕਹਿੰਦੇ ਚੱਲੇਗਾ ਤੇ ਸੌਖਾ ਰਸਤਾ ਨਹੀਂ ਹੈ, ਇਹ ਰਸਤਾ ਉਬੜ ਖਾਬੜ ਵਾਲਾ ਰਸਤਾ ਹੈਗਾ। ਜਿਨ੍ਹਾਂ ਨੇ ਵੀ ਇਸ ਰਸਤੇ ਤੇ ਚੱਲ ਕੇ ਇਹ ਮਦ, ਇਹ ਅੰਮ੍ਰਿਤ, ਮਦ ਕੀ ਹੈ? ਅੰਮ੍ਰਿਤ ਹੈਗਾ। ਜਿਨ੍ਹਾਂ ਨੇ ਅੰਮ੍ਰਿਤ ਪਾ ਲਿਆ, ਜੈਸੇ ਖੋਂਦ ਖੁਮਾਰੀ, ਕਹਿੰਦੇ ਬਸ ਉਹ ਤਾਂ ਮਸਤੀ ਦੇ ਵਿੱਚ ਆ ਜਾਏਗਾ ਭਾਈ। ਫਿਰ ਦੁਨੀਆ ਦੇ ਛੋਛੇ ਰਸ ਜਿਹੜੇ ਆ ਉਹਨਾਂ ਦੇ ਵਿੱਚ ਨਹੀਂ ਜਿਹੜਾ ਹੈਗਾ ਖੁੱਬੇਗਾ। ਹਾਂਜੀ ਵੀਰ ਜੀ। ਠੀਕ ਹੈ ਜੀ। ਤੇ ਸਾਧ ਸੰਗਤ ਜੀ ਹੁਣ ਉਹ ਕਹਿ ਰਹੇ ਨੇ, ਆਪਾਂ ਨੂੰ ਉਹ ਸਮਝਾ ਰਹੇ ਨੇ ਕਿ ਇਹ ਪਦ ਜਿਹੜਾ ਹੈਗਾ, ਜਦੋਂ ਤੈਨੂੰ ਪ੍ਰਾਪਤ ਹੋ ਗਿਆ ਤੇ ਤੇਰੇ ਜਿਹੜੇ ਤਾਪ ਹੈਗੇ ਨਾ ਉਤਰ ਜਾਣੇ। ਇਹ ਗੱਲ ਦੇਖੋ, ਉੱਪਰ ਇਹਨਾਂ ਨੇ ਪਹਿਲਾਂ ਨਹੀਂ ਕਿਹਾ। ਇੱਕ ਚੀਜ਼ ਨੂੰ ਆਪ ਪਲੀਜ਼ ਸਮਝਣ ਦੀ ਕੋਸ਼ਿਸ਼ ਕਰੋ। ਬਾਣੀ ਬੜਾ ਕਲੀਅਰ ਕਰਦੀ ਆ, ਬਾਣੀ ਗਲਤੀ ਨਹੀਂ ਕਰਦੀ। ਮੈਂ ਬਾਣੀ ਜਿਹੜੀ ਪੜ੍ਹਦਾ ਨਾ ਬਹੁਤ ਕਲੀਅਰ ਕੱਟ ਆ ਦੇਖੋ, ਤ੍ਰਿਕੂਟੀ ਛੁੱਟੀ 10ਵਾਂ ਦਵਾਰ ਖੁੱਲੇ ਤਾਂ ਮਨ ਖੀਵਾ ਭਾਈ। ਪਹਿਲਾ ਮਨ ਖੀਵਾ ਹੋਇਆ ਜੀ, ਬਿਲਕੁਲ। ਫਿਰ ਅਗਲੇ ਬੰਨੇ ਕਹਿੰਦੇ ਮਨ ਖੀਵਾ ਹੋਣ ਤੋਂ ਬਾਅਦ ਬੁਖਾਰ ਉਤਰੇ, ਜੋ ਪਹਿਲਾਂ ਬੁਖਾਰ ਨਹੀਂ ਜੋ ਉਤਰੇ। ਹਾਂ, ਕਾਲਕ ਵੀ ਸਾਰੀ ਤਾਂ ਹੀ, ਕਾਲਕ ਵੀ ਇਸ ਤਰ੍ਹਾਂ ਹੀ ਉਤਰਨੀ ਆ। 10ਵਾਂ ਦੌਰ ਖੁੱਲੂਗਾ ਤਾਂ ਹੀ ਕਾਲਕ ਉਤਰਨੀ ਆ। ਬਸ ਆਹੀ ਗੱਲ ਹੈ। ਆ ਚੀਜ਼ਾਂ ਵੇਖ, ਇਹ ਚੀਜ਼ਾਂ ਦੇਖੋ ਪਲੀਜ਼। ਅਗਲੇ ਬੰਨੇ ਫੇਰ ਕਹਿੰਦੇ ਨੇ, ਫਿਰ ਉਹ ਕਹਿੰਦੇ ਨੇ ਕਿ ਅਬੇ ਪਦ ਪੂਰ ਤਾਪ ਤਹਿ ਨਾਸੇ, ਕਹਿ ਕਬੀਰ ਵਿਚਾਰੀ। ਕਹਿੰਦੇ ਕਬੀਰ ਸਾਹਿਬ ਕਹਿੰਦੇ ਮੈਂ ਪੂਰੀ ਤਰ੍ਹਾਂ ਵਿਚਾਰ ਕੀਤਾ, ਮੈਂ ਜੋ ਦੁੱਧ ਦਾ ਦੁੱਧ ਤੇ ਛਿੜੀ ਛੁੱਡੀ ਸਾਰੀ ਵੱਖੋ ਕਰਤੀ ਹੈ। ਇਹ ਚੀਜ਼ ਤੁਹਾਡੇ ਸਾਹਮਣੇ ਰੱਖੀ, ਮੱਖਣ ਕੱਢ ਕੇ ਤੁਹਾਨੂੰ ਮੈਂ ਦੱਸਤਾ। ਇਹ ਚੀਜ਼ਾਂ ਤੁਹਾਡੇ ਜੀਵਨ ਚ ਆਉਣਗੀਆਂ ਤੇ ਵੇਖ ਲਿਓ। ਫਿਰ ਉਸ ਤੋਂ ਬਾਅਦ ਮੰਨ ਲਿਓ ਕਿ ਮੈਂ ਸੱਚਾ ਵਾਂ। ਕਿਤੇ ਨਕਲੀ ਗਿਆਨ ਨਾ ਪ੍ਰਾਪਤ ਕਰ ਲਿਓ। ਕਿਸੇ ਬਾਬੇ ਨੇ ਥਾਪੜਾ ਦੇ ਦਿੱਤਾ, ਲੈ ਵੀ ਗੋਡੇ ਘੁੱਟੀ ਜਾ, ਉਹਦੇ ਗੋਡੇ ਘੁੱਟਿਆਂ ਕੀ ਲੱਭਣਾ? ਲੱਭੂਗਾ ਕੁਛ? ਬਿਲਕੁਲ। ਪਰ ਲੋਕੀ ਸੋਚਦੇ ਗੋਡੇ ਘੁੱਟੇ ਪਤਾ ਨੀ ਕਿੱਥੇ ਬ੍ਰਹਮ ਗਿਆਨੀ ਹੋ ਜਾਣਾ। ਕੁਛ ਨੀ। ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਆ ਜਾਓ ਇੱਥੇ ਗੋਡੇ ਘੁੱਟੋ ਮੇਰੇ, ਚੱਲ ਜਾਓ ਸਾਰੇ ਸਵਰਗ ਚ। ਨਿੱਜਰ ਸਾਹਿਬ ਬਿਲਕੁਲ। ਉਹਨਾਂ ਕਿਹਾ ਕਬੀਰ ਜੀ ਕਿ ਮੈਂ ਗੋਡੇ ਘੁੱਟੇ ਬੜੇ, ਤੇ ਮੈਂ ਗੋਡੇ ਘੁੱਟਣਾ ਬ੍ਰਹਮ ਗਿਆਨੀ ਹੋ ਗਿਆ। ਸਾਰਾ ਜਪਾ ਜਾਪ, ਸਾਰੀ ਸਮਾਧੀ, ਸਹਿ ਸਮਾਧੀ ਮੈਨੂੰ ਇੱਥੇ ਗੋਡੇ ਘੁੱਟਣਾ ਮਿਲ ਗਈ। ਪਰ ਲੋਕੀ ਇਹਨਾਂ ਚੀਜ਼ਾਂ ਚ ਵਿਸ਼ਵਾਸ ਕਰਦੇ ਨੇ।
ਉਹੀ ਗੱਲ ਗੋਰਖੀ ਸਾਹਿਬ ਜਿਹੜੀ ਗੱਲ ਹੈ ਨਾ, ਦੇਖੋ ਕੋਈ ਵੀ ਬ੍ਰਹਮ ਗਿਆਨੀ ਹੋਏ ਚਾਹੇ ਜਿਹੜਾ ਮਰਜ਼ੀ ਹੋਏ, ਕਿਸੇ ਨੂੰ ਜਿਹੜਾ ਹੈਗਾ ਤਾਰ ਨਹੀਂ ਸਕਦਾ ਭਾਈ। ਕੋਚਿੰਗ ਦੇ ਸਕਦਾ ਹੈ, ਗਿਆਨ ਦੇ ਸਕਦਾ ਹੈ, ਪੂਰੀ ਟ੍ਰੇਨਿੰਗ ਦੇ ਸਕਦਾ ਹੈ, ਸਾਰਾ ਕੁਝ ਜਿਹੜਾ ਹੈਗਾ ਉਹਨੂੰ ਪਰ ਜਿਹੜਾ ਹੈਗਾ ਯਾਤਰਾ ਉਹਨੂੰ ਆਪ ਕਰਨੀ ਪੈਣੀ ਹੈ, ਕਿਉਂਕਿ ਉਹਦੇ ਅੰਦਰ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਦੇ ਅੰਦਰ ਹੈ ਵਿਚਾਰ ਸਾਰੇ, ਉਹਨਾਂ ਨੂੰ ਉਹਨੇ ਆਪ ਕੱਢਣਾ ਪਊਗਾ। ਹਾਂਜੀ ਵੀਰ ਜੀ। ਹਾਂ, ਰਿੰਗ ਦੇ ਵਿੱਚ ਤੁਸੀਂ ਜੋ ਤੇ ਲੜਨਾ ਵੀ ਤੁਸੀਂ, ਸਿੰਪਲ ਜੀ ਗੱਲ ਆ। ਬਾਹਰਲਾ ਬੰਦਾ ਕੇਵਲ ਤੁਹਾਨੂੰ ਹੋਸ਼ ਦੇ ਸਕਦਾ। ਉਹ ਚਰਨਜੀਤ ਡਰੀ ਨਾ, ਬਸ ਆ ਲੈ ਪਾਣੀ ਪੀ, ਹਾਂ, ਆ ਲੈ ਜੂਸ ਪੀ, ਹਾਂ, ਲੜਾਈ ਕਰ, ਆ ਲੈ ਮੱਖਣ ਘਿਓ ਖਾ, ਆ ਤੇਰੇ ਮੈਂ ਲੱਤਾਂ ਘੁੱਟਦਾ, ਤੇਰੇ ਮੋਢੇ ਤੇ ਤੌਲੀਆ ਫੇਰਦਾ, ਤੂੰ ਸੱਜਣਾ ਲੜਨਾ ਹੀ ਲੜੀ ਜਾ। ਮਗਰ ਲੋਕੀ ਹੌਸਲਾ ਨਹੀਂ ਵਧਾਉਂਦੇ ਆ। ਇੱਕ ਵਾਰੀ ਬੱਚਾ ਫੇਲ ਹੋ ਜਾਂਦਾ ਹੈ ਤੇ ਉਹ ਕਹਿੰਦੇ ਜੀ ਪੁੱਤ ਫਿਕਰ ਨਹੀਂ ਕਰਨਾ, ਤੂੰ ਫੇਰ ਪੇਪਰ ਦੇ, ਫੇਰ ਦਿੰਦਾ, ਫੇਰ ਫੇਲ ਹੋ ਜਾਂਦਾ। ਉਹ ਪੁੱਤ ਤੂੰ ਨਹੀਂ 4-5 ਮਹੀਨੇ ਹੋਰ ਲਾ, ਮਿਹਨਤ ਕਰ, ਬੜੀ ਹੋਰ ਮਿਹਨਤ ਕਰ, 4-5 ਮਹੀਨੇ ਪੜ੍ਹ, ਆਖਰ ਤੇ ਪੇਪਰ ਤੇ ਉਹਨੇ ਬੱਚੇ ਨਹੀਂ ਦੇਣਾ ਵਾ। ਬਿਲਕੁਲ ਆਈਲੈਟਸ ਆ। ਹਾਂ, ਔਰ ਬੱਚਾ ਪਾਸ ਵੀ ਹੋ ਜਾਂਦਾ, ਜਿਹੜਾ ਮਿਹਨਤ ਕਰੀ ਜਾਂਦਾ ਉਹ ਪਾਸ ਵੀ ਹੋ ਜਾਂਦਾ ਫਿਰ। ਆਹੋ, ਤੇ ਕਈ ਮੇਰੇ ਵਰਗੇ ਪਹਿਲੀ ਵਾਰੀ ਫੇਲ ਹੋ ਕੇ ਤੇ ਭੱਜ ਜਾਂਦੇ ਆ, ਉਹ ਬੈਠੇ ਰਹਿੰਦੇ, ਮੂਲੀਆਂ ਪੁੱਟਦੇ ਆ, ਛਲਕਮ ਪੁੱਟਦੇ ਖੇਤਾਂ 'ਚ। ਬਿਲਕੁਲ। ਜਿਹੜੇ ਮਿਹਨਤ ਕਰੀ ਜਾਂਦੇ ਆ ਉਹ ਫਿਰ ਅੰਮ੍ਰਿਤ ਰਸ ਪੀਂਦੇ, ਉਹਨਾਂ ਦਾ ਜੀਵਨ ਚੰਗਾ ਹੁੰਦਾ ਹੈ। ਚਲੋ ਮਿਹਨਤ ਤੇ ਕੀਤੀ ਤਾਂ ਹੀ ਤੇ ਅਗਲਾ ਦੂਜੀ ਕੰਟਰੀ 'ਚ ਪਹੁੰਚਿਆ। ਇਸ ਤੇ 40-50 ਸਾਲ ਦਾ ਜਿਹੜਾ ਗੈਪ ਕੱਢਣਾ ਹੈ, 100 ਸਾਲ ਦਾ ਗੈਪ ਕੱਢਣਾ ਹੈ, ਤੇ ਮਿਹਨਤ ਤੇ ਕਰਨੀ ਪੈਣੀ ਉਹਨੂੰ। ਠੀਕ ਹੈ ਜੀ। ਫਿਰ ਕਹਿੰਦੇ ਆ ਆਖਰ ਦੇ ਵਿੱਚ ਨਿਜਰ ਸਾਹਿਬ ਚੁੱਕ ਬੋਲੇ, ਉਬਟ ਚਲਨ ਤੇ ਇਹ ਮਦ ਪਾਇਆ, ਇਹ ਮਦ, ਇਹ ਅੰਮ੍ਰਿਤ, ਇਹ ਕਹਿੰਦੇ ਔਖੀ ਘਾਟੀ ਆ, ਔਖਾ ਰਸਤਾ ਹੈਗਾ, ਚੜਾਈ ਵਾਲਾ ਆ, ਔਖਾ ਪੈਂਡਾ ਹੈਗਾ। ਜਿਹਨੇ ਵੀ ਇਸ ਔਖੇ ਬੱਟ ਕਹਿੰਦੇ ਆ ਸਿੱਧਾ ਰਸਤਾ ਬਾਟ, ਉਹ ਬੱਟ ਕਹਿੰਦੇ ਆ ਉਬੜ ਖਾਬੜ, ਉਹ ਕਹਿੰਦੇ ਇਸ ਰਸਤੇ ਤੇ ਚੱਲ ਕੇ ਜਿਹਨੇ ਵੀ ਇਹ ਮਦ ਪਾ ਲਿਆ, ਬਸ ਉਹ ਪੂਰੀ ਤਰ੍ਹਾਂ ਜਿਹੜਾ ਹੈਗਾ ਇਹ ਬਾਹਰਲੇ ਜਿਹੜੇ ਹੈਗੇ ਪਦਾਰਥ, ਆਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਬਾਹਰ ਦੀਆਂ ਖਿੱਚਾਂ ਜਿਨ੍ਹਾਂ ਨੂੰ ਰੋਕਣਾ ਪੈਂਦਾ ਸੀਗਾ, ਜਿਨ੍ਹਾਂ ਨੂੰ ਜਿਹੜਾ ਹੈਗਾ ਜਿਹੜੇ ਫਿਰ ਅੰਦਰ ਜਿਹੜੇ ਹੈਗੇ ਜਨਰੇਟ ਹੁੰਦੇ ਸੀਗੇ, ਉਹਨਾਂ ਤੋਂ ਫਿਰ ਮੁਕਤੀ ਪਾ ਲੈਂਦਾ ਔਰ ਪ੍ਰੈਜ਼ੈਂਟ ਦੇ ਵਿੱਚ ਅੰਮ੍ਰਿਤ ਦੇ ਵਿੱਚ ਜਿਹੜਾ ਹੈਗਾ ਉਹ ਲੀਨ ਹੋ ਜਾਂਦਾ। ਹਾਂਜੀ ਵੀਰ ਜੀ। ਠੀਕ ਹੈ ਜੀ। ਪਦ ਪ੍ਰਾਪਤ ਹੋ ਗਿਆ ਜੀ, ਅਹੁਦਾ ਪ੍ਰਾਪਤ ਹੋ ਗਿਆ ਤੇ ਹੋ ਗਿਆ ਬਸ। ਫਿਰ ਉਹ ਕਹਿੰਦੇ ਆ ਕਿ ਉਹਨੂੰ ਖੁਮਾਰੀ ਚੜ ਜਾਂਦੀ ਹੈ, ਨਾਮ ਦੀ ਖੁਮਾਰੀ ਚੜਨੀ ਬਸ। ਪਰ ਇਹ ਕਹਿੰਦੇ ਕਿ ਜਿਹੜਾ ਬੰਦਾ ਮਿਹਨਤਾਂ ਕਰਦਾ, ਜਿਹੜਾ ਰਾਤ ਨੂੰ ਪੜ੍ਹਦਾ ਵਾ, ਪਾਸ ਤੇ ਉਹੀ ਹੁੰਦਾ। ਜਿਹੜਾ ਮੇਰੇ ਗੱਲ ਲੰਮੀਆਂ ਤਾਣ ਕੇ ਸੁੱਤਾ ਤੇ ਮੁੜ ਕੇ ਕਹਿੰਦਾ ਮੈਂ ਪਾਸ ਨਹੀਂ ਹੋਣ ਦਿਆ, ਤੂੰ ਕਹਿੰਦਾ ਪਾਸ ਤੇ ਤੂੰ ਹੋ ਜਾਣਾ, ਜਿਹੜਾ ਕਿਤਾਬ ਨੂੰ ਤੂੰ ਹੱਥ ਨਹੀਂ ਲਾਇਆ। ਬਿਲਕੁਲ ਇਹੋ ਚੀਜ਼। ਸੋ ਇਹ ਚੀਜ਼ ਨੂੰ ਆਪਾਂ ਸਮਝੀਏ ਤੇ ਅੱਜ ਦੀ ਵਿਚਾਰ ਥੋੜੀ ਲੰਬੀ ਹੋ ਗਈ ਹੈ, ਇਹਦੇ ਲਈ ਥੋੜੀ ਨਹੀਂ ਵੀਰ ਜੀ, ਬਹੁਤ ਵਿਚਾਰਾਂ ਤਾਂ ਜਿਹੜੀਆਂ ਲੰਬੀਆਂ ਹੋ ਜਾਣ ਤੇ ਕੋਈ ਨਹੀਂ ਵੀਰ ਜੀ, ਇਹਦੇ ਵਾਸਤੇ ਤਾਂ ਜਿਹੜੇ ਹੈਗੇ ਤਰਲੇ ਕਰ ਰਹੇ ਆ। ਹੋਰ ਕੀ ਚਾਹੀਦਾ ਸਾਨੂੰ ਜਿਹੜਾ ਹੈਗਾ, ਹੋਰ ਬਾਕੀ ਜਗ੍ਹਾ ਤੇ ਤਾਂ ਬਾਕੀ ਜਗ੍ਹਾ ਕੀ ਕਰਨਾ ਹੈ, ਉੱਥੇ ਕੀ ਇੰਨਾ ਜ਼ਿਆਦਾ ਕੀ ਹੈਗਾ। ਹਾਂਜੀ ਵੀਰ ਜੀ, ਕੋਈ ਗੱਲ ਕੋਈ। ਅੱਜ ਦੀ ਵਿਚਾਰ ਨਿਜਰ ਸਾਹਿਬ ਸਮਾਪਤ ਕਰ ਦਈਏ। ਹਾਂਜੀ ਵੀਰ ਜੀ, ਬਿਲਕੁਲ ਵਧੀਆ, ਬਹੁਤ ਵਧੀਆ। ਠੀਕ ਹੈ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਆ ਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਤੇ ਕੰਪਰ ਕਰਦਿਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ ਤੇ ਤਨ ਬੱਚੇ ਸਮਝ ਕੇ ਮਾਫ ਕਰੋਗੇ ਤਾਂ ਸ਼ੁੱਧ ਦੇ ਚੁਪਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੇ, ਦੇਹ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਮੇਰੇ ਮਾਲਿਕ ਨਾਮਦਾਨ ਬਖਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।